ਸਤਨਾਮ ਵਾਹਿਗੁਰੂ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੋਕੋ ਧਾਰ ਕਿਰਪਾ, ਜਗ ਜੀਵਨ ਦਾਤੇ। ਹਰ ਸੰਤ ਪਗੀਲੇ ਪਾਵੈ, ਹੋਂ ਕਾਟੋਂ ਕਾਟ ਬਾਡ ਸਿਰ ਰਾਖੋਂ। ਜਿਤ ਨਾਨਕ ਸੰਤ ਚੜ੍ਹਿਆ ਵੈ, ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ। ਆਓ ਸਾਰੇ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਚਰਨਾਂ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰੂ ਜੀ ਪਾਸੋਂ ਅੰਦਰ ਦਾ ਟਿਕਾਊ ਮੰਗੀਏ। ਮਹਾਰਾਜ ਜੀ ਦੇ ਘਰ ਵਿੱਚ ਵਰਤ ਰਹੀਆਂ ਬਖਸ਼ਾਂ, ਉਹਨਾਂ ਬਖਸ਼ਾਂ ਲਈ ਅਰਦਾਸਾਂ ਬੇਨਤੀਆਂ ਵੀ ਸਤਿਗੁਰੂ ਸਾਡੇ ਹਿਰਦਿਆਂ ਵਿੱਚ ਉਹ ਪਾਓ, ਜਿਨ੍ਹਾਂ ਦੀ ਝੋਲੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲਬਾਲਬ ਭਰਪੂਰ ਕੀਤੀ, ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਸਤਿਗੁਰਾਂ ਨੇ ਬਖਸ਼ਿਸ਼ਾਂ ਦੇ ਕੇ ਜਗਤ ਵਿੱਚ ਤੋਰਿਆ। ਅੱਜ ਆਪਾਂ ਉਹਨਾਂ ਦੇ ਸੰਬੰਧ ਵਿੱਚ ਕੁਝ ਬਚਨ ਸਾਂਝੇ ਕਰਾਂਗੇ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋ ਹਸਤੀਆਂ ਬਾਰੇ ਬਾਰ-ਬਾਰ ਗੁਰਬਾਣੀ ਵਿੱਚ ਹੁਕਮ ਕਰਦੇ ਨੇ। ਇੱਕ ਨਿਰੰਕਾਰ ਦੀ ਉਸਤਤ ਹੈ ਅਤੇ ਦੂਸਰੀ ਨਿਰੰਕਾਰ ਦੇ ਚਰਨਾਂ ਨਾਲ ਜੁੜਨ ਵਾਲਿਆਂ ਦੀ। ਸਤਿਗੁਰੂ ਜੀ ਕਹਿੰਦੇ ਨੇ ਦੋ ਹਸਤੀਆਂ ਨੂੰ ਇੰਨਾ ਪਿਆਰ ਕਰੋ ਵੀ ਆਪਣਾ ਆਪ ਕੁਰਬਾਨ ਹੀ ਕਰ ਦਿਓ ਇਹਨਾਂ ਤੋਂ। ਹੋਂ ਕੁਰਬਾਨੈ ਜਾਉ ਮਿਹਰਬਾਨਾ, ਹੋਂ ਕੁਰਬਾਨੈ ਜਾਉ, ਹੋਂ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ। ਕੁਰਬਾਨ ਹੋ ਜਾਓ, ਉਹਨਾਂ ਨੂੰ ਇੰਨਾ ਪਿਆਰ ਕੀਤਾ ਜਾਵੇ। ਸਤ ਸੰਗਿਓ, ਸਤਿਗੁਰੂ ਜੀ ਕਿਰਪਾ ਕਰਕੇ ਸਿੱਖ ਨੂੰ ਪਹਿਲੀ ਕਲਾਸ ਤੋਂ ਸ਼ੁਰੂ ਕਰਕੇ ਵੱਡੀ ਤੋਂ ਵੱਡੀ ਕਲਾਸ ਨਿਰੰਕਾਰ ਵਿੱਚ ਅਭੇਦ ਖੋਣਾ। ਹਰ ਕਲਾਸ ਹਰ ਅਵਸਥਾ ਦਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ। ਅੱਜ ਆਪਾਂ ਗੁਰੂ ਕੇ ਪਿਆਰੇ ਇੱਕ ਉਸ ਮਹਾਨ ਧੁਰ ਦਰਗਾਹ ਤੋਂ ਬਖਸ਼ੀ ਹੋਈ ਪਵਿੱਤਰ ਆਤਮਾ ਦੇ ਦਰਸ਼ਨ ਕਰਨੇ ਨੇ, ਜਿਹੜੀਆਂ ਤਰਨ ਨਹੀਂ ਆਉਂਦੀਆਂ, ਰੂਹਾਂ ਤਾਰਨ ਆਉਂਦੀਆਂ ਨੇ। ਜਿਹੜੇ ਜਪਣ ਵਾਸਤੇ ਨਹੀਂ, ਜਗਤ 'ਤੇ ਚੋਲਾ ਧਾਰਨ ਕਰਦੇ ਜਪਾਉਣ ਲਈ ਆਉਂਦੇ ਨੇ। ਜਿਹੜੇ ਆਪ 84 ਲੱਖ ਜੂਨ ਦਾ ਇੱਕ ਹਿੱਸਾ ਬਣ ਕੇ ਜੂਨ ਭੁਗਤਣ ਨਹੀਂ ਆਉਂਦੇ, ਹਜ਼ਾਰਾਂ ਤੇ ਲੱਖਾਂ ਲੋਕਾਂ ਨੂੰ ਜੂਨਾਂ ਤੋਂ ਬਾਹਰ ਕੱਢਣ ਵਾਸਤੇ ਆਉਂਦੇ ਨੇ। ਜਿਹੜੇ ਗੁਰੂ ਕੇ ਪਿਆਰਿਓ ਨੇਤਰ ਬੰਦ ਕਰਕੇ ਅੰਤਰ ਧਿਆਨ ਖੂ ਸਮਾਧੀ ਲਾ ਕੇ ਸਾਈਂ ਦੀ ਪ੍ਰਾਪਤੀ ਵਾਸਤੇ ਨਹੀਂ ਆਉਂਦੇ, ਸਾਡੇ ਵਰਗਿਆਂ ਨੂੰ ਸਾਈਂ ਦੀ ਪ੍ਰਾਪਤੀ ਕਰਾਉਣ ਵਾਸਤੇ ਧੁਰੋਂ ਡਿਊਟੀ ਲੈ ਕੇ ਆਉਂਦੇ। ਇਹੋ ਜਿਹੀ ਮਹਾਨ ਪਵਿੱਤਰ ਅਦਬ ਸਤਿਕਾਰਯੋਗ ਹਸਤੀ
ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਨੇ, ਜਿਨ੍ਹਾਂ ਦਾ ਨਾਮ ਲਿਆ ਅੰਦਰ ਠਰਦਾ ਹੈ, ਜਿਨ੍ਹਾਂ ਦੇ ਸਬੰਧ ਅੰਦਰ 5-6 ਸਾਲ ਪਹਿਲਾਂ ਥੋੜ੍ਹੇ ਜਿਹੇ 2-4 ਬਚਨ ਸਾਂਝੇ ਕੀਤੇ ਸਨ, ਪਰ ਬੇਅੰਤ ਸੰਗਤਾਂ ਵੱਲੋਂ ਹਮੇਸ਼ਾ ਹੀ ਸਿਣੇ ਮਿਲਦੇ ਰਹੇ। ਭਈ ਉਹਨਾਂ ਬਾਰੇ ਕੁਝ ਬਚਨ ਹੋਰ ਸੰਗਤ ਨਾਲ ਸਾਂਝੇ ਕੀਤੇ ਜਾਣ। ਬੜਾ ਚੰਗਾ ਲੱਗਦਾ ਜਦੋਂ ਕੋਈ ਸਤਿਪੁਰਸ਼ਾਂ ਦੀ ਉਸਤਤੀ ਸੁਣਨ ਤੋਂ ਬਾਅਦ ਅੰਮ੍ਰਿਤ ਦੀ ਦਾਤ ਲੈ ਲੈਂਦਾ। ਨਾਮ ਕਦੇ ਨਹੀਂ ਸੀ ਜਪਦਾ, ਫਿਰ ਅੱਠੇ ਪੈਰ ਨਾਮ ਜਪਣ ਲਈ ਤਿਆਰ ਹੋ ਜਾਂਦਾ ਹੈ। ਪਿੱਛੇ ਬਹੁਤ ਜ਼ਿਆਦਾ ਪ੍ਰੇਰਨਾ ਕੀਤੀ ਚੰਡੀਗੜ੍ਹ ਤੋਂ ਸਰਦਾਰ ਚਰਨਜੀਤ ਸਿੰਘ ਜੀ, ਉਹਨਾਂ ਦਾ ਵੀ ਹੁਕਮ ਹੋਇਆ। ਚਮਕੌਰ ਸਾਹਿਬ ਕੋਲ ਇੱਕ ਨੌਜਵਾਨ 27 ਸਾਲਾਂ ਦਾ ਜਦੋਂ ਕਤਰ ਤੋਂ ਵਾਪਸ ਮੁੜਿਆ, ਉਹ ਕਹਿਣ ਲੱਗਾ ਮੇਰਾ ਜੀਵਨ ਹੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਬਚਨ ਉਹਨਾਂ ਬਾਰੇ ਸੁਣ ਕੇ ਇੰਨਾ ਬਦਲਿਆ ਵੀ ਦਿਨ ਰਾਤ ਵੈਰਾਗ ਹੀ ਲੱਗਾ ਰਹਿੰਦਾ। ਗੱਲ ਕੀ ਹਰ ਮੁਲਕ ਵਿੱਚੋਂ ਕੋਈ ਨਾ ਕੋਈ ਸੁਣਿਆ ਮਿਲਦਾ ਰਿਹਾ। ਜੀ ਚਾਹਿਆ ਦੁਬਾਰਾ ਫਿਰ ਪਿਆਰਿਆਂ ਦੀ ਉਸਤਤੀ ਵਿੱਚ ਅੱਜ ਆਪਾਂ ਜੁੜੀਏ। ਪਿਆਰਿਓ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਉਹਨਾਂ ਦੇ ਸੰਬੰਧ ਵਿੱਚ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਵਾਂ 1-2 ਬਚਨ ਗੁਰੂ ਸਾਹਿਬ ਜੀ ਦਾ ਆਪ ਜੀ ਦੇ ਸਾਹਮਣੇ ਵਿਚਾਰਾਂ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਬਚਨ ਨੇ। ਮਨ ਦਾ ਸੁਭਾਅ ਹੈ ਨਾ, ਰੱਬ ਦੇ ਭਗਤਾਂ ਦੀ ਉਪਮਾ ਕਿਉਂ ਜਦੋਂ ਕਿ ਰੱਬ ਦੀ ਕਰਨੀ ਸੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਣ ਵਾਲੇ ਕਿਸੇ ਵਿਸ਼ੇਸ਼ ਦੀ ਕਿਉਂ ਉਪਮਾ ਕੀਤੀ ਜਾ ਰਹੀ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨੀ ਸੀ। ਨਹੀਂ, ਇੱਕ ਭੁਲੇਖਾ ਹੈ ਸਾਡਾ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਬਚਨ ਨੇ। ਸਾਹਿਬ ਕਹਿੰਦੇ ਭਗਤ ਜਨਾਂ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ। ਕਹਿੰਦੇ ਜਿਹੜੇ ਭਗਤੀ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ, ਉਹਨਾਂ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ। ਉਹਨਾਂ ਨੂੰ ਨਾ ਉਹਨਾਂ ਦੇ ਅੰਦਰ ਅਕਾਲ ਪੁਰਖ ਦਾ ਰਸ ਇੰਨਾ ਮਿੱਠਾ ਲੱਗਦਾ ਹੈ ਕਿ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ। ਵਾਹਿਗੁਰੂ ਉਹਨਾਂ ਨੂੰ ਛਿਨ ਛਿਨ ਆਪਣਾ ਯਾਦ ਮਿੱਠਾ ਰਸ ਵਡਿਆਈਆਂ ਨਾਮ ਦੀਆਂ ਅੰਦਰੋਂ ਦੇ ਕੇ ਜੋੜਦਾ ਏ, ਅਤੇ ਉਹ ਭਗਤ ਜਨ ਸਤਿਗੁਰੂ ਦਾ ਉਪਦੇਸ਼ ਲੈ ਲੈ ਕੇ ਉਹਦੇ ਵਿੱਚ ਸਮਾ ਹੀ ਜਾਂਦੇ ਨੇ। ਸੁਰਤੀ ਵੱਖਰੇ ਨਹੀਂ ਰੱਖਦੇ। ਜਿਵੇਂ ਮੱਛੀ ਹਮੇਸ਼ਾ ਪਾਣੀ ਵਿੱਚ ਰਵੇ, ਇਸੇ ਤਰ੍ਹਾਂ ਦੀ ਸੁਰਤੀ ਸਦਾ ਨਿਰੰਕਾਰ ਦੇ ਨਾਮ ਵਿੱਚ ਜੁੜੀ ਰਹਿੰਦੀ। ਕਹਿੰਦੇ ਜਿਹੜੇ ਇਹੋ ਜਿਹੇ ਭਗਤ ਜਨ ਨੇ ਉਹਨਾਂ ਪ੍ਰਤੀ ਸਾਡਾ ਕੀ ਰਵੱਈਆ ਚਾਹੀਦਾ। ਹੁਕਮ ਹੈ ਭਗਤ ਜਨਾਂ ਕੋ ਸਦਾ ਨਿਵ ਰਹੀ ਹੈ। ਸਦਾ ਹੀ ਆਪਣਾ ਸੀਸ ਭਗਤੀ ਕਰਨ ਵਾਲਿਆਂ ਦੇ ਸਾਹਮਣੇ ਨਿਵਾ ਕੇ ਰੱਖੋ। ਅਦਬ ਸਤਿਕਾਰ ਕਰੋ, ਜਿੰਨਾ ਵੀ ਹੋ ਸਕਦਾ ਓਨਾ ਕਰੋ। ਫਿਰ ਦੇਖੋ ਕਿੰਨੀਆਂ ਜਾਚਾਂ ਦੱਸਦੇ ਨੇ। ਮਹਾਰਾਜ ਜੇ ਭਗਤਾਂ ਦਾ ਅਦਬ ਅਤੇ ਸਤਿਕਾਰ ਕਰਾਂਗੇ, ਜੇ ਉਹਨਾਂ ਦੇ ਚਰਨਾਂ ਵਿੱਚ ਅਸੀਂ ਨਿਵਾਂਗੇ, ਤੁਸੀਂ ਕਿਧਰੇ ਕਹਿੰਦੇ ਹੋ ਗੁਰਸਿੱਖਾਂ ਕੀ ਖਰ ਧੂੜ ਦੇ ਖਮ ਪਾਪੀ ਪੀ ਗਤ ਪਾਏ। 16 ਸਾਹਿਬ ਵਿੱਚ ਬਚਨ ਆਖ ਦਿਓ ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ ਧੂਰੇ ਧੂੜ ਬਣਨੀ ਧੂੜ ਮੰਗਣੀ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਕੀਤਾ ਇਹਨਾਂ ਦੇ ਸਾਹਮਣੇ ਨਿਵੀਏ। ਮਹਾਰਾਜ ਮਿਲੇਗਾ ਕਿ ਕਹਿੰਦੇ ਜੇ ਭਗਤ ਜਨਾਂ ਦੇ ਸਾਹਮਣੇ ਨਿਵੋਗੇ ਅਤੇ ਫਲ ਇਹਦਾ ਨਿਰੰਕਾਰ ਦੀ ਪ੍ਰਾਪਤੀ ਮਿਲੇਗੀ। ਸਤਿਗੁਰਾਂ ਦੇ ਬਚਨ ਜੇ ਬੜੇ ਪਿਆਰੇ। ਸਾਹਿਬ ਕਹਿੰਦੇ ਭਗਤ ਜਨਾਂ ਕੋ ਸਦਾ ਨਿਵ ਰਹੀ ਹੈ। ਸਦਾ ਹਮੇਸ਼ਾ ਲਈ ਜਨ ਨਿਵੈ ਤਾਂ ਫਲ ਗੁਣ ਪਾਵੇ ਗੋ। ਵੱਡੇ ਤੋਂ ਵੱਡਾ ਫਲ ਹੁੰਦਾ ਨਿਰੰਕਾਰ ਦੀ ਯਾਦ ਅੰਦਰ ਵਸ ਜਾਣੀ ਅਤੇ ਹੌਲੀ ਹੌਲੀ ਉਹਨੇ ਮਿਲਣਾ। ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਖਰਨਾਕਸ਼ ਜਿਉਂ ਪਚ ਜਾਵੇ ਗੋ। ਬਚਨ ਨੇ ਜੇ ਕੋਈ ਨਿੰਦਾ ਕਰੇ ਕੋਈ ਦੁਸ਼ਟ ਆਤਮਾ, ਜਿਵੇਂ ਖਰਨਾਕਸ਼ ਨੂੰ ਮਾਰ ਮੁਕਾਇਆ, ਇਵੇਂ ਨਿਰੰਕਾਰ ਭਗਤਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਮਾਰ ਮੁਕਾਉਂਦੇ ਨੇ। ਆਪਾਂ ਆਸਾ ਦੀ ਵਾਰ ਸੁਣੀਏ ਅਤੇ ਚਿਹਰਾ ਰਸ ਦਾ ਪਾਠ ਕਰੀਏ ਆਰੰਭ ਵਿੱਚ ਅਤੇ ਸਵੇਰੇ ਅਖੀਰ ਵਿੱਚ।
ਦੋ ਵਕਤ ਇਹ ਬਚਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਸਾਡੇ ਸਾਹਮਣੇ ਆਉਂਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕੁਸ਼ ਦੁਸ਼ਟ ਕਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤਾਂ ਦੀ ਉਹ ਪੈਜ ਰੱਖਦਾ ਤੇ ਦੁਸ਼ਟ ਹਰਨਾਕਸ਼ ਵਰਗੇ ਨਿੰਦਕਾਂ ਵਰਗਿਆਂ ਨੂੰ ਉਹ ਮਾਰ ਮੁਕਾਉਂਦਾ ਹੈ। ਤੂੰ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਕਦੇ ਮਨ ਅੰਦਰ ਸੰਸਾ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਣ ਵਾਲੇ ਨੂੰ ਹਮੇਸ਼ਾ ਜੋ ਸਤਿਗੁਰੂ ਕਹਿਣ ਉਹਨਾਂ ਬਚਨਾਂ ਨੂੰ ਮੰਨਣਾ ਤੇ ਕਮਾਉਣਾ ਚਾਹੀਦਾ ਹੈ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਬਾਰੇ ਗੱਲ ਕਰਨ ਲੱਗਾ ਸੀ, ਪਰ ਚਾਹਿਆ ਪਹਿਲਾ ਇੱਕ ਦੋ ਬਚਨ ਸਾਹਮਣੇ ਰੱਖੀਏ। ਗੁਰੂ ਰਾਮਦਾਸ ਸਾਹਿਬ ਦਾ ਬਚਨ ਹੀ ਬ੍ਰਹਮ ਕਮਲ ਪੁੱਤ ਮੀਨ ਬਿਆਸਾ, ਤਪ ਤਾਪਨ ਪੂਜ ਕਰਾਵੈ ਗੋ। ਜਿਨ੍ਹਾਂ ਨੇ ਵੀ ਜਪ ਤਪ ਕੀਤਾ ਨਾ, ਉਹਨਾਂ ਦੀ ਪੂਜਾ ਸੰਸਾਰ ਵਿੱਚ ਰੱਬ ਆਪ ਕਰਾਉਂਦਾ ਹੈ। ਜੋ ਜੋ ਭਗਤ ਹੋਏ ਸੋ ਪੂਜੋ, ਭਰਮਨ ਭਰਮ ਚੁਕਾਵੈ ਗੋ। ਇੱਥੇ ਗੱਲ ਹੀ ਮੁਕਾ ਦਿੱਤੀ, ਕਿਹੜਾ ਭਗਤ? ਜਿਹੜਾ ਵੀ ਕੋਈ ਭਗਤੀ ਰੱਬ ਦੀ ਕਰਦਾ ਗੁਰੂ ਕੇ ਪਿਆਰਿਓ, ਕਹਿੰਦੇ ਜੇ ਤੁਸੀਂ ਉਹਦਾ ਅਦਬ ਤੇ ਸਤਿਕਾਰ ਕਰਕੇ ਰੱਬ ਦੇ ਰਾਹ 'ਤੇ ਤੁਰੋਗੇ ਤੇ ਤੁਹਾਡੀ ਭਟਕਣਾ ਹੀ ਤਾਂ ਮੁੱਕਣੀ ਹੈ। ਆਓ ਸਾਧ ਸੰਗਤ ਜਰਾ ਨੂੰ ਪੂਰਾ ਧਿਆਨ ਕਰਨਾ, ਮਹਾਂਪੁਰਖਾਂ ਦੇ ਚਰਨਾਂ ਵੱਲ ਸੀਸ ਨਿਵਾ ਕੇ ਨੀਵੇਂ ਹੋ ਕੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਤਿੰਨਾਂ ਦੀ ਵਿਚਾਰ ਕੁਛ ਗੁਣ ਜੁੜ ਉਹਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਪ੍ਰਗਟ ਹੁੰਦੀ ਹੈ। ਉਹਨਾਂ ਦੇ ਜੀਵਨ ਤੋਂ ਸਤਿਗੁਰੂ ਬਖਸ਼ੇ ਨਾਮ ਦੀ ਵਡਿਆਈ ਦਾ ਪਤਾ ਲੱਗਦਾ ਹੈ। ਸਤਿਗੁਰੂ ਕਿਹੜੇ ਮਹਾਨ ਹੋਣਗੇ, ਉਹਨਾਂ ਦੀ ਵਡਿਆਈ ਚਮਕ ਪੈਂਦੀ ਹੈ। 1826 ਦਾ ਸਾਲ ਸੀ ਜਦੋਂ ਰਾਵਲਪਿੰਡੀ ਦੇ ਕਾਜੀਆਂ ਪਿੰਡ ਵਿੱਚ ਬਾਬਾ ਜੀ ਦਾ ਭਾਈ ਕਿਰਪਾ ਸਿੰਘ ਤੇ ਮਾਤਾ ਸੂਬਾ ਦੇਈ ਦੇ ਘਰ ਜਨਮ ਹੁੰਦਾ ਹੈ। ਜਨਮ ਦੀ ਕਥਾ ਵੀ ਬੜੀ ਪਿਆਰੀ ਜਿਹੀ ਹੈ। ਇੱਕ ਸਤਿਕਾਰਯੋਗ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਤੇ ਦੋ ਸਪੁੱਤਰ ਸਨ, ਬਾਬਾ ਸ੍ਰੀ ਚੰਦ ਸਾਹਿਬ ਤੇ ਬਾਬਾ ਲਖਮੀ ਚੰਦ ਜੀ। ਬਾਬਾ ਸ੍ਰੀ ਚੰਦ ਜੀ ਗ੍ਰਸਤੀ ਨਹੀਂ ਤੇ ਬਾਬਾ ਲਖਮੀ ਚੰਦ ਸਾਹਿਬ ਗ੍ਰਸਤੀ ਵਿੱਚ ਪਏ ਨੇ। ਉਹਨਾਂ ਦੀ ਅੱਗੋਂ ਜਿਹੜੀ ਸੰਤਾਨ ਚੱਲਦੀ ਆਉਂਦੀ ਸੀ ਸਾਧ ਸੰਗਤ, ਉਸੇ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਦੇ ਬੇਦੀ ਬੰਸ਼ ਦੇ ਇਹ ਅਮੋਲਕ ਲਾਲ ਨੇ, ਪੂਰਨ ਮਹਾਂਪੁਰਖ ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਨੇ ਸਿੱਖੀ ਪ੍ਰਚਾਰ ਲਈ ਬਹੁਤ ਵੱਡੀਆਂ ਮੁਹਿੰਮਾਂ ਮਾਰੀਆਂ। ਇਹ ਕਸ਼ਮੀਰ ਅਤੇ ਇੱਧਰ ਰਾਵਲਪਿੰਡੀ ਸਾਈਡ ਸਿੱਖੀ ਪ੍ਰਚਾਰ ਲਈ ਗਏ ਸੀ। ਜਦੋਂ ਗਏ ਤੇ ਭਾਈ ਕਿਰਪਾ ਸਿੰਘ ਦੇ ਘਰ ਵੀ ਪਤਾ ਲੱਗਾ। ਬਾਬਾ ਕਰਮ ਸਿੰਘ ਜੀ ਉਹਨਾਂ ਦੀ ਮਾਸੀ ਜੀ ਸਨ ਨੇੜੇ। ਉਹਨਾਂ ਨੇ ਭੈਣ ਨੂੰ ਕਿਹਾ, ਚੱਲ ਬਾਬਾ ਸਾਹਿਬ ਸਿੰਘ ਜੀ ਹੋਰਾਂ ਦੇ ਦਰਸ਼ਨ ਕਰੀਏ। ਚਲੋ ਚੱਲਦੇ ਹਾਂ, ਕਿਉਂਕਿ ਸਰਦਾਰ ਕਿਰਪਾ ਸਿੰਘ ਦੇ ਘਰ 3 ਬੱਚੀਆਂ ਨੇ ਜਨਮ ਪਹਿਲਾਂ ਲਿਆ ਸੀ। ਚਾਹੁੰਦੇ ਸਨ, ਪੁੱਤਰ ਦੀ ਇੱਛਾ ਰੱਖਦੇ ਸੀ। ਨਿਰੰਕਾਰ ਵੱਲੋਂ ਦਾਤ ਨਾ ਮਿਲੀ ਤੇ ਉਦਾਸ ਰਹਿੰਦੇ ਸੀ। ਮਾਸੀ ਨੇ ਭੈਣ ਨੂੰ ਨਾਲ ਲਿਆ। ਬਾਬਾ ਜੀ ਹੋਰਾਂ ਨੂੰ ਬੇਨਤੀ ਕੀਤੀ, ਜੀ ਕਿਰਪਾ ਕਰੋ, ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਕਿਉਂਕਿ ਜਦੋਂ ਸਾਧੂ ਦੇ ਮੁਖ ਤੋਂ ਬਚਨ ਨਿਕਲ ਗਿਆ, ਉਹ ਪਿਆਰਿਓ ਉਹਨੂੰ ਕਦੇ ਕੋਈ ਟਾਲ ਨਹੀਂ ਸਕਦਾ। ਪੂਰਨ ਸਾਧੂ ਦਾ ਬਚਨ ਜਿਵੇਂ ਮਰਜ਼ੀ ਸਹਿਜ ਸੁਭਾਅ ਮੁਖ ਤੋਂ ਨਿਕਲ ਗਿਆ, ਉਹ ਲੋਕ ਪਰਲੋਕ ਅੰਦਰ ਪ੍ਰਵਾਨ ਹੈ, ਉਹ ਕਦੇ ਮੁੱਕਦਾ ਨਹੀਂ। ਇਹ 'ਚ ਇੱਕ ਗੱਲ ਜ਼ਰੂਰ ਸਮਝਣੀ, ਜਦੋਂ ਕੋਈ ਆਦਮੀ ਬੋਲਦਾ ਉਹਦੇ ਬੋਲ ਮੁਰਦਾ ਨੇ। ਜਦੋਂ ਸਤਿਗੁਰੂ ਜੀ ਬੋਲਣ ਜਾਂ ਸਤਿਗੁਰੂ ਦੇ ਬਖਸ਼ੇ ਕਮਾਈ ਵਾਲਾ ਪੂਰਾ ਸਾਧੂ ਬੋਲੇ, ਉਹਦੇ ਬਚਨ ਜਿਉਂਦੇ ਨੇ। ਮੁਰਦੇ ਤੇ ਜਿਉਂਦੇ ਦਾ ਕੀ ਮਤਲਬ? ਆਪਾਂ ਕੋਈ ਗੱਲ ਕਰਦੇ ਹਾਂ, ਉਹ ਕੇਵਲ ਗੱਲ ਹਵਾ 'ਚ ਕੋਈ ਸ਼ਬਦ ਹੈ। ਸਾਧੂ ਦੇ ਮੁਖ ਤੋਂ ਜਿਹੜਾ ਬਚਨ ਨਿਕਲਿਆ ਏ, ਉਹ ਕਿਸੇ ਦੇ ਅੰਦਰ ਨੂੰ ਜਿਉਂਦਾ ਕਰੇਗਾ। ਤੁਸੀਂ ਵੇਖੋਗੇ ਕਈ ਜਗ੍ਹਾ ਸਾਧੂ ਨੇ ਬਚਨ ਕੀਤੇ ਹੋਏ ਨੇ, ਪਾਣੀ ਮਿੱਠਾ ਆਵੇ ਤੇ ਉਹ ਹਮੇਸ਼ਾ ਲਈ ਮਿੱਠਾ ਹੋ ਜਾਂਦਾ ਹੈ, ਕਿਉਂਕਿ ਜਿਉਂਦਾ ਉਹ ਬਚਨ ਹੈ। ਜਿਉਂਦਾ ਹੀ ਕਿਸੇ ਨੂੰ ਜੀਵਨ ਦੇ ਸਕਦਾ ਹੈ, ਮੁਰਦੇ ਨੇ ਕੀ ਕਿਸੇ ਨੂੰ ਦੇਣਾ। ਬਾਬਾ ਸਾਹਿਬ ਸਿੰਘ ਜੀ ਹੋਰਾਂ ਨੇ ਨਾ ਬਚਨ ਕੀਤਾ। ਕਹਿਣ ਲੱਗੇ, ਕਿਰਪਾ ਸਿੰਘ ਵੀ ਆ ਗਏ, ਮਾਤਾ ਵੀ ਸਨ, ਮਾਸੀ ਵੀ ਸਨ।
ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਪੁੱਤਰ ਬਖਸ਼ਣਗੇ, ਪਰ ਜਦੋਂ ਪਰ ਕਿਹਾ ਤੇ ਸਾਰਾ ਪਰਿਵਾਰ ਥੋੜ੍ਹਾ ਡਰ ਗਿਆ। ਖੁਰੇ ਦਾ ਕੀ ਮਤਲਬ ਹੈ? ਕਹਿਣ ਲੱਗੇ ਘਬਰਾਓ ਨਹੀਂ, ਜਿਹੜਾ ਪੁੱਤਰ ਨਿਰੰਕਾਰ ਨੇ ਤੁਹਾਡੇ ਘਰ ਭੇਜਣਾ ਹੈ, ਜੇ ਉਹਦਾ ਦੁਪਹਿਰ ਵੇਲੇ ਜਨਮ ਹੋਇਆ ਤਾਂ ਇੱਕ ਬਹੁਤ ਵੱਡਾ ਮਹਾਬਲੀ ਸੂਰਬੀਰ ਯੋਧਾ ਬਣੇਗਾ। ਜੇ ਉਹ ਪੁੱਤਰ ਸ਼ਾਮ ਦੇ ਵਕਤ ਉਹਦਾ ਜਨਮ ਹੋਇਆ, ਬਹੁਤ ਵੱਡਾ ਦਾਨੀ ਪੁਰਸ਼ ਹੋਏਗਾ। ਅਤੇ ਜੇ ਉਹ ਸਵੇਰੇ ਜਨਮ ਹੋਇਆ ਅੰਮ੍ਰਿਤ ਵੇਲੇ, ਤੇ ਬਹੁਤ ਵੱਡਾ ਬੰਦਗੀ ਵਾਲਾ ਮਹਾਂਪੁਰਸ਼ ਹੋਏਗਾ, ਜਿਹੜਾ ਅਨੇਕਾਂ ਰੂਹਾਂ ਨੂੰ ਨਾਮ ਜਪਾਏਗਾ। ਬਚਨ ਸੁਣ ਕੇ ਗਦ-ਗਦ ਹੋ ਗਏ। 1826 ਨੂੰ ਬਾਬਾ ਕਰਮ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਏ। ਨਿਰੰਕਾਰ ਦੀ ਕਿਰਪਾ ਸੀ, ਪੁਰਾਣੀਆਂ ਭਗਤੀਆਂ ਸਨ। 6 ਕੁ ਸਾਲ ਦੇ ਹੋਏ। ਗੁਰੂ ਘਰ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, 2 ਬੱਚੇ ਝਗੜ ਪਏ। ਜਦੋਂ ਝਗੜੇ ਨੇ ਇਹਨਾਂ ਨੇ ਛੁਡਾਇਆ, ਉਹ ਬੱਚੇ ਥੋੜ੍ਹਾ ਜ਼ਿਆਦਾ ਗੁੱਸੇ ਵਿੱਚ ਸਨ। ਇੱਕ ਬਹੁਤ ਵਧੀਕੀ ਕਰ ਰਿਹਾ ਸੀ। ਬਾਬਾ ਕਰਮ ਸਿੰਘ ਛੁਡਾਉਂਦਿਆਂ ਇੱਕ ਬੱਚੇ ਨੂੰ ਥੋੜ੍ਹੀ ਸੱਟ ਵੱਜ ਗਈ। ਗ੍ਰੰਥੀ ਸਿੰਘ ਆਏ, ਗੁੱਸੇ ਹੋਏ। ਬਾਬਾ ਕਰਮ ਸਿੰਘ ਨੂੰ ਉਲਟਾ ਉਹਨਾਂ ਬੱਚਿਆਂ ਨੂੰ ਕੁਝ ਨਹੀਂ ਕਿਹਾ। ਜਦੋਂ ਰਾਤ ਸੌਂ ਗਏ, ਗ੍ਰੰਥੀ ਸਿੰਘ ਨੂੰ ਅਕਾਲ ਪੁਰਖ ਨੇ ਸੁਪਨੇ ਵਿੱਚ ਆਵਾਜ਼ ਦਿੱਤੀ। ਕਹਿਣ ਲੱਗੇ, ਸਿੰਘ ਜੀ, ਅੱਜ ਤੋਂ ਬਾਅਦ ਕਰਮ ਸਿੰਘ ਨੂੰ ਕੋਈ ਫਿੱਕਾ ਬੋਲ ਨਹੀਂ ਬੋਲਣਾ, ਉਹਨੂੰ ਬੱਚਾ ਨਾ ਵੇਖੋ। ਇਹ ਬਹੁਤ ਵੱਡੀ ਬੰਦਗੀ ਕਰਨ ਤੋਂ ਬਾਅਦ ਇੱਥੇ ਕਿਸੇ ਖਾਸ ਕਾਜ ਲਈ ਆਏ ਨੇ, ਉਹਨਾਂ ਨੂੰ ਝਿੜਕਣਾ ਨਹੀਂ। ਗ੍ਰੰਥੀ ਸਿੰਘ ਕਹਿੰਦਾ ਵੀ ਮੇਰਾ ਦਿਨੇ ਮਾਰਿਆ, ਐਵੇਂ ਸੁਪਨਾ ਆਇਆ ਹੋਵੇਗਾ। ਮੈਂ ਸੁੱਤੇ ਨੇ ਪਾਸਾ ਲਿਆ, ਯਤਨ ਕੀਤਾ ਨੀਂਦ ਆ ਜਾਏ। ਥੋੜ੍ਹੇ ਜਿਹੇ ਮਿੰਟ ਗੁਜ਼ਰੇ, ਫਿਰ ਉਹੀ ਆਵਾਜ਼। ਮੈਂ ਫਿਰ ਠਾਲੀ। ਤੀਸਰੀ ਵਾਰੀ ਉਹਨੇ ਝੰਜੋੜ ਕੇ ਕਿਹਾ, ਇਹਨੂੰ ਸੁਪਨਾ ਨਾ ਸਮਝ, ਇਹ ਸੱਚ ਹੈ, ਤੂੰ ਕਿਸੇ ਵੱਡੇ ਮਹਾਂਪੁਰਖ ਦਾ ਦਿਲ ਦੁਖਾਇਆ ਹੈ। ਤੈਨੂੰ ਬੱਚਾ ਜਾਪਦਾ ਹੀ। ਕਰੀਏ ਵੀ ਸੀ ਕਿ ਸਾਨੂੰ ਕਿਸੇ ਦਾ ਸਰੀਰ ਵੇਖ ਕੇ ਕਿਵੇਂ ਕੋਈ ਅੰਦਾਜ਼ਾ ਲਾ ਸਕਦਾ ਹੈ ਵੀ ਇਹਦੀ ਕਿੰਨੀ ਕਮਾਈ ਹੈ। ਪਰ ਸਤਿਗੁਰੂ ਜੀ ਹਮੇਸ਼ਾ ਤਾਂ ਹੀ ਸਾਨੂੰ ਸੁਚੇਤ ਕਰਦੇ ਨੇ। ਉਹ ਕਹਿੰਦੇ, ਇੱਕ ਪਾਏ ਦੇਖੋ ਸਭ ਨਾਰੇ, ਕਿਆ ਜਾਣਾ ਸ਼ੈ ਕੌਣ ਪਿਆਰੇ। ਕਹਿੰਦੇ ਸਭਨਾਂ ਨੂੰ ਪਿਆਰ ਕਰੋ, ਪਤਾ ਨਹੀਂ ਜੇ ਕਿਹੜੀ ਰੂਹ ਰੱਬ ਨੂੰ ਪਿਆਰੀ ਲੱਗ ਰਹੀ ਹੋਵੇ। ਸਾਨੂੰ ਜਾਪਦੀ ਆਮ ਜਿਹੀ, ਪਰ ਉਹ ਬਖਸ਼ੀ ਹੋਈ ਰੂਹ ਹੋਵੇ, ਉਹਦਾ ਦਿਲ ਦੁਖਾਇਆ ਤੇ ਰੱਬ ਨੇ ਦੁੱਖ ਜਾਣਾ। ਤਾਂ ਹੀ ਮਹਾਰਾਜ ਕਹਿੰਦੇ ਸਭਨਾਂ ਨੂੰ ਪਿਆਰ ਕਰੋ, ਨਫ਼ਰਤ ਨਾ ਕਿਸੇ ਨੂੰ ਕਰੋ। ਦਿਨ ਚੜ੍ਹਿਆ ਤੇ ਗ੍ਰੰਥੀ ਸਿੰਘ ਉੱਥੋਂ ਉੱਠਿਆ ਤੇ ਉੱਠ ਕੇ ਉਹ ਬੱਚੇ ਕੋਲ ਗਿਆ। ਬਾਬਾ ਕਰਮ ਸਿੰਘ ਹੋਰਾਂ ਨੂੰ ਕਹਿਣ ਲੱਗਾ, ਜੀ ਮੈਨੂੰ ਤੁਸੀਂ ਮਾਫ਼ ਕਰ ਦਿਓ, ਮੇਰੇ ਤੋਂ ਕੱਲ੍ਹ ਗਲਤੀ ਹੋ ਗਈ। ਉਹ ਕਹਿਣ ਲੱਗੇ, ਜੀ ਤੁਸੀਂ ਉਸਤਾਦ ਇਸ ਤਰ੍ਹਾਂ ਦਾ ਕਿਉਂ ਕਹਿ ਰਹੇ ਹੋ, ਤੁਹਾਡਾ ਹੱਕ ਹੀ ਝਿੜਕਣਾ। ਕਹਿਣ ਲੱਗੇ, ਨਹੀਂ, ਜੋ ਕੁਝ ਮੈਂ ਰਾਤ ਵੇਖਿਆ ਹੀ, ਮੈਨੂੰ ਇੱਕ ਵਾਰੀ ਤੁਸੀਂ ਕਹਿ ਦਿਓ ਤੈਨੂੰ ਮਾਫ਼ ਕੀਤਾ, ਮੈਨੂੰ ਤਾਂ ਸ਼ਾਂਤੀ ਮਿਲੇਗੀ। ਬਾਬਾ ਕਰਮ ਸਿੰਘ ਹੋਰਾਂ ਨੇ ਐਸਾ ਹੀ ਕਿਹਾ। ਪਿਆਰਿਓ, ਉੱਥੋਂ ਪਤਾ ਲੱਗਦਾ ਇੱਕ ਰੂਹ ਆਮ ਤੇ ਨਹੀਂ ਸੀ ਨਾ। ਮੈਂ ਗੱਲ ਬਾਅਦ ਦੀ ਫਿਰ ਇੱਕ ਵਾਰ ਕਰਾਂਗਾ, ਪਰ ਦੁਹਰਾਉਣ ਲਈ। ਜਦੋਂ ਬਾਬਾ ਕਰਮ ਸਿੰਘ ਹੋਰਾਂ ਨੇ ਸਰੀਰ ਤਿਆਗਣਾ ਸੀ ਤੇ ਉਹ ਚੇਚਾ ਇੱਕ ਪਿੰਡ ਵਿੱਚ ਮਾਈ ਚੰਨੋ ਦੇ ਘਰ ਗਏ। ਸੈਦੂ ਪਿੰਡ ਸੀ ਉਹਦਾ ਘਰ। ਆਖਿਆ, ਮਾਤਾ ਇੱਥੇ ਅਸੀਂ ਸਰੀਰ ਛੱਡਣਾ ਏ, ਇਹ ਘਰ ਦੀ ਤੁਸੀਂ ਕੀਮਤ ਲੈ ਲਓ ਅਤੇ ਤੁਸੀਂ ਹੋਰ ਜਗ੍ਹਾ 'ਤੇ ਤੁਹਾਨੂੰ ਘਰ ਬਣਾ ਦੇਣਗੇ ਸੇਵਾਦਾਰ, ਘਰ ਸਾਡਾ ਏ। ਸ਼ੰਕਾਵਾਦੀਆਂ ਨੇ ਸ਼ੰਕਾ ਕਰ ਲਿਆ। ਕਹਿਣ ਲੱਗੇ, ਅਸੀਂ ਇਸ ਧਰਤੀ 'ਤੇ ਇਸ ਘਰ ਵਿੱਚ ਬੈਠ ਕੇ ਬਹੁਤ ਲੰਬਾ ਸਮਾਂ ਜਪ ਤਪ ਕਰਦੇ ਰਹੇ ਹਾਂ। ਸ਼ੰਕਾਵਾਦੀ ਨੇ ਕਿਹਾ, ਕਿਵੇਂ ਪਤਾ ਲੱਗੇ? ਕਹਿਣ ਲੱਗੇ, ਜਗ੍ਹਾ ਪੁੱਟੋ, ਥੱਲੇ ਸਾਡੀ ਅਜੇ ਇੱਕ ਲੋਹ ਵੀ ਪਈ ਏ ਅਤੇ ਚਰਨਾਂ 'ਚ ਪਾਉਣ ਵਾਲੀਆਂ ਖਡਾਵਾਂ ਪਊਏ ਵੀ ਪਏ ਨੇ। ਜਗ੍ਹਾ ਪੁੱਟੀ ਅਤੇ ਲੋਹ ਵੀ ਮਿਲ ਗਏ, ਖਡਾਂ ਮਿਲ ਗਏ। ਸਾਰਿਆਂ ਦਾ ਸੀਸ ਝੁਕ ਗਿਆ, ਕਿਉਂਕਿ ਪਿਆਰਿਓ ਅਚਾਨਕ ਤੇ ਨਹੀਂ ਨਾ ਕੋਈ 6 ਸਾਲ ਦੇ ਬੱਚੇ ਲਈ ਰੱਬ ਕਿਸੇ ਦੇ ਰਾਹੀਂ ਆ ਕੇ ਕਵੇ ਵੀ ਉਹਨੂੰ ਝਿੜਕਣਾ ਨੇ। ਇਹ ਖੁਰੇ ਕਿੰਨੇ ਕੁ ਜਨਮ ਲੱਗਦੇ ਨੇ ਪੂਰਨ ਮਹਾਂਪੁਰਸ਼ ਬਣਨ ਲਈ। ਇੱਕ ਤਾਂ ਉਹ ਹੈ ਨਾ ਵੀ ਜਿਹੜਾ ਚੋਲਾ ਪਾ ਕੇ ਸਾਧੂ ਬਣ ਗਿਆ, ਥੋੜ੍ਹਾ ਜਿਹਾ ਚਿਮਟਾ ਕੋਈ ਸਾਜ਼ ਲੈ ਲੈ, 4 ਪੈਸੇ ਇਕੱਠੇ ਕਰਨ ਲਈ ਕੋਈ ਹੋ ਗਿਆ, ਉਹਨਾਂ ਦੀ ਗੱਲ ਨਹੀਂ। ਜਿਹੜੀਆਂ ਦਰਗਾਹੋਂ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਪਤਾ ਨਹੀਂ ਕਿੰਨੇ ਜਨਮ ਕੇ ਕਿੰਨੇ ਯੁੱਗਾਂ ਬਾਅਦ ਉਹਨਾਂ 'ਤੇ ਇਹ ਕਲਾ ਵਰਤਦੀ ਹੈ। ਨਿਰੰਕਾਰ ਦੀ ਬਖਸ਼ਿਸ਼। ਜਦੋਂ ਇੱਕ ਵਾਰ
ਇੱਕ ਵਹਿਮਣ ਜੀ ਔਰਤ ਸੀ, ਉਹਨੇ ਬਾਬਾ ਜੀ ਦੀ ਮਾਤਾ ਨੂੰ ਭੁਲੇਖਾ ਪਾ ਦਿੱਤਾ, ਕੋਈ ਨਾ ਕੋਈ ਭਰਮ ਪਾ ਦਿੱਤਾ, ਇਸ ਬੱਚੇ ਨੂੰ ਕਿਸੇ ਦੀ ਲੱਗ ਜਾਣੀ ਨਜ਼ਰ, ਇਹਨੂੰ ਤੂੰ ਕੱਲਿਆਂ ਰੱਖਣਾ, ਕਿਸੇ ਨੂੰ ਚੁੱਕਣ ਨਹੀਂ ਦੇਣਾ, ਕਈ ਕੁਛ ਪਾ ਦਿੱਤਾ। ਮਾਂ 'ਤੇ ਅਸਰ ਹੋ ਗਿਆ। ਪਿਤਾ ਵੇਖਿਆ ਵੀ ਇਹ ਕੀ ਕਰ ਰਹੀ ਏ, ਉਦਾਸ ਵੀ ਰਹਿੰਦੀ, ਫਿਕਰਾਂ ਵਿੱਚ ਵੀ। ਜਦੋਂ ਪਤਾ ਲੱਗਾ, ਉਹਨਾਂ ਬੜਾ ਸਮਝਾਇਆ। ਮਹਾਰਾਜ ਜੀ ਨੂੰ ਮੰਨਣ ਵਾਲੇ ਕਿਹੜੇ ਵਹਿਮਾਂ ਭਰਮਾਂ 'ਚ ਪੈ ਗਏ, ਉਹ ਮੰਨੀ ਨਹੀਂ। ਫਿਰ ਇੱਕ ਅਚਾਨਕ ਸਾਧੂ ਘਰ ਹੁੰਦਾ ਹੈ, ਉਹਦੇ ਚਿੱਟੇ ਬਸਤਰ ਪ੍ਰਵੇਸ਼ ਕਰਕੇ ਕਹਿੰਦੇ, ਮਾਂ ਬੇਟਾ ਕਿੱਥੇ? ਉਹ ਖੇਡ ਰਿਹਾ ਹੈ। ਉਹਨੇ ਚੁੱਕ ਲਿਆ, ਨੇ ਛੇਤੀ ਨਾਲ ਪਿਆਰ ਦਿੱਤਾ ਅਤੇ ਕਹਿਣ ਲੱਗੇ, ਮਾਂ ਤੂੰ ਐਵੇਂ ਵਹਿਮ ਭਰਮ ਕਰਦੀ, ਇਸ ਬੱਚੇ ਨੂੰ ਕਿਸੇ ਦੀ ਨਜ਼ਰ ਨਹੀਂ ਲੱਗਣੀ, ਇਹਦੀ ਨਜ਼ਰ ਲੱਗੇਗੀ ਕਿਸੇ ਨੂੰ ਉਹਦੇ ਪਾਪ ਧੁੱਪ ਜਾਣਗੇ, ਇਹਦੀ ਨਜ਼ਰ ਲੱਗੇਗੀ ਕਿਸੇ ਨੂੰ ਉਹਦਾ ਜਨਮ ਮਰਨ ਦਾ ਗੇੜ ਕੱਟਿਆ ਜਾਏਗਾ, ਇਹਦੀ ਨਜ਼ਰ ਲੱਗੇਗੀ ਕਿਸੇ ਨੂੰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਕਦੇ ਭਰਮ ਨਹੀਂ ਕਰਨਾ। ਮਾਂ ਇੱਕਦਮ ਸੁਣ ਜੀ ਖੋਈਏ, ਕੌਣ ਹੈ ਜਿਹੜਾ ਬਚਨ ਕਰ ਰਿਹਾ? ਖਲੋਤੀ ਹੱਥ ਜੋੜ ਕੇ ਬੱਚੇ ਨੂੰ ਲਾਇਆ। ਮਹਾਤਮਾ ਬਾਹਰ ਨਿਕਲੇ, ਦੌੜ ਕੇ ਗਈ, ਮੈਂ ਕੋਈ ਸੇਵਾ ਕਰਾਂ, ਤੇ ਅਲੋਪ ਹੋ ਚੁੱਕੇ ਸੀ। ਗੁਰੂ ਕੇ ਪਿਆਰਿਓ, ਬੜੇ ਪਿਆਰਾ ਜਿਹਾ ਜੀਵਨ ਬਾਬਾ ਕਰਮ ਸਿੰਘ ਸਾਹਿਬ ਜੀ ਦਾ। 15 ਕੁ ਸਾਲ ਦੀ ਉਮਰ ਹੋਈ ਅਤੇ ਇਸ ਇਲਾਕੇ ਵਿੱਚ ਇੱਕ ਸੰਤ ਰਾਮ ਸਿੰਘ ਜੀ ਵਰਕਤ ਆਏ, ਜਿਹੜੇ ਬਾਬਾ ਮਹਾਰਾਜ ਸਿੰਘ ਜੀ ਦੀ ਸੰਗਤ ਕਰਦੇ ਸਨ। ਜਦੋਂ ਆਏ, ਸੰਗਤ ਜੁੜੀ, ਮਹਾਰਾਜ ਜੀ ਦੇ ਘਰ ਦੇ ਬਚਨ ਵਿਲਾਸ ਕਰ ਰਹੇ ਸਨ। ਬਹੁਤ ਸਾਰੀ ਸੰਗਤ ਬੈਠੀ ਏ। ਉਹਨਾਂ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ, ਜੀਓ ਸਤਿਗੁਰਾਂ ਦੀ ਖੁਸ਼ੀ ਲੈਣੀ ਹੋਵੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਮਹਾਂਪੁਰਸ਼ ਕਹਿਣ ਲੱਗੇ, ਸੇਵਾ ਕਰਨੀ ਚਾਹੀਦੀ ਏ। ਸੇਵਾ ਉਹਨਾਂ ਨੇ 4 ਹਿੱਸਿਆਂ 'ਚ ਵੰਡ ਕੇ ਸਮਝਾਈ। ਕਹਿੰਦੇ, ਪਹਿਲੇ ਮਾਤਾ ਪਿਤਾ ਦੀ, ਦੂਸਰੀ ਗੁਰਮੁਖ ਸਾਧੂ ਲੋਕਾਂ ਦੀ, ਕਿਉਂਕਿ ਮਾਤਾ ਪਿਤਾ ਦੀ ਸੇਵਾ ਉਹਨਾਂ ਨੇ ਪਾਲਿਆ ਪੋਸਿਆ ਹੈ। ਸੰਤ ਜਨਾਂ ਦੀ ਸੇਵਾ ਉਹ ਰੱਬ ਨਾਲ ਜੋੜਦੇ ਹਨ, ਮਹਾਰਾਜ ਜੀ ਦੀ ਵਡਿਆਈ ਪ੍ਰਗਟ ਕਰਦੇ ਹਨ। ਤੀਸਰੀ ਹੈ ਸਾਧ ਸੰਗਤ ਦੀ, ਜਿੱਥੋਂ ਧੰਨ ਗੁਰੂ ਨਾਨਕ ਸਾਹਿਬ ਬਖਸ਼ਾਂ ਦੇ ਭੰਡਾਰ ਦੇ ਇਹ ਸੰਗਤ 'ਚ ਬੁਲਾ ਕੇ। ਅਤੇ ਚੌਥੀ ਹੈ ਕਿਸੇ ਗਰੀਬ ਅਤੇ ਲੋੜਵੰਦ ਦੀ। ਉਹ ਕਹਿਣ ਲੱਗੇ, ਜੀ ਸੇਵਾ ਕਿਵੇਂ ਕਰਨੀ ਚਾਹੀਦੀ? ਮਹਾਂਪੁਰਸ਼ ਕਹਿਣ ਲੱਗੇ, ਤਨ ਮਨ ਧਨ 3 ਤਰੀਕੇ ਨੇ ਸੇਵਾ ਦੇ। ਤਨ ਸਰੀਰ ਨਾਲ ਸੇਵਾ ਕਰਨੀ, ਮਨ ਨਾਲ ਦੀ ਸੇਵਾ ਮਤਲਬ ਸੇਵਾ ਕਰਦਿਆਂ ਕੋਈ ਵੱਧ ਘੱਟ ਬੋਲੇ, ਅਪਮਾਨ ਕਰੇ, ਗੁੱਸਾ ਨਹੀਂ ਕਰਨਾ, ਨਿਮਰਤਾ ਵਿੱਚ ਰਹਿਣਾ। ਮਹਾਰਾਜ ਕਹਿੰਦੇ ਨਾ, ਗੁਰ ਕੀ ਆਗਿਆ ਮਨ ਮੈਂ ਸਹਿਣਾ। ਅਤੇ ਧਨ ਦੌਲਤ ਨਾਲ ਜੋ ਕਮਾਈ 'ਚੋਂ ਥੋੜ੍ਹਾ ਬਹੁਤਾ ਤੁਹਾਡੇ ਕੋਲ ਸਰਬਣ ਆਵੇ, ਸੇਵਾ ਕਰਨੀ। ਪਰ ਕਹਿੰਦੇ ਸਾਡੇ ਭਾਗਾਂ 'ਚ ਨਾ ਮਾਤਾ ਪਿਤਾ ਦੀ ਸੇਵਾ ਨਹੀਂ ਸੀ। ਇਹ ਗੱਲ ਕਹਿ ਕੇ ਉਹ ਚੁੱਪ ਹੋ ਗਏ। ਹੁਣ ਇਹ ਸਾਰੀ ਸੰਗਤ 'ਚ ਬਾਬਾ ਕਰਮ ਸਿੰਘ ਜੀ ਵੀ ਬੈਠੇ ਸਨ। ਸੰਗਤ ਨੇ ਪੁੱਛਿਆ, ਜੀ ਕੀ ਕਾਰਨ? ਆਪ ਜੀ ਕਿਉਂ ਚੁੱਪ ਹੋ ਗਏ, ਖਾਮੋਸ਼ ਕਿਉਂ ਆਪ ਜੀ ਹੋ ਗਏ? ਤੁਸੀਂ ਕਿਰਪਾ ਕਰੋ, ਇਸ ਗੱਲ ਨੂੰ ਖੋਲ੍ਹੋ। ਕਹਿਣ ਲੱਗੇ, ਜੀ ਸਾਡੇ ਇਲਾਕੇ ਵਿੱਚ ਇੱਕ ਬਿਰਧ ਮਹਾਂਪੁਰਸ਼ ਆਏ। ਉਹਨਾਂ ਨੇ ਪਿੰਡਾਂ ਵਿੱਚ ਸੰਗਤਾਂ ਨੂੰ ਜੋੜਿਆ। ਉਹਨਾਂ ਦੇ ਦਰਸ਼ਨਾਂ ਨੇ ਇਹੋ ਜਿਹੀ ਖਿੱਚ ਪਾਈ, ਉਹਨਾਂ ਦੇ ਬਚਨ ਸੁਣ ਕੇ ਅੰਦਰ ਸੱਚੇ ਸਾਈਂ ਦੇ ਪਿਆਰ ਵਿੱਚ ਭਿੱਜ ਗਿਆ। ਇੰਨਾ ਬੈਰਾਗ ਲੱਗਾ, ਇੰਨਾ ਲੱਗਾ ਬੈਰਾਗ ਵੀ ਜੀਵਨ ਕਾਹਦੇ ਨਹੀਂ ਮਿਲਿਆ ਹੈ। ਘਰ ਛੱਡ ਕੇ ਬਾਬਾ ਮਹਾਰਾਜ ਸਿੰਘ ਜੀ ਕੋਲ ਆ ਗਏ। ਅੱਜ ਤੱਕ ਕਹਿੰਦੇ ਉਹਨਾਂ ਦੀ ਕਿਰਪਾ ਨਾਲ ਦਿਨੇ ਰਾਤ ਉਹਦੇ ਪਿਆਰਾਂ ਵਿੱਚ ਰੰਗੇ ਹਾਂ, ਪਰ ਮਾਪਿਆਂ ਦੀ ਸੇਵਾ ਤੋਂ ਮੈਂ ਵਾਂਝਾ ਰਹਿ ਗਿਆ। ਜਦੋਂ ਸਾਰਿਆਂ ਨੇ ਸੁਣੀ ਗੱਲ, ਹਰ ਕਿਸੇ ਨੇ ਕਿਹਾ ਮਾਪਿਆਂ ਦੀ ਸੇਵਾ ਬਹੁਤ ਜ਼ਰੂਰੀ ਹੈ। ਪਰ ਬਾਬਾ ਕਰਮ ਸਿੰਘ ਜਿਉਂ-ਜਿਉਂ ਬਚਨ ਸੁਣਦੇ ਜਾਣ, ਤਿਉਂ ਜਿਹੜੀ ਪੂਰਬਲੀ ਕਮਾਈ ਸੀ ਉਹ ਜਾਗਦੀ ਜਾਵੇ। ਬਾਬਾ ਕਰਮ ਸਿੰਘ ਬੈਠੇ ਨੇ, ਨੇਤਰ ਬੰਦ ਨੇ, ਹੱਥ ਜੁੜੇ ਹੋਏ ਨੇ, ਅਤੇ ਚਰਨ ਚਰਨ ਕਰਕੇ ਨੇਤਰਾਂ 'ਚੋਂ ਪਾਣੀ ਜਾਈ ਜਾ ਰਿਹਾ। ਬਹੁਤ ਬੈਰਾਗ ਵਿੱਚ ਕਿੰਨਾ ਚਿਰ ਇਸੇ ਤਰ੍ਹਾਂ ਅਡੋਲ ਬੈਠੇ ਰਹੇ। ਬਾਬਾ ਰਾਮ ਸਿੰਘ ਦੀ ਨਿਗਾਹ ਪਈ। ਉਹਨਾਂ ਨੇ ਆਖਿਆ, ਬੇਟਾ ਤੂੰ ਜਵਾਨੀ ਵਿੱਚ ਅਜੇ ਪੈਰ ਧਰ ਰਹੇ ਹੈ, ਹੁਣੇ ਹੀ ਤੇਰੇ ਅੰਦਰ ਇਹੋ ਜਿਹੀ ਲਗਨ ਕਿਵੇਂ ਲੱਗ ਗਈ? ਲਾਈ ਵੀ ਆਪੇ ਨੇ, ਪੁੱਛਦੇ ਵੀ ਆਪ ਹੀ ਨੇ। ਸਾਧ ਸੰਗਤ ਕਿਉਂਕਿ ਸਤਿਗੁਰੂ ਵਿਧੀਆਂ ਬਣਾਉਂਦੇ ਨੇ, ਤਾਂ ਹੀ ਕਹਿੰਦੇ ਜਿੱਥੇ ਕੋਈ ਰੱਬ ਦੀ ਬਾਤ ਕਰੇ ਉੱਥੇ ਜ਼ਰੂਰ ਜਾਓ। ਜਿੱਥੇ ਕੋਈ ਰੱਬ ਤੋਂ ਦੂਰ ਕਰੇ, ਸਤਿਗੁਰੂ ਤੋਂ ਦੂਰ ਕਰੇ, ਉੱਥੇ
ਭੁੱਲ ਕੇ ਵੀ ਨਾ ਜਾਓ, ਕਿਉਂਕਿ ਨਿਰੰਕਾਰ ਜਦੋਂ ਬਖਸ਼ਾਂ ਕਰਦਾ ਏ, ਉਹ ਪਤਾ ਨਹੀਂ ਕਿਹਦੇ ਰਾਹੀਂ ਤੇ ਕਿਹੜੀ ਜਗ੍ਹਾ 'ਤੇ ਉਹਨੇ ਇਹ ਕਲਾ ਵਰਤਾਣੀ ਹੁੰਦੀ ਏ। ਸਤਿਗੁਰੂ ਜੀ ਨੇ ਮਿਹਰ ਕੀਤੀ ਕੁਝ ਇਹੋ ਜਿਹੀ। ਬਾਬਾ ਕਰਮ ਸਿੰਘ ਜੀ ਕਹਿਣ ਲੱਗੇ, ਜੀਓ ਬਸ ਜੋੜ ਲਵੋ ਪ੍ਰਭੂ ਤੇ ਚਰਨਾਂ ਨਾਲ, ਜ਼ਿੰਦਗੀ 'ਚ ਕੇਵਲ ਇੱਕੋ ਰੱਬ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਉਹਨਾਂ ਬੜੀਆਂ ਅਸੀਸਾਂ ਦਿੱਤੀਆਂ, ਉਹ ਚਲੇ ਗਏ। ਪਰ ਬਾਬਾ ਕਰਮ ਸਿੰਘ ਹੁਣ ਉਹ ਨਾ ਰਹੇ ਜਿਹੜੇ 15 ਸਾਲ ਤੱਕ ਸਨ। 15 ਸਾਲ ਅਜੇ ਦੁਨੀਆਦਾਰੀ ਵਿੱਚ ਸਨ, ਬਾਹਰੋਂ ਜਾਪਦੇ, ਪਰ ਪਹਿਲੀ ਕਮਾਈ ਤੇ ਨਾਲ ਹੀ ਸੀ। ਰੱਬ ਨੇ ਬਹਾਨਾ ਬਣਾ ਕੇ ਉਹਨੂੰ ਪ੍ਰਗਟ ਕੀਤਾ। ਬਸ ਇਹੋ ਜਿਹੇ ਜੁੜੇ 18 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਏ। ਜਦੋਂ ਭਰਤੀ ਹੋਏ ਨੇ ਤੇ ਭਰਤੀ ਹੋ ਕੇ ਵੀ ਇਹਨਾਂ ਦਾ ਅੰਦਰ ਦਿਨੇ ਰਾਤ ਨਾਮ ਜਪਣ ਤੇ, ਰਾਤ ਨੂੰ ਫੌਜੀ ਵੀਰਾਂ ਨੇ ਝੂਠੇ ਭਾਂਡੇ ਆਪੋ ਆਪਣੇ ਮੰਜਿਆਂ ਥੱਲੇ ਰੱਖ ਛੱਡਣੇ, ਸਵੇਰੇ ਧੋ ਲਾਂਗੇ। ਇਹਨਾਂ ਨੇ ਰਾਤ ਚੋਰੀ ਉਹਨਾਂ ਦੇ ਭਾਂਡੇ ਧੋਣੇ, ਉੱਥੇ ਜਗ੍ਹਾ ਟਿਕਾ ਦੇਣੇ। ਫੌਜੀਆਂ ਨੂੰ ਪਤਾ ਲੱਗਾ ਕੌਣ ਧੋਂਦਾ, ਪਹਿਰਾ ਦਿੱਤਾ ਤੇ ਪਹਿਰਾ ਦੇ ਕੇ ਵੇਖੇ ਤੇ ਬਾਬਾ ਕਰਮ ਸਿੰਘ ਜੀ ਨੇ ਕਹਿਣ ਲੱਗੇ, ਯਾਰ ਇੱਕ ਤਾਂ ਤੁਸੀਂ ਬਾਣੀ ਬਹੁਤ ਪੜ੍ਹਦੇ ਹੋ, ਨਾਮ ਜਪਦੇ ਹੋ, ਇਹ ਸਾਡੇ 'ਤੇ ਭਾਰ ਕਿਉਂ ਚਾੜਦੇ ਹੋ? ਕਿਉਂਕਿ ਸਤਿਕਾਰ ਹੋਣਾ ਹੀ ਹੁੰਦਾ ਨਾਮ ਜਪਣ ਵਾਲੇ ਦਾ। ਜਿੱਥੇ ਵੀ ਕੋਈ ਚਲਾ ਜਾਵੇ, ਮਰਜੀ ਕਾਦਰ ਦੀ ਕੁਦਰਤ 'ਤੇ ਬੰਦਗੀ ਕਰੋ, ਆਪਣੇ ਆਪ ਹੀ ਕੁਦਰਤ ਤੁਹਾਡਾ ਅਦਬ ਸਤਿਕਾਰ ਕਰਾਉਣਾ ਸ਼ੁਰੂ ਕਰ ਦਿੰਦੀ ਹੈ। ਸਾਰੇ ਫੌਜੀ ਬੜਾ ਅਦਬ ਸਤਿਕਾਰ ਕਰਦੇ ਸਨ। ਆਖਿਆ ਅੱਜ ਤੋਂ ਬਾਅਦ ਇਹ ਨਾ ਕਰਿਓ, ਅਸੀਂ ਰਾਤ ਨੂੰ ਭਾਂਡੇ ਮਾਂਜ ਕੇ ਸਵਾਂਗੇ। ਇਹੋ ਜਿਹੀਆਂ 2 ਘਟਨਾ ਘਟੀਆਂ, ਜਿਸ ਤੋਂ ਬਾਅਦ ਬਾਬਾ ਜੀ ਨੇ ਇਹ ਦੁਨੀਆ ਦੀ ਕਿਰਤ ਨੂੰ ਛੱਡ ਕੇ ਕੇਵਲ ਜਿਸ ਕੰਮ ਲਈ ਆਏ ਸੀ ਉੱਥੋਂ ਜੀਵਨ ਪ੍ਰਾਰੰਭ ਕਰ ਦਿੱਤਾ। ਇੱਥੇ ਇੱਕ ਚੇਤਾ ਰੱਖਣਾ ਪਿਆਰਿਓ, ਸਾਧੂਆਂ ਦੀ ਸੰਗਤ ਵਿੱਚੋਂ ਹੀ ਚੀਜ਼ਾਂ ਮਿਲਦੀਆਂ ਨੇ, ਵਿਦਵਾਨਾਂ ਕੋਲੋਂ ਨਹੀਂ। ਜੋ ਕੁਛ ਵਿਦਵਾਨਾਂ ਕੋਲੋਂ ਮਿਲਦਾ ਹੈ ਕੁਝ ਹੋਰ ਏ, ਸਾਧੂਆਂ ਕੋਲ ਮਿਲਦਾ ਕੁਝ ਹੋਰ ਏ। ਦੋਨਾਂ ਦੀ ਜ਼ਰੂਰਤ ਹੈ, ਵਿੱਦਿਆ ਵੀ ਚਾਹੀਦੀ, ਬੰਦਗੀ ਵੀ ਚਾਹੀਦੀ, ਸਾਧ ਸੰਗਤ। ਪਰ ਜ਼ਿੰਦਗੀ ਦਾ ਭਲਾ ਇਸੇ ਵਿੱਚ ਏ ਵੀ ਜਿਹੜੀ ਚੀਜ਼ ਉਹਦੇ ਨਾਲ ਜੋੜੇ, ਕੋਈ ਵੀ ਜੋੜੇ, ਬਸ ਉਹ ਜੁੜਨ ਵਾਲੇ ਦਾ ਅਦਬ ਸਤਿਕਾਰ ਕਰੀਏ। ਹੋਇਆ ਕਿ 2 ਘਟਨਾਵਾਂ 1857 ਵਿੱਚ ਜਦੋਂ ਗਦਰ ਮੱਚਿਆ ਸੀ, ਉਦੋਂ ਜਿੱਤਦੇ ਹਿੰਦੁਸਤਾਨੀ ਅੰਗਰੇਜ਼ਾਂ ਨੇ ਫਿਰ ਹਰਾ ਦਿੱਤੇ। ਉਹਨਾਂ ਨੇ ਕਿਹੜ ਕੱਢਣ ਲਈ ਜੰਗ ਜਿੱਤ ਕੇ ਇੱਕ ਦਿਨ ਛੁੱਟੀ ਦੇ ਦਿੱਤੀ ਫੌਜੀਆਂ ਨੂੰ, ਵੀ 24 ਘੰਟੇ ਤੁਸੀਂ ਜੋ ਮਰਜ਼ੀ ਲੁੱਟ ਲਵੋ, ਹਮਲਾ ਕਰੋ, ਕੋਈ ਕੇਸ ਨਹੀਂ ਹੋਏਗਾ। ਫੌਜੀਆਂ ਤੇ ਸਿਪਾਹੀਆਂ ਨੂੰ ਖੁਸ਼ੀ ਕਰਨ ਲਈ, ਖੁਸ਼ੀਆਂ ਦੇਣ ਲਈ ਇਹ ਕੰਮ ਕੀਤਾ ਗਿਆ। ਪਰ ਫੌਜੀਆਂ ਸਿਪਾਹੀਆਂ ਨੇ ਬੜੀ ਤਬਾਹੀ ਮਚਾਈ। ਹਰ ਘਰ ਵਿੱਚੋਂ ਪੈਸਾ ਲੁੱਟਿਆ, ਇੱਜ਼ਤ ਲੁੱਟੀ, ਕਈ ਘਰ ਸਾੜੇ ਗਏ। ਬਾਬਾ ਕਰਮ ਸਿੰਘ ਤੇ ਨਾਲ ਭਾਈ ਲਾਲ ਸਿੰਘ ਜੀ ਫੌਜ ਵਿੱਚ ਸਨ, ਕਿਉਂਕਿ ਉਹਨਾਂ ਦੇ ਜਾਮਣ ਬਾਬਾ ਕਰਮ ਸਿੰਘ ਜੀ ਬਣੇ ਸੀ। ਫੌਜ ਜਦੋਂ ਉਹਨਾਂ ਨੂੰ ਭਰਤੀ ਹੋਣਾ ਸੀ, ਉਹਨਾਂ ਦੀ ਕੋਈ ਜਾਮਣੀ ਦੇਣ ਵਾਲਾ ਨਹੀਂ ਸੀ। ਪਿੰਡ ਵਿੱਚੋਂ ਉਦਾਸ ਖੜੇ ਤੇ ਪੁੱਛਿਆ, ਕਿਉਂ ਜੀ ਕੋਈ ਜਾਮਨ ਨਹੀਂ? ਬਾਬਾ ਕਰਮ ਸਿੰਘ ਜੀ ਕਹਿਣ ਲੱਗੇ, ਦੀ ਜਾਮਨੀ ਅਸੀਂ ਦੇਨੇ ਹਾਂ। ਉਹ ਕੇਵਲ ਨੌਕਰੀ ਦੀ ਜਾਮਣੀ ਨਾ ਰਹਿ ਗਈ, ਦਰਗਾਹ ਦੀ ਜਾਮਣੀ ਬਣ ਗਈ। ਜਿਵੇਂ ਕਿਧਰੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਕਿਹਾ ਸੀ, ਦਮਦਮਾ ਸਾਹਿਬ ਸਰੋਵਰ ਦੀ ਸੇਵਾ ਕਰੋ ਸੰਗਤ ਜੀ, ਜਿਹੜਾ ਇੱਕ ਵੀ ਟੋਕਰੀ ਮਿੱਟੀ ਦੀ ਇਹ ਸਰੋਵਰ ਦੀ ਚੁੱਕ ਕੇ ਸੇਵਾ ਕਰੇਗਾ, ਦਰਗਾਹ ਵਿੱਚ ਅਸੀਂ ਉਹਦੇ ਜਾਮਨ ਬਣਾਂਗੇ। ਪਿਆਰਿਓ, ਬਣਦੇ ਨੇ। ਮੇਰੇ ਸਤਿਗੁਰਾਂ ਨੇ ਐਵੇਂ ਨਹੀਂ ਕਿਹਾ, ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਨਿਰੰਕਾਰ ਦੀ ਪਿਆਰਿਓ ਹੁਕਮ ਹੈ, ਉਹਦੇ ਹੁਕਮ ਦੀ ਖੇਡ। ਜਿਹੜਾ ਵੀ ਕਿਸੇ ਪੂਰਨ ਸਾਧੂ ਦੀ ਸੰਗਤ ਕਰਦਾ ਏ, ਜਦੋਂ ਰੂਹ ਜਾਂਦੀ ਸਰੀਰ ਛੱਡ ਕੇ, ਨਿਰੰਕਾਰ ਬਕਾਇਦਾ ਪੁੱਛਦਾ ਕਿਹਦੀ ਸੰਗਤ ਕੀਤੀ ਹੈ, ਉਹ ਉੱਥੇ ਹਾਜ਼ਰ ਹੁੰਦਾ। ਖੈਰ, ਇਹ ਵੱਖਰਾ ਵਿਸ਼ਾ। ਮੈਂ ਬੇਨਤੀ ਕਰਨ ਲੱਗਾ ਸੀ, ਬਾਬਾ ਕਰਮ ਸਿੰਘ ਜੀ ਦਿੱਲੀ ਦੇ ਬਾਜ਼ਾਰਾਂ ਵਿੱਚ ਬੜੇ ਉਦਾਸ ਅਰਦਾਸ ਵਿੱਚ ਜੁੜੇ ਨੇ ਨਿਰੰਕਾਰ। ਇਹ ਜਿਹੜੇ ਰਾਖੇ ਸਨ ਅੱਜ ਇਹੀ ਵਾੜ ਨੂੰ ਖਾ ਰਹੇ ਨੇ। ਮਹਾਰਾਜ ਤਰਸ ਕਰੋ। ਇੱਕ ਘਰ ਵਿੱਚੋਂ ਕਿਸੇ ਬੀਬਾ ਦੀ ਬੜੀ ਦਰਦ ਭਰੀ ਆਵਾਜ਼ ਆਈ। ਆਵਾਜ਼ ਨੂੰ ਸੁਣ ਕੇ ਬਾਬਾ ਕਰਮ ਸਿੰਘ ਜਿਹੜੇ ਪਹਿਲਾਂ ਹੀ
ਬਾਜ਼ਾਰ ਅੰਦਰ ਕਿਸੇ ਹੋਰ ਰੰਗਾਂ ਵਿੱਚ ਤੁਰ ਰਹੇ ਸਨ ਵੀ ਕਿਹਦੀ ਮਦਦ ਕਰੀਏ, ਕਿਵੇਂ ਮਦਦ ਹੋ ਸਕੇ, ਕਿਵੇਂ ਲੋਕੀ ਇਸ ਉਪੱਦਰ ਤੋਂ ਬਚ ਸਕਣ। ਬੀਬਾ ਦੀ ਦਰਦਮਈ ਆਵਾਜ਼ ਆਈ, ਕਹਿਣ ਲੱਗੀ, ਗੁਰੂ ਨਾਨਕ ਸਾਹਿਬ ਜੀ ਦਾ ਸਿੱਖਾ, ਸਾਡੀ ਅੱਜ ਇੱਜ਼ਤ ਤੇਰੇ ਖਾਤੇ, ਅੱਜ ਕੋਈ ਰਾਖਾ ਨਹੀਂ ਹੋ ਧਰਤੀ ਤੇ, ਤੂੰ ਹੀ ਅੱਜ ਆਪ ਸਾਡੇ ਲਈ ਅੱਲਾ ਬਣ ਕੇ ਸਾਨੂੰ ਲੱਗਦਾ ਤੁਰਿਆ ਆ ਰਹੇ। ਘਰ ਦੇ ਸਾਡੇ ਬੰਦੇ, ਘਰ ਨਹੀਂ, ਸਾਡੀ ਇੱਜ਼ਤ ਬਚਾਓ। ਬਾਬਾ ਕਰਮ ਸਿੰਘ ਕਹਿਣ ਲੱਗੇ, ਧੀਏ ਚਲੋ ਅੰਦਰ। ਬੱਚੀ ਚਲੀ ਗਈ, ਕਿਉਂਕਿ ਉਸ ਘਰ ਬੱਚੀ ਦੇ ਉੱਪਰ ਹਮਲਾ ਹੋ ਚੁੱਕਾ ਸੀ। ਬਾਬਾ ਕਰਮ ਸਿੰਘ ਨੇ ਛੁਡਾਇਆ, ਮਾਂ ਨੇ ਤਰਲਾ ਲਿਆ, ਬਾਕੀ ਭੱਜ ਗਏ। ਫਿਰ ਉੱਥੇ ਪਹਿਰੇਦਾਰ ਬਣ ਕੇ ਖਲੋਤੇ ਰਹੇ। ਸਾਰਾ ਦਿਨ ਪਹਿਰਾ ਦਿੱਤਾ, ਠੰਡ ਢੰਡੋਰਾ ਖੋਇਆ। ਵਾਪਸ ਕਰਦੇ ਆਏ, ਬਾਬਾ ਕਰਮ ਸਿੰਘ ਤੁਰਨ ਲੱਗੇ, ਨਾ ਰੋਕ ਲਿਆ। ਅਦਬ ਨਾਲ ਬਿਠਾ ਕੇ ਮੋਤੀਆਂ ਦਾ ਥਾਲ, ਗਹਿਣਿਆਂ ਦਾ ਥਾਲ, ਬਹੁਤ ਸਾਰੀ ਮਾਇਆ ਲੈ ਕੇ, ਰੋ ਰੋ ਕੇ ਸ਼ੁਕਰਾਨੇ ਵਿੱਚ ਮੱਥਾ ਟੇਕ ਕੇ, ਸਿਰ ਝੁਕਾ ਕੇ ਬਜ਼ੁਰਗ ਕਹਿਣ ਲੱਗਾ, ਥੋੜ੍ਹੀ ਜਿਹੀ ਭੇਟਾ ਪ੍ਰਵਾਨ ਕਰੋ। ਬਾਬਾ ਕਰਮ ਸਿੰਘ ਜੀ ਨੇ ਨਾ ਕੀਤੀ, ਕਹਿੰਦੇ ਬਿਲਕੁਲ ਨਹੀਂ, ਇਹਦੇ ਲਈ ਥੋੜ੍ਹਾ ਕੁਝ ਕੀਤਾ ਏ। ਗੁਰੂ ਨਾਨਕ ਸਾਹਿਬ ਜੀ ਦਾ ਧਰਮ ਏ, ਉਹ ਸਾਰੇ ਜਗਤ ਨੂੰ ਪਿਆਰ ਕਰਦੇ ਨੇ। ਕਿਸੇ ਦਾ ਦੁੱਖ ਉਹ ਆਪਣਾ ਦੁੱਖ ਕਹਿੰਦੇ, ਵੇਖੋ ਕਿਸੇ ਦਾ ਸੁੱਖ ਸਾਡਾ ਆਪਣਾ ਸੁੱਖ ਏ। ਆਪਣੀ ਭੈਣ ਭਰਾਵਾਂ ਦੀ ਅਸੀਂ ਰਾਖੀ ਕੀਤੀ ਏ, ਧੰਨ ਭਾਗ ਸਾਨੂੰ ਸੇਵਾ ਮਿਲ ਗਈ ਹੈ, ਮੈਨੂੰ ਇਹਨਾਂ 'ਚੋਂ ਕੁਝ ਨਹੀਂ ਚਾਹੀਦਾ। ਬਜ਼ੁਰਗ ਨੇ ਜ਼ੋਰ ਲਾ ਜਦੋਂ ਨਾ ਮੰਨੇ, ਕਹਿਣ ਲੱਗੇ, ਹੇ ਮੇਰੇ ਅੱਲਾ ਤਾਲਾ ਮਿਹਰ ਕਰੀ ਅੱਜ। ਕਹਿਣ ਲੱਗੇ, ਜਾ ਕਰਮ ਸਿਆਂ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਸਾਡੀ ਇੱਜ਼ਤ ਬਚਾਈ ਆ, ਦੁਨੀਆ ਦੀ ਦੌਲਤ ਨੂੰ ਠੋਕਰ ਮਾਰ ਰਿਹਾ ਏ, ਉਹ ਗੁਰੂ ਨਾਨਕ ਸਾਹਿਬ ਦੋ ਜਖਾਨਾਂ ਦੀ ਦੌਲਤ ਤੇਰੀ ਝੋਲੀ ਪਾਣ। ਅੱਲਾ ਤਾਲਾ ਤੇਰੇ ਤੇ ਕਰਮ ਕਰੇ, ਤੇਰਾ ਨਾਂ ਵੀ ਕਰਮ, ਤੇਰੇ ਤੇ ਕਰਮ ਕਰੇ, ਬਖਸ਼ਿਸ਼ ਕਰੇ। ਬਖਸ਼ਾਂ ਦੀ ਝੋਲੀ ਭਰੀ ਗਈ। ਸਤ ਸੰਗਿਓ, ਬਾਅਦ ਵਿੱਚ ਅੰਗਰੇਜ਼ ਸਰਕਾਰ ਨੂੰ ਪਤਾ ਲੱਗਾ ਇਹਨਾਂ ਨੇ ਕੁਛ ਨਹੀਂ ਲੁੱਟਿਆ, ਖੁਸ਼ ਹੋ ਕੇ 200 ਰੁਪਈਆ ਇਨਾਮ ਵੀ ਦਿੱਤਾ ਸੀ, ਪਰ ਇਸ ਘਟਨਾ ਨੇ ਅੰਦਰ ਨੂੰ ਖਿਲਾ ਕੇ ਰੱਖ ਦਿੱਤਾ। ਬੰਦਾ ਇਤਨਾ ਜ਼ੁਲਮ ਕਰਦਾ, ਇਤਨਾ ਉਪੱਦਰ ਕਰਦਾ ਹੈ। ਜਦੋਂ ਉਹਨਾਂ ਨੇ ਛੁੱਟੀ ਦਿੱਤੀ ਵੀ ਘਰਾਂ ਨੂੰ ਮਿਲ ਆਓ, ਇਹ ਵੀ ਕਰ ਗਏ। ਰੱਬ ਨੇ ਬਹਾਨਾ ਬਣਾਉਣਾ ਸੀ, ਕਰ ਗਏ। ਅਤੇ ਸਾਰਿਆਂ ਦੇ ਮਾਪੇ ਉਡੀਕਦੇ ਸਨ ਵੀ ਬਹੁਤਾ ਸਾਰਾ ਲੁੱਟ ਦਾ ਮਾਲ ਆਏਗਾ, ਪਰ ਬਾਬਾ ਕਰਮ ਸਿੰਘ ਕੋਲ ਉਹੀ ਤਨਖਾਹ ਦੇ ਪੈਸੇ। ਮਾਤਾ ਪਿਤਾ ਹੈਰਾਨ। ਮਾਂ ਕਹਿਣ ਲੱਗੀ, ਤੇਰੇ ਖੱਤ ਖਾਲੀ, ਤੇਰੀਆਂ ਪਹਿਲਾਂ ਹੀ ਕਹਾਣੀਆਂ ਸੁਣ ਲਈਆਂ ਸਨ, ਤੂੰ ਲੋਕਾਂ ਦੇ ਪਹਿਰੇ ਦਿੰਦਾ ਰਹਿ ਗਿਆ। ਜਿਹੜੇ ਸਾਧਾਂ ਨੇ ਤੈਨੂੰ ਪੁੱਠੀ ਮੱਤ ਦਿੱਤੀ ਏ, ਜਾ ਤੂੰ ਉਹਨਾਂ ਦੀ ਪਹਿਰੇ ਦੇ, ਸਾਨੂੰ ਨਹੀਂ ਤੇਰੀ ਆ ਕਮਾਈ ਚਾਹੀਦੀ। ਕਹਿਣ ਲੱਗੇ, ਮਾਂ ਤੈਨੂੰ ਪਤਾ ਨਹੀਂ ਮੇਰੇ ਸਤਿਗੁਰੂ ਦਾ ਬਚਨ ਸਾਹਿਬ ਕਹਿੰਦੇ ਕਿ ਨਹੀਂ ਬਣ ਜਿਆ ਕਾਂਚੀ ਤਾਂਬਾ, ਕਿ ਨਹੀਂ ਲੌਂਗ ਸਪਾਰੇ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੇ। ਮਾਂ, ਕਿਸੇ ਨੇ ਸੋਨਾ, ਕਿਸੇ ਨੇ ਕਾਂਜੀ, ਕਿਸੇ ਨੇ ਚਾਂਦੀ, ਕਿਸੇ ਨੇ ਪੈਸਾ ਲਿਆਂਦਾ ਲੁੱਟ ਕੇ, ਤੇਰੇ ਪੁੱਤ ਨੇ ਨਾਮ ਦਾ ਧਨ ਲਿਆਂਦਾ। ਮਾਂ, ਉਹ ਧਨ ਮੁੱਕ ਜਾਏਗਾ, ਇਸ ਧਨ ਨੇ ਕਦੇ ਮੁੱਕਣਾ ਨਹੀਂ। ਹੋ ਮਾਂ, ਤੂੰ ਨਾ ਨਾਰਾਜ਼ ਹੋ, ਜੋ ਕੁਛ ਤੇਰਾ ਪੁੱਤਰ ਲੈ ਕੇ ਆਇਆ, ਇਹਦੇ ਨਾਲ ਦੋ ਜਖਾਨਾਂ ਵਿੱਚ ਸੁੱਖ ਮਿਲੇਗਾ। ਮਾਂ ਦੇ ਰਾਹੀਂ ਰੱਬ ਨੇ ਉੱਧਰੋਂ ਮੋਹ ਤੋੜਨਾ ਸੀ, ਮਨੁੱਖਤਾ ਦੀ ਸੇਵਾ ਵਿੱਚ ਲਾਣਾ ਸੀ। ਮਾਂ ਕਹਿਣ ਲੱਗੀ, ਸਾਨੂੰ ਗਿਆਨ ਨਹੀਂ, ਤੂੰ ਚਲਾ ਜਾ, ਉਹਨਾਂ ਨੂੰ ਖਵਾ ਜਿਨ੍ਹਾਂ ਦੇ ਪਹਿਰੇ ਦੇਣਾ ਤੇ ਜਿਨ੍ਹਾਂ ਦੇ ਆਖੇ ਲੱਗਦਾ ਹੈ। ਜਦੋਂ 3 ਵਾਰੀ ਕਹਿਣ ਤੋਂ ਵੀ ਨਾ ਮਾਂ ਟਲੀ, ਤੇ ਅੰਦਰੋਂ ਆਵਾਜ਼ ਆਈ, ਮੇਰੇ ਵੱਡੇ ਵਡੇਰਿਆਂ ਬਾਬਾ ਬੀਰ ਸਿੰਘ ਨਿਰੰਕਾਬਾਦ ਵਾਲਿਆਂ ਦੀ। ਮਾਂ ਨੇ ਵੀ ਇਸੇ ਤਰ੍ਹਾਂ ਹੀ ਤੋਰਿਆ ਸੀ। ਜਦੋਂ ਮਨੁੱਖਤਾ ਦੀ ਸੇਵਾ ਲਈ ਤੁਰਨਾ ਹੁੰਦਾ ਸੀ, ਮਾਂ ਦਾ ਪਿਆਰ ਰੋਕਦਾ ਸੀ। ਜਦੋਂ ਮਾਂ ਨੇ ਝੜਕ ਕੇ ਤੋਰ ਦਿੱਤਾ ਤੇ ਕਹਿੰਦੇ ਚਲੋ ਇਹ ਵੀ ਕੰਮ ਮੁੱਕਾ। ਬਾਬਾ ਕਰਮ ਸਿੰਘ ਸੁਰਖਰੂ ਹੋ ਕੇ ਤੁਰ ਪਏ ਸੀ। ਜਦੋਂ ਤੁਰੇ ਤੇ ਨੌਕਰੀ ਤੇ ਆ ਗਏ। ਹੁਣ ਬਸ ਹਾਲਤ ਉਹ ਬਣ ਗਈ ਜਿਹੜੀ ਭਗਤ ਕਬੀਰ ਸਾਹਿਬ ਜੀ ਖੁਰਾ ਨੇ ਕਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬੱਚਿਆਂ ਨੇ ਕਹਿੰਦੇ, ਰੱਬ ਨੇ ਨਾ ਬੰਦੇ ਦਾ ਸਰੀਰ ਬਣਾ ਕੇ ਜਿਹੜਾ ਮਨ ਪਾਇਆ, ਇਹ ਮਨ 'ਚ ਤਾਕਤ ਬੜੀ ਏ, ਪਰ ਉਸ ਤਾਕਤ ਨੂੰ ਵਰਤਣਾ ਕਿਵੇਂ ਵੇ? ਜਿਹੜਾ ਇਸ ਤਾਕਤ ਨਾਲ ਮਾੜੇ ਕਰਮ ਕਰਨ ਲੱਗ ਪਿਆ, ਉਹ ਵੀ ਤਬਾਹ ਹੋ ਗਿਆ। ਜਿਹਨੇ ਚੰਗੇ ਪਾਸੇ ਨੂੰ ਤਾਕਤ ਵਰਤ ਲਈ, ਉਹਨੂੰ ਰੱਬ ਬਣਾ ਦਿੰਦੀ।
ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਇਹ ਮਨ ਦੀ ਤਾਕਤ ਵਰਤ ਕੇ ਤੁਸੀਂ ਮਾਇਆ ਦਾ ਰੂਪ ਵੀ ਬਣ ਸਕਦੇ ਹੋ, ਇਹਦੀ ਵਰਤ ਕੇ ਤਾਕਤ ਤੁਸੀਂ ਨਿਰੰਕਾਰ ਦਾ ਸਰੂਪ ਵੀ ਬਣ ਸਕਦੇ ਹੋ। ਇਹ ਤੁਹਾਨੂੰ ਮਨ ਦੀ ਤਾਕਤ ਜੋ ਰੱਬ ਨੇ ਦਿੱਤੀ ਹੈ, ਪੰਜਾਂ ਤੱਤਾਂ ਵਿੱਚ ਮਿਲਾ ਕੇ ਉਹ ਵੀ ਬਣ ਸਕਦੇ ਹੋ। ਸਤਿਗੁਰਾਂ ਦਾ ਬਚਨ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਥ ਪੰਚ ਤਤ ਕੋ ਜੀਓ। ਇਹ ਮਨ ਲੈ ਜੋ ਉਨਮਨ ਰਹਿ, ਤੋ ਤੀਨ ਲੋਕ ਕੀ ਬਾਤਾਂ ਕਹੈ। ਜੇ ਕਿਧਰੇ ਇਹ ਮਨ ਵਾਹਿਗੁਰੂ ਨਾਲ ਜੁੜ ਜਾਵੇ ਨਾ, ਤੇ ਬੰਦੇ ਦੀ ਸੁਰਤ ਨੂੰ ਇੰਨਾ ਉੱਚਾ ਲੈ ਜਾਂਦਾ ਉਨਮਨ ਅਵਸਥਾ 'ਚ, ਤਿੰਨਾਂ ਲੋਕਾਂ ਦਾ ਗਿਆਨ ਕਰਾ ਦਿੰਦਾ ਹੈ। ਗੁਰੂ ਕੇ ਪਿਆਰਿਓ, ਭਗਤ ਜੀ ਦਾ ਇੱਕ ਸ਼ਲੋਕ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਨੇ ਇੱਕ ਇੱਕ ਬਚਨ, ਜਿਹੜਾ ਵੈਸੇ ਤਾਂ ਆਪਾਂ ਪੜ੍ਹਦੇ ਹਾਂ, ਪਰ ਜਦੋਂ ਕੋਈ ਕਮਾਈ ਕਰਦਾ ਹੈ ਤੇ ਉਹਨਾਂ ਰਾਹੀਂ ਇਹ ਗੱਲਾਂ ਪ੍ਰਗਟ ਹੁੰਦੀਆਂ ਨੇ। ਬੰਦਾ ਪੁੱਛਦਾ ਹੈ ਨਾ, ਜਿਹੜੀ ਗੱਲ ਗੁਰਬਾਣੀ ਕਹਿੰਦੀ ਹੈ, ਇਹ ਕਿਸੇ 'ਤੇ ਵਰਤੀ ਸਾਨੂੰ ਦਿਖਾਓ, ਕਮਾਈਆਂ ਵਾਲਿਆਂ ਦੇ ਤਾਂ ਜੀਵਨ ਸਾਹਮਣੇ ਪੈਂਦੇ ਨੇ, ਉੱਥੋਂ ਉਦਾਹਰਨਾਂ ਮਿਲਦੀਆਂ ਨੇ। ਗੁਰੂ ਸਾਹਿਬ ਦਾ ਬਚਨ, ਉਹ ਕਹਿੰਦੇ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਹਿੰਦੇ ਜਦੋਂ ਇਹ ਮਨ ਤੋਂ ਮੈਲ ਲੈ ਜਾਏ, ਪਵਿੱਤਰ ਹੋ ਜਾਏ ਨਾ, ਤੇ ਫਿਰ ਇਹ ਗੰਗਾ ਵਰਗਾ ਜਦੋਂ ਪਵਿੱਤਰ ਹੋ ਜਾਂਦਾ ਹੈ, ਫਿਰ ਰੱਬ ਬੰਦੇ ਦੇ ਮਗਰ ਮਗਰ ਤੁਰਦਾ ਫਿਰਦਾ, ਕਹਿੰਦਾ ਕਬੀਰ ਮੈਨੂੰ ਕੋਈ ਸੇਵਾ ਦੱਸ, ਕਬੀਰ ਮੈਂ ਤੇਰੇ ਕੋਲ ਖਲੋਤਾ ਵਾਂ। ਸਤ ਸੰਗੀ ਜਨੋ, ਬਾਬਾ ਕਰਮ ਸਿੰਘ ਸਾਹਿਬ ਜੀ ਲਈ ਇਹ ਕੁਝ ਹੁਣ ਵਾਪਰਨਾ ਸ਼ੁਰੂ ਹੋਇਆ। ਹੋ ਤੇ ਪਹਿਲਾਂ ਹੀ ਗਿਆ ਸੀ, ਪਰ ਹੁਣ ਪ੍ਰਤੱਖ ਅੱਜ ਤੋਂ ਰੱਬ ਨੇ ਇਹ ਦਿਖਾਣਾ ਸੀ, ਜਦੋਂ ਕੋਈ ਸਾਡੇ ਵਿੱਚ ਅਭੇਦ ਹੋਵੇ, ਕੇਵਲ ਸਰੀਰ ਉਹ ਬੰਦੇ ਦਾ ਹੋਏਗਾ, ਪਰ ਵਰਤਦੇ ਅਸੀਂ ਆਪ ਆ, ਨਿਰੰਕਾਰ ਖੁਦ ਆਪ ਵਰਤਦਾ ਹੈ। ਗੁਰਬਾਣੀ 'ਚ ਕਿੰਨੇ ਬਚਨ ਪੜ੍ਹਦੇ ਹੋ, ਸੰਤਾਂ ਕੇ ਕਾਰਜ ਆਪ ਖਲੋਇਆ। ਹੁਣ ਜਿਹੜਾ ਦਰਸ਼ਨ ਕਰਨੇ ਉਹ ਆਪ ਕਿਵੇਂ ਖਲੋਂਦਾ ਹੈ। ਜੇ ਤੱਕਣਾ ਹੋਏ ਵੀ ਰੱਬ ਪਿੱਛੇ ਕਿਵੇਂ ਫਿਰਦਾ ਹੈ, ਉਹਦੇ ਦਰਸ਼ਨ ਕਰਨੇ ਹੋਣ ਤੇ ਬਾਬਾ ਕਰਮ ਸਿੰਘ ਖੋਤੀ ਮਰਦਾਨ ਜਾਂ ਉਹ ਜਿਹੀਆਂ ਰੂਹਾਂ ਪਹੁੰਚੀਆਂ ਦੇ ਦਰਸ਼ਨ ਦੀਦਾਰ ਕਰੋ ਤੇ ਜੀਵਨ ਪੜ੍ਹੋ, ਪਤਾ ਲੱਗਦਾ ਵੀ ਕਿਵੇਂ ਉਹ ਵਰਤਦਾ ਹੈ। ਜਦੋਂ ਇੱਕ ਦਿਨ ਡਿਊਟੀ 'ਤੇ ਸੀ ਤੇ ਸ਼ਾਮ ਨੂੰ ਬਹੁਤ ਪਿਆਰੀ ਗੱਲ ਲਿਖੀ ਸਤਿਕਾਰਯੋਗ ਸੰਤ ਬਾਬਾ ਰੋਸ਼ਨ ਸਿੰਘ ਜੀ ਮਸਕੀਨ, ਜਿਹੜੇ ਹੁਣ ਵੀ ਬੜੀ ਮਿੱਠੀ ਪਿਆਰੀ ਆਵਾਜ਼ ਨਾਲ ਕੀਰਤਨ ਵੀ ਕਰਦੇ, ਅਤੇ ਗੁਰੂ ਕੇ ਪਿਆਰੇ ਭਾਵੇਂ ਹੁਣ ਬਿਰਧ ਨੇ ਬਹੁਤ, ਪਰ ਸੇਵਾ ਸਤਿਗੁਰੂ ਜੀ ਦੀ ਸੰਗਤ ਨਿਰੰਤਰ ਕਰਦੇ ਹਨ। ਉਹਨਾਂ ਨੇ ਪੁਸਤਕ ਵੀ ਲਿਖੀ ਹੈ, ਉਹਦੇ ਵਿੱਚ ਉਹਨਾਂ ਨੇ ਬਚਨ ਲਿਖੇ ਨੇ। ਉੱਦਾਂ ਤੇ ਬਾਬਾ ਜੀ ਨਾ ਬਾਹਰ ਛਾਉਣੀ ਦੇ ਨੇੜੇ ਇੱਕ ਬਰਸਾਤੀ ਨਦੀ ਸੀ, ਉਹਦਾ ਪਾਣੀ ਕੁਝ ਕਾਲਾ ਹੋਣ ਕਾਰਨ ਉਸ ਨੂੰ ਕਾਲੇ ਪਾਣੀ ਵਾਲੀ ਨਦੀ ਵੀ ਦਰਿਆ ਵੀ ਕਿਹਾ ਜਾਂਦਾ। ਉਹਦੇ ਕੰਢੇ 'ਤੇ ਨਾ ਇਕਾਂਤ ਵਿੱਚ ਬੈਠ ਕੇ ਭਜਨ ਕਰਿਆ ਕਰਦੇ। ਅੰਮ੍ਰਿਤ ਵੇਲੇ 2 ਵਜੇ ਚਲੇ ਜਾਣਾ, 7 ਵਜੇ ਤੱਕ 5 ਘੰਟੇ ਸਮਾਧੀ 'ਚ ਰਹਿਣਾ, ਡਿਊਟੀ ਦੇ ਟਾਈਮ ਨਾਲ ਅੱਗਾ ਪਿੱਛਾ ਵੇਖ ਲੈਂਦੇ। ਅੱਜ ਸ਼ਾਮ ਦੇ ਵਕਤ ਗਏ ਰਹਿਰਾਸ ਕਰਨ, ਰਹਿਰਾਸ ਕਰਦੇ ਸੀ। ਇੱਕ ਤੇ ਕੁਦਰਤੀ ਨਜ਼ਾਰਾ ਸੀ, ਸ਼ਾਮ ਦਾ ਵਕਤ, ਉਹ ਪਾਣੀ ਨਾਲੋਂ ਵਹਿ ਰਿਹਾ, ਚਿੜੀਆਂ ਦੀ ਆਵਾਜ਼, ਪੰਛੀ ਚਹਿਕ ਰਹੇ ਸਨ, ਸ਼ਾਂਤ ਜਿਹਾ ਮਾਹੌਲ। ਰਹਿਰਾਸ ਕਰਦਿਆਂ ਪੰਕਤੀ ਆ ਗਈ, ਤੇਰੇ ਭਗਤ ਸਲਾਖਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਇਹ ਪੜ੍ਹੀ ਪੰਕਤੀ ਫਿਰ ਦੁਬਾਰਾ ਇੱਕੋ ਪੰਕਤੀ ਦਾ ਬਾਬਾ ਕਰਮ ਸਿੰਘ ਹੋਰਾਂ ਨੇ ਜਾਪ ਇਹੋ ਜਿਹਾ ਕੀਤਾ ਵੀ ਸੁਰਤੀ ਦੇਸ਼ ਕਾਲ ਤੋਂ ਉੱਪਰ ਚਲੀ ਗਈ, ਜਿੱਥੇ ਜਾ ਕੇ ਨਹੀਂ ਪਤਾ ਲੱਗਦਾ ਮੈਂ ਕਿੱਥੇ ਬੈਠਾ ਖਾਂ ਤੇ ਕਿਹੜੀ ਜਗ੍ਹਾ 'ਤੇ ਬੈਠਾ ਵਾਂ ਤੇ ਟਾਈਮ ਕੀ ਹੈ। ਇਹ ਪਰਾਂ ਦੀ ਇਹ ਕੰਮ ਮੰਨਦਾ ਹੈ। ਜਿੱਥੋਂ ਤੱਕ ਮਨ ਨਾਲ ਮਨ ਚੇਤਾ ਕਰਾਉਂਦਾ ਰਹਿੰਦਾ ਹੈ ਸਮਾਂ ਕੀ ਹੈ ਤੇ ਇਹ ਦੇਸ਼ ਕਿਹੜਾ ਹੈ। ਤਾਂ ਹੀ ਤਾਂ ਕਈ ਵਾਰ ਅਸੀਂ ਬਹੁਤ ਕਨਫਿਊਜ਼ ਹੋ ਜਾਂਦੇ ਹਾਂ ਭਈ ਜਦੋਂ ਉੱਚੀਆਂ ਗੱਲਾਂ ਸੁਣਦੇ ਹਾਂ, ਮਨ ਦੀ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ। ਮਨ ਨੂੰ ਕੋਈ ਗੱਲ ਕਰੋ, ਇਹ ਪੁੱਛੇਗਾ ਕਿਹੜੇ ਵਕਤ ਤੇ ਕਿਹੜੀ ਜਗ੍ਹਾ 'ਤੇ ਹੋਈ। ਸਤਿਗੁਰੂ ਕਹਿੰਦੇ ਰੂਹਾਨੀਅਤ ਇਹਦੇ ਤੋਂ ਉੱਪਰ ਲੈ ਜਾਂਦੀ, ਜਿੱਥੇ ਕੋਈ ਆ ਜਗ੍ਹਾ ਵੀ ਨਹੀਂ ਤੇ ਸਮਾਂ ਵੀ ਨਹੀਂ। ਬਾਬਾ ਜੀ ਉਸੇ ਰਸ ਵਿੱਚ ਗਡੂੰਦ ਸਨ। ਜਦੋਂ ਗਡੂੰਦ ਸਨ ਉਹਦੇ ਵਿੱਚ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ। ਜਦੋਂ ਸਮਾਂ ਬਹੁਤ ਲੰਘਿਆ ਤੇ ਹੁਣ ਗੁਰੂ ਕੇ ਪਿਆਰਿਓ ਇਹਨਾਂ ਨੂੰ ਕੋਈ ਪਤਾ ਨਹੀਂ, ਡਿਊਟੀ ਦਾ ਟਾਈਮ ਵੀ ਲੰਘ ਗਿਆ। ਚੁਗਲਖੋਰ ਸੀ ਜਿਹੜਾ
ਮੁਸਲਮਾਨ ਇੱਕ ਵਾਰ ਕਹਿੰਦੇ ਨੇ, ਪਰ ਕੋਈ ਵੀ ਖੋਵੇ ਵੀਰ ਸੱਜਣ ਭਲਾ ਕਰੇ ਵਾਹਿਗੁਰੂ ਉਹਦਾ। ਉਹਨਾਂ ਨੇ ਸ਼ਿਕਾਇਤ ਲਾਈ ਵੀ ਬਾਬਾ ਜੀ ਉੱਥੇ ਬੈਠੇ ਨੇ, ਅਫਸਰ ਨੂੰ ਕਹਿੰਦਾ ਅੱਜ ਕਰਮ ਸਿੰਘ ਡਿਊਟੀ 'ਤੇ ਨਹੀਂ। ਉਹਨਾਂ ਬੰਦਾ ਘੱਲਿਆ, ਜਿੱਥੇ ਡਿਊਟੀ ਸੀ ਉੱਥੇ ਉਹ ਸੱਚਮੁੱਚ ਖੜੇ ਸਨ। ਉਹਨਾਂ ਝਿੜਕਿਆ, ਇਹ ਨਾਰਾਜ਼ ਹੋਇਆ ਵੀ ਮੈਂ ਵੇਖ ਕੇ ਆਇਆ। ਫਿਰ ਗਿਆ ਦੁਬਾਰਾ ਉਸ ਨਾਲ ਇਹ ਕੰਢੇ 'ਤੇ ਬਾਬਾ ਜੀ ਉੱਥੇ ਵੀ ਬੈਠੇ ਨੇ। ਫਿਰ ਕਹਿਣ ਲੱਗਾ ਜੀ ਉੱਥੇ ਬੈਠੇ ਨੇ, ਤੁਹਾਨੂੰ ਭੁਲੇਖਾ ਲੱਗਾ ਹੈ। ਅਫਸਰ ਆਪ ਜਾਂਦਾ ਏ, ਉਸੇ ਵਕਤ ਉਹ ਡਿਊਟੀ 'ਤੇ ਵੀ ਖੜੇ ਨੇ ਬਾਬਾ ਕਰਮ ਸਿੰਘ ਜੀ। ਇੱਕ ਸਰੀਰ ਉੱਥੇ ਸਮਾਧੀ ਵਿੱਚ ਬੈਠਾ ਹੈ। 3 ਵਾਰ ਦੋਨਾਂ ਨੂੰ ਇੱਕੋ ਜਗ੍ਹਾ 'ਤੇ ਵੇਖ ਕੇ ਹੈਰਾਨ ਹੋ ਗਏ, ਚੁੱਪ ਹੋ ਗਏ। ਪਰ ਚੁਗਲਖੋਰ ਨੂੰ ਬੜੀ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ। ਅਗਲਾ ਦਿਨ ਹੋਇਆ, ਜਦੋਂ ਆਏ ਫੌਜੀ ਵੀ ਕੁਝ ਹੱਸਣ ਮਖੌਲ ਕਰਨ, ਉਹਨਾਂ ਨੂੰ ਲੱਭਦਾ ਸੀ ਮਖੌਲ ਕਰਦੇ, ਪਰ ਅਫਸਰ ਖੁਸ਼ ਬਹੁਤ ਸਨ ਉਹਨਾਂ ਦੀ ਡਿਊਟੀ ਵੇਖ ਕੇ। ਉਹਨਾਂ ਨੇ ਬੁਲਾਇਆ, ਬਾਬਾ ਕਰਮ ਸਿੰਘ ਸੋਚ ਰਹੇ ਨੇ ਵੀ ਜਾਂ ਸਜ਼ਾ ਦੇਣਗੇ ਜਾਂ ਡਿਊਟੀ ਤੋਂ ਹਟਾਉਣਗੇ। ਚਲੋ ਦੋਨੋਂ ਹੀ ਪ੍ਰਵਾਨ। ਨਿਰੰਕਾਰ ਜਿਹਨੇ ਕੌਤਕ ਰਚਾਇਆ, ਕੋਈ ਭਲਾ ਹੀ ਕਰਨਾ ਹੋਏਗਾ। ਚਲੇ ਗਏ। ਉਹਨਾਂ ਨੇ ਉੱਠ ਕੇ ਅਦਬ ਸਤਿਕਾਰ ਕੀਤਾ, ਬੜੀਆਂ ਖੁਸ਼ੀਆਂ ਪ੍ਰਗਟਾਈਆਂ। ਕਹਿਣ ਲੱਗੇ ਤੁਹਾਡਾ ਰੈਂਕ ਵਧਾਵਾਂਗੇ। ਸਮਝ ਨਹੀਂ ਆਈ ਵੀ ਇੱਕੋ ਵਕਤ 2 ਜਗ੍ਹਾ 'ਤੇ ਕਿਵੇਂ ਸੀ ਤੁਸੀਂ। ਕਹਿਣ ਲੱਗੇ ਮੈਂ ਤਾਂ ਇੱਕ ਜਗ੍ਹਾ 'ਤੇ ਵੀ ਨਹੀਂ ਸਾਂ, ਕਿਉਂਕਿ ਜੇ ਮੈਂ ਹੋਵੇ ਤਾਂ ਇੱਕ ਕੌਤਕ ਨਹੀਂ ਵਰਤਣਾ। ਮੈਂ ਮੁੱਕਦੀ ਏ ਤੇ ਉਹ ਵਰਤਦਾ ਏ ਨਾ। ਭਗਤ ਜੀ ਆ ਬੱਚੇ ਨੇ ਨਾ, ਉਹ ਕਹਿੰਦੇ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਮੈਂ ਨਹੀਂ, ਖੇਡ ਸਮਝ ਆਈ। ਕਹਿਣ ਲੱਗੇ ਜੀ ਫਿਰ ਮੈਂ ਨਹੀਂ, ਮੇਰੀ ਜਗ੍ਹਾ 'ਤੇ ਨਿਰੰਕਾਰ ਦੀ ਕੋਈ ਖੇਡ ਏ। ਉਹ ਆਪ ਵੀ ਬੜੇ ਪਿਆਰਾਂ ਵਿੱਚ ਭਿੱਜ ਗਏ। ਨਿਰੰਕਾਰ ਮੇਰੇ ਜਿਹਾਂ ਲਈ ਤੁਸੀਂ ਆਪ ਖਲੋਂਦੇ ਹੋ, ਮੇਰੇ ਜਿਹਾਂ ਲਈ ਤੁਸੀਂ ਆਪ ਇਹੋ ਜਿਹੇ ਕੌਤਕ ਰਚਾਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਭਗਤ ਸੈਣ ਜੀ ਬਾਰੇ, ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੈ ਜਾਈ, ਆਏ ਸੰਤ ਪਰੋਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨ ਸਕੈ ਸੰਤ ਜਨ ਰਾਜ ਦੁਆਰ ਨਾ, ਸੇਵ ਕਮਾਈ ਸੈਣ ਰੂਪ ਖਰ ਜਾਏ ਕੇ ਆਇਆ ਰਾਣੇ ਨੋ ਰਿਜਾਈ। ਭਗਤ ਸੈਣ ਜੀ ਕੋਲ ਸੰਤ ਮਹਾਂਪੁਰਸ਼ ਆ ਗਏ, ਇਹੋ ਜਿਹੇ ਲੀਨ ਹੋਏ ਡਿਊਟੀ 'ਤੇ ਹਾਜ਼ਰ ਨਹੀਂ। ਰਾਜੇ ਕੋਲ ਰੱਬ ਉਹਨਾਂ ਦੀ ਜਗ੍ਹਾ 'ਤੇ ਪਹਿਰੇਦਾਰ ਬਣ ਕੇ ਜਾ ਕੇ ਖਲੋ ਗਿਆ। ਅੱਜ ਬਾਬਾ ਕਰਮ ਸਿੰਘ ਲਈ ਵੀ ਪਹਿਰੇਦਾਰ ਨਿਰੰਕਾਰ ਖੁਦ ਬਣੇ ਨੇ। ਭਗਤ ਸੈਣ ਜੀ ਬਾਰੇ ਬਚਨ ਜਦੋਂ ਸਾਧਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ, ਸ਼ਰਮਿੰਦੇ ਜੋ ਕਿ ਭਗਤ ਸੈਣ ਜੀ ਰਾਜੇ ਕੋਲ ਗਏ, ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ। ਰਾਜਾ ਅੱਜ ਬਹੁਤ ਖੁਸ਼ ਹੈ। ਕਹਿਣ ਲੱਗਾ ਭਗਤ ਸੈਣ ਜੀ ਨੂੰ ਅੱਜ ਤੁਸੀਂ ਥੱਲੇ ਨੇ, ਤੁਸੀਂ ਆ ਰਾਜੇ ਵਾਲੀ ਪੁਸ਼ਾਕ ਪਾ ਕੇ ਉੱਚਾ ਬੈਠੋ ਅਤੇ ਮੈਂ ਤੁਹਾਡੇ ਚਰਨਾਂ 'ਚ ਬਹਿਣਾ। ਕਾਰਨ ਜਿਹੜਾ ਕਦੇ ਦਾ ਰੋਗ ਨਹੀਂ ਸੀ ਖੱਟਦਾ, ਅੱਜ ਤੇ ਤੁਹਾਡੇ ਦਰਸ਼ਨਾਂ ਨੇ ਉਹ ਰੋਗ ਵੀ ਘਟਾ ਦਿੱਤਾ ਹੈ। ਵਸ ਕੀਤਾ ਹੁਣ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਇਹੋ ਜਿਹੀ ਕੌਤਕ ਕਿਉਂ ਰਚਦੇ ਨੇ ਮਹਾਰਾਜ? ਭਗਤਾਂ ਦੀ ਵਡਿਆਈ ਪ੍ਰਗਟ ਕਰਨ ਲਈ। ਭਗਤਾਂ ਦੀ ਵਡਿਆਈ ਕਿਉਂ ਪ੍ਰਗਟ ਕਰਨੀ ਪੈਂਦੀ ਏ? ਤਾਂ ਕਿ ਲੁਕਾਈ ਨੂੰ ਭਗਤੀ ਦੇ ਰਾਹ 'ਤੇ ਤੋਰਨਾ ਹੁੰਦਾ ਹੈ, ਤਾਂ ਕਿ ਬਾਕੀ ਵੀ ਲੁਕਾਈ ਭਗਤੀ ਕਰੇ, ਪਰਮੇਸ਼ਰ ਦੇ ਰਾਹ 'ਤੇ ਤੁਰੇ। ਬਾਬਾ ਕਰਮ ਸਿੰਘ ਹੋਰਾਂ ਨੇ ਕਿਹਾ ਜੀ ਸਾਡਾ ਨਾਂ ਕੱਟ ਦਿਓ, ਹੁਣ ਨੌਕਰੀ ਨਹੀਂ ਕਰਨੀ, ਉਹਦੀ ਕਰਾਂਗੇ ਜਿਸ ਨੇ ਸਾਡੀ ਜਗ੍ਹਾ 'ਤੇ ਪਹਿਰਾ ਦਿੱਤਾ ਹੈ। ਇਹ ਉਹ ਇਸ਼ਾਰਾ ਹੈ, ਉਹ ਨਾਂ ਨਾ ਕੱਟਣ। ਇਹਨਾਂ ਨੇ ਆਖਿਆ ਜੀ ਨਾ ਕੱਟੋ। ਉਹ ਪਿਆਰ ਕਰਦੇ ਸੀ, ਰੈਂਕ ਵਧਾਉਣਾ ਚਾਹੁੰਦੇ, ਕਹਿੰਦੇ ਨਹੀਂ ਹੁਣ ਵੱਧ ਗਿਆ, ਜੋ ਕੁਝ ਵਧਣਾ ਸੀ ਘਟਣਾ ਘਟ ਗਿਆ, ਹੁਣ ਛੁੱਟੀਆਂ ਬਖਸ਼ੋ। ਜਦੋਂ ਨਾ ਗੱਲ ਬਣੀ ਕਹਿਣ ਲੱਗੇ ਅੱਛਾ ਆਪੇ ਨਿਰੰਕਾਰ ਕਲਾ ਵਰਤਾਏਗਾ। ਤੁਸੀਂ ਆਪਣੇ ਰਜਿਸਟਰ ਵੇਖੋ, ਜੇ ਉਹਨੂੰ ਪਾਉਂਦਾ ਹੋਇਆ ਵੀ ਅਸੀਂ ਡਿਊਟੀ ਕਰਨੀ ਹੈ, ਰਜਿਸਟਰਾਂ 'ਚ ਸਾਡਾ ਨਾਂ ਹੋਏਗਾ, ਅਤੇ ਜੇ ਉਹਨੂੰ ਨਾ ਪਾਉਂਦਾ ਹੋਇਆ ਤਾਂ ਫਿਰ ਨਾਂ ਆਪੇ ਹੀ ਕੱਟਿਆ ਜਾਏਗਾ। ਜਦੋਂ ਵੇਖਿਆ ਤਾਂ ਕਿਸੇ ਵੀ ਕਾਗਜ਼ ਵਿੱਚ ਬਾਬਾ ਕਰਮ ਸਿੰਘ ਦਾ ਨਾਂ ਨਹੀਂ ਸੀ ਲਿਖਿਆ, ਕਿਉਂਕਿ ਹੁਣ ਬਾਬਾ ਕਰਮ ਸਿੰਘ ਦਾ ਨਾਂ ਦਰਗਾਹ 'ਚੋਂ ਲੱਖਾਂ ਰੂਹਾਂ ਦੇ ਭਾਗਾਂ ਵਿੱਚ ਲਿਖਿਆ ਜਾਣਾ ਸੀ ਨਾ। ਹੁਣ ਉਧਰ ਤੋਰਨਾ ਹੀ
ਬਸ ਇਹਨਾਂ ਨੇ ਕਿਹਾ ਫਿਰ ਸਾਡੇ ਕੋਲ ਇੱਕ ਬੇਨਤੀ, ਦੂਰ ਨਾ ਜਾਓ, ਨੇੜੇ ਰਹੋ। ਛਾਉਣੀ ਦੇ ਫੌਜੀਆਂ ਨੂੰ ਲਾਭ, ਅੰਗਰੇਜ਼ ਅਫਸਰ ਬਹੁਤ ਸ਼ਰਧਾਲੂ ਸਨ। ਬਸ ਬਾਬਾ ਜੀ ਜਦੋਂ ਕੰਢੇ ਬੈਠ ਕੇ ਉਹਨਾਂ ਨੇ ਭਗਤੀ ਪ੍ਰਾਰੰਭ ਕਰ ਲਈ ਉਸੇ ਨਾਲੇ ਦੇ ਕੰਢੇ 'ਤੇ ਹੀ, ਅਤੇ ਫਿਰ ਫੌਜੀ ਆਉਂਦੇ ਜਾਂਦੇ ਰਹਿਣਾ, ਕਿਉਂਕਿ ਬੰਦਗੀ ਵਾਲੀਆਂ ਰੂਹਾਂ ਅਨੇਕਾਂ ਨੂੰ ਉਹਨਾਂ ਨੇ ਬੰਦਗੀ ਦੇ ਰਾਹ 'ਤੇ ਤੋਰ ਦਿੱਤਾ। ਹੁਣ ਜਦੋਂ ਇੱਥੇ ਬੈਠੇ ਨੇ, ਅਤੇ ਭਾਈ ਲਾਲ ਸਿੰਘ ਇਹਨਾਂ ਦੀ ਸੇਵਾ ਕਰਿਆ ਕਰਦੇ। ਉਹਨਾਂ ਨੇ ਕੁਝ ਸਮਾਂ ਡਿਊਟੀ ਕੀਤੀ, ਬਾਅਦ 'ਚ ਉਹਨਾਂ ਨੇ ਵੀ ਨੌਕਰੀ ਛੱਡ ਦਿੱਤੀ ਸੀ। ਜਿਹੜੇ ਸਤਿਕਾਰਯੋਗ ਸੰਤ ਬਾਬਾ ਲਾਲ ਸਿੰਘ ਸਾਹਿਬ ਜੀ ਬਣੇ ਬਾਅਦ ਵਿੱਚ, ਇਹਨਾਂ ਨੇ ਦੋਨਾਂ ਸਤਿਪੁਰਸ਼ਾਂ ਨੇ ਕਮਾਈਆਂ ਸ਼ੁਰੂ ਕਰ ਦਿੱਤੀਆਂ ਨੇ। ਇੱਛਾ ਕੋਈ ਨਹੀਂ, ਨਿਰੰਕਾਰ ਨੇ ਭੋਜਨ ਕਿੱਥੋਂ ਭੇਜਣਾ ਉਹਦਾ ਬਿਰਧ ਹੈ, ਪਰ ਆਪ ਅਡੋਲ ਬੈਠੇ ਨੇ। ਹੁਣ ਜਿਉਂ-ਜਿਉਂ ਪਤਾ ਲੱਗਦਾ ਏ, ਕੁਛ ਲੋਕ ਆਉਂਦੇ ਜਿਹੜੇ ਨਾਮ ਨਾਲ ਜੁੜਨ ਲਈ, ਉਹ ਨਾਮ ਧਨ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ, ਸੇਵਾ ਕਰਦੇ, ਨਾਮ ਜਪਦੇ, ਇੱਕ ਦੋ ਇੱਕ ਚੜ੍ਹਦੀਆਂ ਅਵਸਥਾ ਉਹਨਾਂ ਦੀਆਂ ਬਣਦੀਆਂ। ਉੱਥੇ ਦੂਜੇ ਪਾਸੇ ਗੁਰੂ ਕੇ ਪਿਆਰਿਓ, ਜਿਹੜੇ ਲੋਕ ਜਿਨ੍ਹਾਂ ਨੂੰ ਦੁੱਧ ਪੁੱਤ ਦੀ ਘਾਟ ਹੁੰਦੀ, ਉਹ ਦੁੱਧ ਪੁੱਤ ਮੰਗਣ ਆ ਜਾਂਦੇ। ਜਿਨ੍ਹਾਂ ਦੇ ਘਰ ਗਰੀਬੀ, ਉਹ ਪੈਸੇ ਦੀ ਦਾਤ ਲਈ ਮਹਾਂਪੁਰਸ਼ਾਂ ਦੀ ਸੰਗਤ ਕਰਨ ਆਉਂਦੇ। ਇਹ ਨਿਰੰਕਾਰ ਦਾ ਬਿਰਧ ਏ, ਸਤਿਗੁਰੂ ਜੀ ਦਾ ਬਿਰਧ ਏ। ਆਪਣੇ ਪਿਆਰਿਆਂ ਨੂੰ ਤਾਂ ਹੀ ਤੇ ਭੇਜਦਾ ਏ ਭਈ ਇਹ ਜਿੱਥੇ ਬੈਠਣ, ਇਹ ਸਾਰੇ ਆਲੇ ਦੁਆਲੇ ਦੀ ਲੱਖਾਂ ਰੂਹਾਂ ਨੂੰ ਇਹ ਦਾਤਾਂ ਵੰਡ ਕੇ ਤੇ ਪਰਮੇਸ਼ਰ ਨਾਲ ਜੋੜਨ ਤੇ ਸੁਖੀ ਹੋਣ ਲੋਕ। ਕਿਉਂਕਿ ਸਾਧੂ ਦਾ ਮੁੱਖ ਧਰਮ ਹੈ ਵਾਹਿਗੁਰੂ ਨਾਲ ਜੋੜਨਾ। ਉਹਨਾਂ ਦੇ ਬਾਕੀ ਤਾਂ ਪਿਆਰਿਓ ਇਹ ਦਾਤਾਂ ਜੀਵਾਂ ਨੂੰ ਚਾਹੀਦੀਆਂ ਨੇ, ਕਿਉਂਕਿ ਸਿੱਧਾ ਕੋਈ ਵਿਰਲਾ ਹੀ ਮਾਈ ਦਾ ਲਾਲ ਜਿਹੜਾ ਰੱਬ ਨਾਲ ਜੁੜੇ। ਲੋੜਾਂ ਜੁੜਾਂਦੀਆਂ ਨੇ ਲੋੜਾਂ। ਸਾਨੂੰ ਗੁਰੂ ਸਾਹਿਬ ਕੋਲ ਕੋਈ ਲੋੜ ਹੁੰਦੀ, ਕੋਈ ਅੰਮ੍ਰਿਤ ਛਕ ਲੈਂਦਾ, ਕੋਈ ਪਾਠ ਕਰਦਾ ਹੈ। ਹਾਂ, ਲੋੜ ਪੂਰੀ ਹੋਣ ਤੋਂ ਬਾਅਦ ਕੋਈ ਜੁੜਿਆ ਰਵੇ, ਉਹਦੀ ਕਿਰਪਾ ਹੈ। ਪਰ ਅਸੀਂ ਤੁਰਦੇ ਸਾਰੀ ਉੱਥੋਂ ਕੋਈ ਨਾ ਕੋਈ ਲੋੜ ਹੁੰਦੀ ਹੈ। ਹਾਂ, ਕਈ ਵਾਰਾਂ ਜੇ ਬੇਸਮਝੀ ਹੋਵੇ ਲੋਕਾਂ ਨੂੰ, ਉਹ ਕਈ ਤਰ੍ਹਾਂ ਦੀਆਂ ਬਾਤਾਂ ਵੀ ਪਾਉਂਦੇ ਨੇ। ਕਈ ਇੰਨੇ ਹੰਕਾਰ ਵਿੱਚ ਆ ਜਾਂਦੇ, ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਅਸੀਂ ਗੁਰਦੁਆਰੇ ਕੀ ਕਰਨਾ। ਉਹ ਸਮਝਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਕੋਈ ਦੁਨਿਆਵੀ ਲੋੜ ਹੋਵੇ ਉਦੋਂ ਹੀ ਜਾਣਾ ਚਾਹੀਦਾ। ਅਸੀਂ ਸਦਾ ਹੀ ਮੰਗਤੇ ਹਾਂ ਪਿਆਰਿਓ, ਲੋੜਾਂ ਹੀ ਲੋੜਾਂ ਨੇ। ਪਰ ਖੈਰ, ਮੈਂ ਬੇਨਤੀ ਕਰਨ ਲੱਗਾ ਸੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਾਬਾ ਕਰਮ ਸਿੰਘ ਸਾਹਿਬ ਬਾਰੇ। ਜਦੋਂ ਉੱਥੇ ਹੁਣ ਬੈਠੇ ਨੇ, 1826 'ਚ ਜਨਮੇ, 18 ਸਾਲ ਦੀ ਉਮਰ ਵਿੱਚ ਭਰਤੀ ਹੋਏ ਨੇ। ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਹੁਣ ਮਨੁੱਖਤਾ ਦੀ ਸੇਵਾ ਵਿੱਚ ਇਹ ਪੈ ਗਏ ਨੇ। 1902 ਤੱਕ ਇਹ ਪਾਵਨ ਪਵਿੱਤਰ ਸਰੀਰ ਰਹਿੰਦਾ। ਹੁਣ ਇਸ ਨਾਲ ਇਹਦੇ ਕੰਢੇ 'ਤੇ ਬੈਠੇ ਨੇ ਜਦੋਂ, ਅਤੇ ਇੱਥੇ ਗੁਰੂ ਕੇ ਪਿਆਰਿਓ ਕੁਛ ਕੁ ਇਹਨਾਂ ਨੇ ਗੁਫਾਵਾਂ ਜੀਆਂ ਬਣਾ ਲਈਆਂ, ਕੁਛ ਲੱਭੀਆਂ ਬਣੀਆਂ ਜਿੱਥੇ ਬੈਠ ਕੇ ਨਾਮ ਜਪਣਾ। ਮਹਿਮਾ ਵਧੀ, ਪਰ ਨਾਲ ਦੀ ਨਾਲ ਨਿੰਦਾ ਵੀ ਵੱਧ ਗਈ। ਇੱਕ ਮੁਸਲਮਾਨ ਵਾਹਿਗੁਰੂ ਪਠਾਨ ਸੀ, ਇਲਾਕਾ ਪਠਾਣਾਂ ਦਾ, ਇੱਧਰ ਲੁੱਟ ਮਾਰ ਦਾ ਬਹੁਤ ਜ਼ੋਰ ਸੀ, ਚੋਰੀ ਦਾ, ਲੁੱਟਾਂ ਦਾ। ਉਹ ਪਤਾ ਨਹੀਂ ਉਹਦੀ ਕੀ ਮੱਤ ਮਾਰੀ ਗਈ, ਉਹਨੂੰ ਚੰਗਾ ਨਾ ਲੱਗਿਆ ਇਹ ਪਠਾਣਾਂ ਦੇ ਇਲਾਕਾ 'ਚ ਕਿਸੇ ਹੋਰ ਦੀ ਉਪਮਾ ਹੋਵੇ। ਈਰਖਾ ਹੁੰਦੀ ਹੈ, ਹੋਰ ਤੇ ਹੈ ਹੀ ਨਹੀਂ। ਰੱਬ ਦਾ ਪਿਆਰਾ ਕਿਹਦਾ ਹੈ? ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਰੱਬ ਨੂੰ ਪਿਆਰਾ ਉਹ ਸਾਰੀ ਮਨੁੱਖਤਾ ਲਈ ਹੈ। ਸੂਰਜ, ਚੰਦਰਮਾ, ਹਵਾ, ਧਰਤੀ ਸਭਨਾ ਲਈ ਰੱਬ ਦੇ ਪਿਆਰੇ ਵੀ। ਇਹਨੇ ਜਿੱਥੇ ਗੁਫਾ ਕੋਲ ਜਾਣਾ, ਇਹਨੇ ਉੱਥੇ ਜਾ ਕੇ ਕਦੇ ਤੇ ਬਾਹਰ ਦੀ ਕਿਰਿਆ ਕਰ ਹੋਣੀ, ਗੰਦਗੀ, ਅਤੇ ਕਈ ਵਾਰਾਂ ਮਾਸ ਜਿਹੜਾ ਖਾਂਦਾ ਸੀ ਉੱਥੇ ਖੱਡੀਆਂ ਸੁੱਟ ਆਉਣੀਆਂ। ਸੇਵਾਦਾਰਾਂ ਨੇ ਸਮਝਾਇਆ ਇਸ ਤਰ੍ਹਾਂ ਇਸ ਪਵਿੱਤਰ ਜਗ੍ਹਾ 'ਤੇ ਨਹੀਂ ਕਰੀਦਾ। ਇਸ ਨੇ ਕਿਸੇ ਦੀ ਨਹੀਂ ਸੁਣੀ। ਜਾ ਕੇ ਉਚੇਚਾ ਵੀ ਕਿਸੇ ਨੇ ਰੋਕਿਆ ਪ੍ਰੇਮੀਆਂ ਨੇ, ਪਰ ਹੰਕਾਰ ਸੀ। ਕੁਛ ਸਮੇਂ ਬਾਅਦ ਇਹਨੂੰ ਸੂਲ ਪਿਆ, ਇਹਦੀ ਮੌਤ ਹੋ ਗਈ। ਰੱਬ ਨੇ ਕੁਛ ਦਿਖਾਉਣਾ ਸੀ ਇਲਾਕੇ ਨੂੰ। ਰੱਬ ਆਪ ਖੁੱਲ੍ਹੀਆਂ ਖੇਡਾਂ ਵਰਤਾਰੇ, ਜਿਵੇਂ ਭਗਤ ਨਾਮਦੇਵ ਨਾਲ ਵਰਤਦੀਆਂ ਸੀ ਨਾ, ਇੱਥੇ ਹੁਣ ਇੱਥੇ ਵਰਤ ਰਹੀਆਂ ਨੇ। ਜਦੋਂ ਇਹਦੀ ਮੌਤ ਹੋਈ ਅਤੇ ਵਹਿੰਦਿਆਂ ਵਹਿੰਦਾ ਇਹਦਾ ਮੂੰਹ ਸੂਰ ਵਰਗਾ ਹੋ ਗਿਆ। ਸਾਰੇ ਡਰ ਗਏ ਅਤੇ ਸਮਝ ਗਏ ਨਿੰਦਾ ਦਾ ਫਲ ਲੱਗਾ। ਬੜੇ ਘਬਰਾਏ। ਪਿੰਡ ਦੇ ਸਿਆਣੇ ਕਹਿੰਦੇ ਬਾਬਾ ਜੀ ਕੋਲ ਮਾਫੀ ਮੰਗ ਲਓ। ਗਏ, ਜਾ ਕੇ ਜਿਹਨੂੰ ਮਾਫ ਕਰ ਦਿਓ, ਉਹਦੇ ਤੋਂ ਭੁੱਲ ਹੋ ਗਈ। ਕਹਿਣ ਲੱਗੇ ਸੀ ਤੇ ਨਾ ਸ਼ਰਾਪ ਦਿੱਤਾ, ਨਾ ਵਾਰਸੀ ਕੌਣ ਹੁੰਦੇ ਆ,
ਸਾਨੂੰ ਤੇ ਪਤਾ ਹੀ ਨਹੀਂ ਉਹ ਕੀ ਕਰ ਰਿਹਾ ਸੀ ਤੇ ਕਿਉਂ ਕਰ ਰਿਹਾ ਸੀ, ਉਹ ਜਾਣੇ ਤੇ ਨਿਰੰਕਾਰ। ਉਹਨਾਂ ਨੇ ਤਰਲਾ ਲਿਆ, ਮਿੰਨਤ ਕੀਤੀ। ਬਾਬਾ ਜੀ ਕਹਿੰਦੇ ਰੱਬ ਦੇ ਭੈ ਵਿੱਚ ਉਹਦੀ ਸ਼ਰਨ ਵਿੱਚ ਆਇਓ, ਜਾਓ ਭਲਾ ਕਰਨਗੇ। ਗਏ ਤੇ ਉਹ ਮੂੰਹ ਸੂਰ ਵਰਗਾ ਹੋਣ ਦੀ ਬਜਾਏ ਫਿਰ ਉਹ ਨਾਰਮਲ ਮੂੰਹ ਉਹਨਾਂ ਨੂੰ ਦਿਸਣ ਲੱਗਾ। ਵਾਹਿਗੁਰੂ ਨੇ ਦਿਖਾਣਾ ਹੁੰਦਾ ਏ ਵੀ ਕਿਵੇਂ ਕੋਈ ਨਿੰਦਾ ਕਰੇ ਤੇ ਉਹਨੂੰ ਕਿਹੋ ਜਿਹੇ ਫਲ ਲੱਗਦੇ ਹਨ। ਜਦੋਂ ਸੰਗਤ ਵੱਧ ਗਈ ਨਾ ਤੇ ਬਾਬਾ ਜੀ ਨੂੰ ਹੁਕਮ ਕੀਤਾ, ਬਾਬਾ ਲਾਲ ਸਿੰਘ ਹੋਰਾਂ ਨੂੰ ਵੀ ਲੰਗਰ ਚਾਲੂ ਕਰੋ। ਲੰਗਰ ਚਾਲੂ ਕਰਨਾ, ਪਰ ਚੇਤਾ ਰੱਖਣਾ ਸਾਡੇ ਵੱਡਿਆਂ ਦਾ ਹੁਕਮ ਹੈ, ਇੱਕ ਤੇ ਕਿਸੇ ਕੋਲ ਸਵਾਲ ਨਹੀਂ ਪਾਣਾ, ਮੰਗਣਾ ਨਹੀਂ ਤੇ ਪੁੱਟਿਆ ਕਦਮ ਪਿੱਛੇ ਨਹੀਂ ਪਰ ਰੱਖਣਾ, ਭਾਵ ਅੱਗੇ ਤੁਰੇ ਜਾਣਾ, ਆਪੇ ਨਿਰੰਕਾਰ ਵਰਤੇਗਾ। ਤੇ ਇੱਥੇ ਸਾਧ ਸੰਗਤ ਲੰਗਰ ਜਦੋਂ ਚਾਲੂ ਹੋਏ, ਬੀਕਾਨੇਰੀ ਮਿਸਰੀ, ਪਿਸਤਾ, ਮਿਸਰੀ ਬਦਾਮ ਇਹ ਵੀ ਬਹੁਤ ਵਰਤਦੇ ਸਨ। ਜਦੋਂ ਕਿੰਤਾਂ ਦੀ ਗਰੀਬੀ ਦੇ ਸਮੇਂ ਸੀ, ਇੱਕ ਵਾਰੀ ਨਾ ਪਿੰਡ ਰੁਸਤਮ ਸੀ, ਉੱਥੋਂ ਦੇ ਸਾਰੇ ਪ੍ਰੇਮੀ ਇਕੱਠੇ ਹੋ ਕੇ ਆਏ। ਕਹਿਣ ਲੱਗੇ ਬਾਬਾ ਜੀ ਸਾਡੇ ਨਗਰ ਚੱਲੋ, ਅਸੀਂ ਯੱਗ ਕਰਾਉਣਾ ਚਾਹੁੰਦੇ ਹਾਂ, ਲੰਗਰ ਲਾਉਣੇ ਚਾਹੁੰਦੇ ਹਾਂ, ਤੁਸੀਂ ਦਰਸ਼ਨ ਦਿਓ। ਪ੍ਰਵਾਨਗੀ ਲਈ ਚਲੇ ਗਏ। ਸਾਰੀ ਸੰਗਤ ਨੇ ਰੱਜ ਕੇ ਲਾਖਾ ਲਿਆ ਦਰਸ਼ਨਾਂ ਦਾ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਬੜੀਆਂ ਰੂਹਾਂ ਬਾਣੀ ਤੇ ਨਾਮ ਨਾਲ ਜੁੜੀਆਂ। ਪਰ ਇੱਥੇ ਇੱਕ ਮਕਸੂਦ ਸ਼ਾਹ ਸੀ ਨੰਬਰਦਾਰ, ਉਹਦਾ ਪੁੱਤਰ, ਉਹਨੇ ਪੁੱਠੀ ਜੀ ਗੱਲ ਮਨ ਵਿੱਚ ਰੱਖ ਲਈ। ਬਾਹਰ ਖੂਹ 'ਤੇ ਸੱਜਣ ਕੁਝ ਬੈਠੇ ਸੀ ਪ੍ਰੇਮੀ, ਕਿਉਂਕਿ ਬਾਬਾ ਜੀ ਕੁਛ ਦਿਨ ਇਸ ਪਿੰਡ ਰਹੇ ਸੀ। ਉਹ ਕਹਿੰਦਾ ਮੈਂ ਤਾਂ ਇਹ ਸਾਧ ਨੂੰ ਮੰਨਾਂਗਾ ਜੇ ਮੈਨੂੰ ਬਗੈਰ ਪਿੰਡ ਸਿਣੇ ਇਕੱਲੇ ਤੋਂ ਇੱਥੇ ਬੈਠੇ ਨੂੰ ਹਲਵਾ ਪ੍ਰਸ਼ਾਦ ਛਕਾ ਦੇਣ। ਸਿੰਘਾਂ ਨੇ ਆਖਿਆ ਸਾਧੂਆਂ ਦੀ ਪਰਖ ਨਹੀਂ ਕਰੀਦੀ, ਪੁੱਠੀ ਪੈ ਜਾਂਦੀ ਏ। ਕਹਿਣ ਲੱਗਾ ਨਹੀਂ ਮੈਂ ਤਾਂ ਮੰਨਾਂਗਾ। ਤਾਈਓ ਜੇ ਉੱਧਰੋਂ ਮਹਾਰਾਜ ਨੇ ਖੇਡ ਵਰਤਾਈ, 2-3 ਸਿੰਘ ਪਰਾਤ ਭਰ ਕੇ ਖਲਵੇ ਦੀ ਲੈ ਕੇ ਖੂਹ 'ਤੇ ਆ ਗਏ। ਜਦੋਂ ਰੱਖਿਆ ਤੇ ਪ੍ਰੇਮੀ ਤੇ ਖੁਸ਼, ਪਰ ਇਹਦਾ ਪੁੱਤਰ ਸੀ ਜਿਹੜਾ ਮਖਮੂਦ ਸ਼ਾਹ ਦਾ, ਜਿਹੜਾ ਕਹਿ ਰਿਹਾ ਸੀ, ਜਦੋਂ ਹੀ ਖਲਵੇ ਨੂੰ ਵੇਖਿਆ ਤੇ ਸੱਚਮੁੱਚ ਖਲਵਾ ਏ। ਉਹ ਕਹਿੰਦੇ ਸ਼ੱਕ, ਉਹਨੂੰ ਵੇਂਦਿਆਂ ਸਾਰੀ ਬੇਖੁਸ਼ ਹੋ ਗਿਆ। ਬਸ ਮੂੰਹ 'ਚੋਂ ਕੋਈ ਸ਼ਬਦ ਕੱਢਦਾ ਇਹੋ ਜਿਹਾ ਹੋਇਆ, ਬੇਖੁਸ਼ ਉਹਦੇ ਤੋਂ ਕੁਛ ਵੀ ਨਾ ਉਹਦੇ ਮੂੰਹ 'ਚੋਂ ਕੋਈ ਸ਼ਬਦ ਨਿਕਲਿਆ। ਬਹੁਤ ਘਬਰਾ ਗਏ ਸਾਰੇ ਜਣੇ। ਫਿਰ ਉਹਦੇ ਘਰਦਿਆਂ ਨੇ ਆ ਕੇ ਮਾਫੀ ਮੰਗੀ। ਫਿਰ ਮਹਾਂਪੁਰਸ਼ਾਂ ਨੇ ਬਚਨ ਕੀਤਾ, ਉਹਨੂੰ ਹੋਸ਼ ਆਈ। ਕਹਿਣ ਲੱਗੇ ਕਦੇ ਵੀ ਇਸ ਤਰ੍ਹਾਂ ਦੀ ਪ੍ਰੀਖਿਆ ਨਹੀਂ ਕਰੀਦੀ, ਅਸੀਂ ਤੇ ਪ੍ਰਸ਼ਾਦ ਘੱਲਿਆ ਸੀ ਪਰ ਨਿਰੰਕਾਰ ਨਾਰਾਜ਼। ਸਾਧ ਸੰਗਤ ਐਵੇਂ ਕਈ ਵਾਰ ਅਸੀਂ ਨਾ ਛੋਟੇ ਦੇ ਖਿਲਿਆਂ ਵੱਡਿਆਂ ਨਾਲ ਵੀ ਟੱਕਰ ਲੈ ਬੈਠਦੇ ਹਾਂ। ਬਹੁਤ ਮਹਿੰਗਾ ਸੌਦਾ ਹੈ। ਜੇ ਅੰਦਰ ਨਹੀਂ ਮੰਨਦਾ ਤੇ ਪਾਸੇ ਹੋ ਜਾਓ। ਪ੍ਰੀਖਿਆ ਕਰਨੀ ਤੇ ਨਿੰਦਾ ਕਰਨੀ, ਇਹਦੇ ਵਰਗਾ ਤੇ ਕੋਈ ਪਾਪ ਹੀ ਨਹੀਂ। ਇੱਥੋਂ ਹੀ ਨਾ ਸਰਦਾਰ ਸੰਤ ਸਿੰਘ ਜੀ ਹੋਏ ਨੇ, ਉਸ ਨੇ ਬੇਨਤੀ ਕੀਤੀ, ਜੀਓ ਘਰ ਵਿੱਚ ਪੁੱਤਰ ਦੀ ਦਾਤ ਨਹੀਂ, ਕਿਰਪਾ ਕਰੋ। ਮੈਂ 3 ਸ਼ਾਦੀਆਂ ਵੀ ਕਰਾ ਚੁੱਕਾ ਵਾਂ। ਬਾਬਾ ਜੀ ਨੇ ਕਿਹਾ ਸੰਗਤ ਦੀ ਸੇਵਾ ਕਰ, ਗੁਰੂ ਨਾਨਕ ਸਾਹਿਬ ਪੁੱਤਰ ਦੀ ਦਾਤ ਬਖਸ਼ਣਗੇ। ਉਹਨੇ ਸੇਵਾ ਬਹੁਤ ਕੀਤੀ, ਲੰਗਰ ਦੀ ਤਨੋ ਮਨੋ। ਸੰਗਤਾਂ ਨੇ ਅਰਦਾਸ ਕੀਤੀ, ਬਾਬਾ ਜੀ ਨੇ ਅਰਦਾਸ ਕੀਤੀ, ਪੁੱਤਰ ਦੀ ਦਾਤ ਉਹਨੂੰ ਮਿਲੀ। ਬਾਅਦ ਵਿੱਚ ਇਹਦੀ ਸ਼ਰਧਾ ਬਹੁਤ ਸੀ। ਇਸ ਨੇ ਨਾ ਫਿਰ ਨਾਲ ਨੇੜੇ ਇੱਕ ਪਹਾੜੀ ਸੀ, ਉਧਰ ਸੰਗਤ ਨੂੰ ਲੈ ਕੇ ਬਾਬਾ ਜੀ ਨੂੰ ਚਲੇ ਗਏ। ਜਦੋਂ ਉੱਥੇ ਗਏ ਸਾਰਿਆਂ ਨੇ ਆਖਿਆ ਬਾਬਾ ਜੀ ਇੱਧਰ ਪਾਣੀ ਦੀ ਬੜੀ ਤੋਟ, ਪਾਣੀ ਨਹੀਂ ਮਿਲਦਾ ਕਿਧਰੇ, ਕੋਈ ਕਿਰਪਾ ਕਰੋ ਇਲਾਕੇ ਨੂੰ ਰਜਵਾ ਪਾਣੀ ਤੇ ਮਿਲੇ। ਬਾਬਾ ਜੀ ਨੇ ਕਿਹਾ ਇੱਥੇ ਜਗ੍ਹਾ ਪੁੱਟੋ ਖੂਹੀ। ਉਸੇ ਪਹਾੜੀ 'ਤੇ ਹੀ ਉਹਨਾਂ ਨੇ ਪੁੱਟਣੀ ਸ਼ੁਰੂ ਕੀਤੀ। ਅਜੇ 5 ਫੁੱਟ ਪੁੱਟੀ ਹੋਏਗੀ, ਪੂਰੀ ਗੜਗੜਾਹਟ ਦੀ ਆਵਾਜ਼ ਆਵੇ, ਜਿਵੇਂ ਬੱਦਲ ਗਰਜਦੇ ਨੇ, ਬਿਜਲੀ ਆਉਂਦੀ। ਸਾਰੇ ਡਰ ਕੇ ਪਿੱਛੇ ਹਟ ਗਏ। ਬਾਬਾ ਜੀ ਕਹਿੰਦੇ ਕੀ ਹੋਇਆ? ਕਹਿਣ ਲੱਗੇ ਜੀ ਬੜੇ ਕਿਸੇ ਦੇ ਗੜਕਣ ਦੀ ਆਵਾਜ਼ ਹੁੰਦੀ, ਖੁਰੇ ਧਰਤੀ ਨੇ ਫਟ ਜਾਣਾ, ਖੁਰੇ ਕੀ? ਕਹਿੰਦੇ ਘਬਰਾਓ ਨਹੀਂ, ਗੁਰੂ ਨਾਨਕ ਸਾਹਿਬ ਆਪਣੇ ਬੱਚਿਆਂ ਲਈ ਪਾਣੀ ਭੇਜ ਰਹੇ ਨੇ, ਤੁਸੀਂ ਖੂਹ ਪੁੱਟੋ। ਥੋੜ੍ਹਾ ਹੋਰ ਪੁੱਟਿਆ, ਜਦੋਂ ਪਾਣੀ ਨਿਕਲਿਆ ਮਿੱਠਾ, ਉਹਨੂੰ ਬੌਲੀ ਸਾਹਿਬ ਕਿਹਾ। ਬਾਬਾ ਜੀ ਕਹਿੰਦੇ ਜਾਓ, ਜਿਹੜਾ ਵੀ ਇਸ ਜਲ ਨਾਲ ਇਸ਼ਨਾਨ ਕਰੇਗਾ ਉਹਦੇ ਰੋਗ ਕੱਟੇ ਜਾਣਗੇ, ਨਾਮ ਜਪੇਗਾ ਤੇ ਜ਼ਿੰਦਗੀ 'ਚ ਉਹਦਾ ਭਲਾ ਹੋਏਗਾ। ਬੌਲੀ ਸਾਹਿਬ ਬਣ ਗਈ। ਇੱਕ ਵਾਰ ਨਾ ਅੰਗਰੇਜ਼ ਨਵਾਂ ਅਫਸਰ ਆਇਆ ਬਦਲਿਆ, ਜਦੋਂ ਉਹਨਾਂ ਦੀਆਂ ਬਾਤਾਂ ਛਿੜਦੀਆਂ ਨੇ ਤੇ ਲੰਬੀਆਂ ਚੌੜੀਆਂ ਨੇ,
सतसंगियों पर कुछ कु बचन 5-4 कोर साझे करते हैं, तुहाडा हुक्म भी है, फिर गाय बगा करते रवांगे। बाबा करम सिंह जी दे उन्हें भी जी कीता दर्शन करे, क्योंकि फौज बहुत सत्कार सी, गोरे खोण काले होण भावें हिंदुस्तानी खोण, हर कोई बाबा जी ते शरधा बहुत रखदा सी, क्योंकि बाबा जी किसी को कुछ लै नहीं रहे, दे ही रहे ने। उन्हें रसालदार जीवन सिंह नूं नाल लिया ते दर्शन करन आया, बड़ा खुश। जीवन सिंह कहंदा बाबा जी नूं बेनती करो साडी छावनी ने ना नेड़े उत्थे आसन लाण, असीं उत्थे कुटिया भी बना देने आ ते नाले सानूं लाभ होएगा, असीं संगत करया करांगे, नाले जिहदे नेड़े महापुरुष होण फिर किसी कमलावर की हिम्मत नहीं कोई कमला करे। भाई जीवन सुर ने बेनती की, बाबा जी ने प्रवान नहीं की, कहंदे सानूं हुक्म नहीं, असीं जिथे हाँ उत्थे ठीक हाँ। उन्हें बजाए सत बचन कहन दे इस गल का बुरा मनाया, अगों बोलदा होया बुड़बड़ांदा होया चला गया, असीं साधां तो किहड़े काम करवाने ने, साडा की छुड़िया नहीं ते ना असीं ते प्यार ही देना सी। उन्हें मंदे जे बोल बोले चला गया, पर इहदे नाल दो गल्लां होईयां। बाबा करम सिंह जी अडोल संगत नूं बगैर दसन तो अलोप हो गए, संगत लभदी रह गई, किसी नूं लभे नहीं। 14 महीने श्री ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਆ ਗਏ ਨੇੜੇ, ਇੱਥੇ ਰਹਿ ਤੇ ਵੱਧ ਤੋਂ ਵੱਧ ਸਮਾਂ ਹਰਮੰਦਰ ਸਾਹਿਬ ਰਹਿਣਾ। 14 ਮਹੀਨਿਆਂ ਬਾਅਦ ਸੰਗਤ ਨੂੰ ਅਚਾਨਕ ਇੱਕ ਨੁੱਕਰੇ ਬੈਠੇ ਉਹਨਾਂ ਦੇਖ ਲੈ, ਵੇਖਿਆ ਬਾਅਦ 'ਚ ਕਿੱਥੇ ਜਾਂਦੇ ਪਤਾ ਕੀਤਾ, ਸੰਗਤ ਆਈ, ਰਲ ਕੇ ਬੇਨਤੀ ਕੀਤੀ ਜੀ ਵਾਪਸ ਆਓ, ਸਾਰਾ ਇਲਾਕਾ ਉਡੀਕ ਰਿਹਾ, ਫੌਜਾਂ ਵੀ ਲੱਭ ਰਹੀਆਂ ਨੇ, ਸੰਗਤ ਉਡੀਕ ਰਹੀ ਹੈ, ਕਿਰਪਾ ਕਰੋ। ਉਹਨਾਂ ਨੇ ਆਖਿਆ ਇੱਥੇ ਠੀਕ ਆ। ਜਦੋਂ ਸੰਗਤ ਨੇ ਹੁਕਮ ਕੀਤਾ ਫਿਰ ਬਾਬਾ ਜੀ ਵਾਪਸ 14 ਮਹੀਨਿਆਂ ਬਾਅਦ ਜਦੋਂ ਗਏ ਤੇ ਬਾਬਾ ਲਾਲ ਸਿੰਘ ਜੀ ਨੂੰ ਇੰਨਾ ਵਿਛੋੜੇ ਦਾ ਦਰਦ ਸੀ, ਉਹ ਜਦੋਂ ਰੋ ਰਹੇ ਸੀ ਨਾ, ਜਦੋਂ ਦਰਸ਼ਨ ਕਰਕੇ ਕਹਿੰਦੇ ਕੋਈ ਅੱਖ ਨਹੀਂ ਸੀ ਐਖੋ ਜਿਹੀ ਜਿਹੜੀ ਖੰਝੂਆਂ ਦੀ ਝੜੀ ਨਹੀਂ ਸੀ ਲਾ ਰਹੀ। ਇੰਨਾ ਦਰਦ ਵਿਛੋੜੇ ਦਾ ਜਿਵੇਂ ਪੂਰਾ ਸਰੀਰ ਹੀ ਉਹਨਾਂ ਦਾ ਦਰਦ ਬਣ ਕੇ ਆਖ ਹੋਵੇ, ਜਿਵੇਂ ਕੋਇਲ ਦੀ ਖੂਕ ਨਿਕਲਦੀ ਹੈ, ਜਿਵੇਂ ਕਿਧਰੇ ਗੁਰੂ ਅਰਜਨ ਸਾਹਿਬ ਜੀ ਦੇ ਨੇ ਬਚਨ ਨੇ ਨਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ। ਉਹ ਉਹਨਾਂ ਨੇ ਵਿਰਲਾਪ ਇੰਨਾ ਕੀਤਾ। ਬਾਬਾ ਕਰਮ ਸਿੰਘ ਸਾਹਿਬ ਇੱਕਦਮ ਬਹੁਤ ਪਿਆਰਾਂ ਵਿੱਚ ਸਨ, ਪਿਆਰ 'ਚ ਇਹ ਵੀ ਡੁੱਲ ਪਏ, ਕਹਿਣ ਲੱਗੇ ਲਾਲ ਸਿੰਘ ਅੱਜ ਤੋਂ ਬਾਅਦ ਅਸੀਂ ਕਦੇ ਵੀ ਵਿਛੜਾਂਗੇ ਨਹੀਂ, ਸਦਾ ਲਈ ਇਕੱਠੇ ਰਹਾਂਗੇ। ਧੀਰਜ ਦਿੱਤਾ, ਸਿਰ 'ਤੇ ਹੱਥ ਫੇਰਿਆ। ਉਧਰੋਂ ਜੀਵਨ ਸਿੰਘ ਜਿਹੜਾ ਮਾੜਾ ਬੋਲਿਆ ਸੀ ਉਹ ਬਿਮਾਰ ਹੋ ਗਿਆ, ਪਤਾ ਲੱਗਾ ਹੁਣ ਇਲਾਜ ਕੋਈ ਨਹੀਂ। ਫਿਰ ਸੰਗਤ ਦੀ ਸ਼ਰਨ ਲਈ ਬਾਬਾ ਜੀ ਉਹਨਾਂ ਨੂੰ ਬੁਲਾਇਆ, ਕਹਿਣ ਲੱਗਾ ਜੀ ਮੈਨੂੰ ਪਤਾ ਹੈ ਤੇ ਹੁਣ ਪਾਪ ਵੱਡਾ ਏ, ਮੇਰਾ ਅੱਗਾ ਹੀ ਸਵਾਰ ਦਿਓ। ਬਾਬਾ ਜੀ ਉਹਨਾਂ ਨੇ ਫਿਰ ਵੀ ਭਲਾ ਕੀਤਾ, ਉਹਨਾਂ ਦੇ ਢੰਗ ਹੁੰਦੇ ਨੇ। ਜਦੋਂ ਉਸ ਲਈ ਪਾਠ ਕਰਾਇਆ, ਸੇਵਾ ਕਰਵਾਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ, ਬਾਬਾ ਜੀ ਕਹਿਣ ਲੱਗੇ ਕੜਾਹ ਪ੍ਰਸ਼ਾਦ ਤਿਆਰ ਕਰੋ। ਉਹਨਾਂ ਦੀ ਚਿਖਾ ਵਿੱਚ ਪਾਇਆ ਉਹਨਾਂ ਨੇ ਤੇ ਇਹ ਉਹਨਾਂ ਦੀਆਂ ਉਹ ਜਾਣਨ, ਕਹਿਣ ਲੱਗੇ ਇਹ ਹੁਣ ਬਖਸ਼ੀ ਗਈ ਰੂਹ। ਢੰਗ ਤਰੀਕੇ ਹੁੰਦੇ ਨੇ, ਜਿੱਥੇ ਆਮ ਲੋਕ ਬਾਬਾ ਜੀ ਕੋਲ ਆਉਂਦੇ ਸੀ ਨਾ, ਉੱਥੇ ਗੁਰੂ ਕੇ ਪਿਆਰੇ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਭਈ ਇਹ ਨਾ ਕਿਧਰੇ ਸਮਝਣਾ ਸਾਧੂ ਸ਼ਰਾਪ ਦਿੰਦਾ ਨਹੀਂ। ਚੇਤਾ ਰੱਖਣਾ ਗੁਰੂ ਗ੍ਰੰਥ ਸਾਹਿਬ ਤੇ ਬਚਨ। ਆਪਾਂ ਨਾ ਕਲਗੀਆਂ ਵਾਲੇ ਪਾਤਸ਼ਾਹ ਦੀ ਬਾਣੀ ਚੌਪਈ ਸਾਹਿਬ ਪੜ੍ਹਦੇ ਹਾਂ, ਸਾਹਿਬ ਕੀ ਕਹਿੰਦੇ, ਸੰਤਨ ਦੁੱਖ ਪਾਏ ਤੇ ਦੁਖੇ, ਸੁਖ ਪਾਏ ਸਾਧਨ ਕੇ ਸੁਖੇ। ਸੰਤ ਜਦੋਂ ਦੁਖਦਾ ਹੈ ਤੇ ਰੱਬ ਦੁਖਦਾ ਹੈ, ਨਿਰੰਕਾਰ ਆਪਣੀ ਭਗਤਾਂ ਦਾ ਰਖਵਾਲਾ ਬਣ ਕੇ ਖਲੋਤਾ ਹੁੰਦਾ ਹੈ। ਉਹ ਪ੍ਰਗਟ ਹੁੰਦਾ ਹੈ ਆਪਣੇ ਪਿਆਰੇ ਲਈ, ਕਿਹਨੂੰ ਸਜ਼ਾ ਦੇਣੀ ਕਿਹਨੂੰ ਬਖਸ਼ਣਾ, ਪਰ ਭਗਤ ਦੇ ਅੰਦਰ ਸਾਧੂ ਦੇ ਕੇਵਲ ਹਮਦਰਦੀ ਹੁੰਦੀ। ਉਹ ਨਹੀਂ ਕਿਸੇ ਦਾ ਬੁਰਾ ਕਰ ਸਕਦਾ, ਲੋਕ ਬੁਰਾ ਕਰਵਾ ਲੈਂਦੇ ਨੇ। ਜੇ ਕਿਸੇ ਤੋਂ ਭੁੱਲ ਹੋ ਜਾਵੇ, ਕਦੇ ਕਿਹਾ ਸੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਜੀਤੋ ਜੀ ਨੂੰ, ਜਦੋਂ ਮਾਤਾ ਜੀਤੋ ਜੀ ਨੇ ਮੋਹਨਾ ਸੋਹਣਾ ਦੀ ਬੇਨਤੀ ਕੀਤੀ ਸੀ, ਜੀ ਤੁਸੀਂ ਕਹਿੰਦੇ ਹੋ ਵੀ ਦਰਸ਼ਨ ਨਹੀਂ ਹੋਣ ਲੱਗੇ, ਕਾਰਨ ਦੱਸਿਆ ਵੀ ਇਹਨਾਂ ਤੋਂ ਭੁੱਲ ਹੋਈ ਸੀ। ਇੱਕ ਕਿਸੇ ਗੁਰੂ ਤੇ ਬਖਸ਼ੇ ਸਿੰਘ ਨੂੰ ਪਾਣੀ ਦਾ ਘੁੱਟ ਨਹੀਂ ਸਾਨੇ ਪਿਲਾਇਆ, ਉਹਦੇ ਮੁਖ ਚੋਂ ਬਚਨ ਨਿਕਲ ਗਿਆ ਹੈ,
ਕਦੇ ਰੱਬ ਦੇ ਦਰਸ਼ਨ ਨਹੀਂ ਹੋਣਗੇ। ਇਹ ਹੁਣ ਦਰਸ਼ਨ ਕਰਨਾ ਚਾਹੁੰਦੇ ਨੇ, ਪਰ ਸਿੰਘ ਦਾ ਬਚਨ ਹੋ ਗਿਆ ਹੈ। ਮਾਤਾ ਜੀ ਨੇ ਪੁੱਛਿਆ, ਜੀ ਜਿਸ ਤਰ੍ਹਾਂ ਦੀ ਭੁੱਲ ਹੋ ਜਾਵੇ ਤੇ ਕੀ ਕਰਨਾ ਚਾਹੀਦਾ ਏ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਚੇਤਾ ਰੱਖੀਏ। ਸਾਹਿਬ ਕਹਿਣ ਲੱਗੇ, ਜਾਂ ਤਾਂ ਉਸੇ ਉਹ ਜੇਕਰ ਉਹ ਜਿਉਂਦਾ ਹੋਵੇ, ਉਹ ਸਰੀਰ 'ਚ ਔਰਤ ਤੇ ਮਰਦ ਏ, ਉਹਦੇ ਚਰਨਾਂ ਵਿੱਚ ਡਿੱਗ ਕੇ ਉਹਦੇ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਜੇਕਰ ਉਹ ਸਰੀਰ ਚਲਾ ਜਾਵੇ, ਪਛਤਾਵਾ ਬਾਅਦ 'ਚ ਹੋਵੇ, ਫਿਰ ਉਹਦਾ ਧਿਆਨ ਕਰਕੇ ਸਤਿਗੁਰੂ ਪਰਮੇਸ਼ਰ ਜੀ ਦੇ ਬੰਦਗੀ ਕਰਕੇ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਉਹਦੇ ਕੋਲੋਂ ਮਾਫੀ ਮੰਗਣੀ ਚਾਹੀਦੀ। ਪਰ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ, ਬਹੁਤ ਮਿਹਨਤ ਇੰਨੀ ਵੀ ਬੰਦੇ ਨੂੰ ਆਪ ਇੱਕ ਤਰ੍ਹਾਂ ਨਾਲ ਦੁਨੀਆ ਵੱਲੋਂ ਪੂਰਾ ਮਰਨਾ ਹੀ ਪੈਂਦਾ ਹੈ। ਮਾਤਾ ਜੀਤੋ ਜੀ ਨੇ ਕਿਹਾ, ਜੀ ਮੈਂ ਕੁਛ ਮਦਦ ਕਰਾਂ? ਹਾਂ, ਤੁਸੀਂ ਸੰਗਤ ਦਿਓ। ਉਹਨਾਂ ਦਾ ਅੰਦਰ ਛੇਤੀ ਡਿੱਗਿਆ ਸੀ ਤੇ ਉਹ ਬਖਸ਼ੇ ਗਏ ਸੀ। ਸਾਧੂ ਨਹੀਂ ਕਦੇ ਕਿਸੇ ਨੂੰ ਸ਼ਰਾਪ ਦਿੰਦਾ ਗੁਰੂ ਕੇ ਪਿਆਰਿਓ, ਪਰ ਅਸੀਂ ਆਪ ਹੀ ਆਪਣੇ ਕਰਮ ਜਿਹੜੇ ਕਰਦੇ ਆ, ਆਖੋ ਜੇ ਕਈ ਵਾਰ ਮਾੜੇ, ਉਹ ਸਾਡੇ ਲਈ ਸ਼ਰਾਪ ਬਣ ਜਾਂਦਾ ਹੈ। ਸ਼ਰਾਪ, ਨਿੰਦਾ ਖਾਸ ਕਰਕੇ ਮਾੜੀ। ਖੈਰ, ਬਾਬਾ ਕਰਮ ਸਿੰਘ ਖੋਤੀ ਮਰਦਾਨ, ਤਿੰਨਾਂ ਤੇ ਨਾ ਜਿੱਥੇ ਸੰਗਤ ਬਹੁਤ ਆ ਰਹੀ, ਉੱਥੇ ਮਹਾਰਾਜਾ ਪ੍ਰਤਾਪ ਸਿੰਘ ਕਸ਼ਮੀਰ ਨਿਵਾਸੀ ਉਹ ਵੀ ਆਇਆ ਦਰਸ਼ਨ ਕਰਨ। ਉਹਨੇ ਸਟੇਟ ਨੂੰ ਕਿਹਾ ਸੀ, ਮੇਰਾ ਉਚੇਚਾ ਸਤਿਕਾਰ ਨਾ ਕਰੋ, ਮੈਂ ਰਾਜਾ ਬਣ ਕੇ ਨਹੀਂ, ਮੈਂ ਤੁਹਾਡੇ ਇਸ ਦੇਸ਼ ਅੰਦਰ ਇਲਾਕੇ 'ਚ ਬਾਬਾ ਜੀ ਦਾ ਇੱਕ ਸ਼ਰਧਾਲੂ ਬਣ ਕੇ ਆ ਰਿਹਾ। ਇਹ ਜਦੋਂ ਪਤਾ ਲੱਗਾ, ਬਾਬਾ ਜੀ ਸਨ ਬਾਹਰ ਗੁਫਾ ਵਿੱਚ ਚਲੇ ਗਏ। ਇਹ ਪੈਦਲ 4 ਮੀਲ ਉੱਥੇ ਤੁਰ ਕੇ ਗਿਆ। ਪਰ ਜਦੋਂ ਅੰਦਰ ਬੇਨਤੀ ਗਈ, ਜੀ ਮਹਾਰਾਜਾ ਪ੍ਰਤਾਪ ਸਿੰਘ ਆਇਆ, ਦਰਸ਼ਨ ਕਰਨਾ ਚਾਹੁੰਦਾ ਹੈ, ਬਾਬਾ ਜੀ ਨੇ ਅੱਗੋਂ ਮਨਾ ਕਰ ਦਿੱਤਾ। ਕਹਿਣ ਲੱਗੇ, ਸਾਡਾ ਕੀ ਰਾਜਿਆਂ ਨਾਲ ਕੰਮ ਭਾਈ, ਉਹਨਾਂ ਨੂੰ ਕਹੋ ਜਾਓ ਵਾਪਸ, ਤੁਸੀਂ ਆਪਣਾ ਕੰਮ ਕਰੋ। ਨਹੀਂ ਦਰਸ਼ਨ ਹੋਏ, ਵਾਪਸ ਆ ਗਏ। ਬਾਬਾ ਲਾਲ ਸਿੰਘ ਜੀ ਦੀ ਮਦਦ ਲਈ ਕਹਿੰਦੇ, ਇੱਥੇ ਆਪਾਂ ਰਹਿੰਦੇ ਹਾਂ, ਇੱਥੇ ਅਸਥਾਨ 'ਤੇ ਹੀ, ਕੱਲ੍ਹ ਨੂੰ ਫੇਰ ਬੇਨਤੀ ਕਰਾਂਗੇ। ਫੇਰ ਬੇਨਤੀ ਕੀਤੀ। ਕਹਿਣ ਲੱਗੇ, ਜੀ ਕਿਰਪਾ ਕਰੋ, ਦਰਸ਼ਨ ਬਖਸ਼ੋ। ਦਰਸ਼ਨ ਹੋਏ। ਇਹਨਾਂ ਨੇ ਬਹੁਤ ਸਾਰੀ ਮਾਇਆ ਭੇਟ ਕੀਤੀ। ਬਾਬਾ ਜੀ ਕਹਿਣ ਲੱਗੇ, ਮਾਇਆ ਚੁੱਕ ਲਵੋ। ਕਹਿਣ ਲੱਗੇ, ਜੀ ਸੇਵਾ ਚਲਾ ਲਓ। ਕਹਿੰਦੇ, ਤੈਨੂੰ ਕਿਹਾ ਚੁੱਕ ਲਓ? 3 ਵਾਰੀ ਕਿਹਾ, ਇਹਨਾਂ ਨੇ ਮਾਇਆ ਚੁੱਕ ਲਈ, ਪ੍ਰਵਾਨ ਨਹੀਂ ਕੀਤੀ। ਕਹਿਣ ਲੱਗੇ, ਜੀ ਦੱਸੋ ਕਿਵੇਂ ਆਏ ਹੋ? ਜੀ 2 ਬੇਨਤੀਆਂ ਲੈ ਕੇ ਆਇਆ। ਇੱਕ ਇਹੋ ਜਿਹਾ ਪਗੰਦਰ ਫੋੜਾ ਖੋਇਆ ਏ ਜਿਹੜਾ ਕਿ ਦਿਨੇ ਰਾਤ ਤੰਗ ਕਰਦਾ, ਇਲਾਜ ਕੋਈ ਨਹੀਂ। ਦੂਸਰਾ, ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਬਖਸ਼ੋ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਕੁਛ ਦਿਨ ਸੰਗਤ ਕਰੋ, ਦੋਵੇਂ ਚੀਜ਼ਾਂ ਮਿਲਣਗੀਆਂ। ਬੜਾ ਖੁਸ਼ ਰਾਜਾ ਇਹ ਬਚਨ ਲੈ ਲਏ। ਪਰ ਜਦੋਂ ਰੋਜ਼ ਬਚਨ ਸੁਣਨੇ ਨਾ ਇੱਥੇ ਬਾਬਾ ਜੀ ਦੇ, ਤੇ ਇਹਨੂੰ ਸੁੱਧ ਬੁੱਧ ਹੀ ਭੁੱਲ ਜਾਣੀ। ਰਾਜਾ ਹੋ ਕੇ ਵੀ ਸੁਰਤੇ ਕਿਸੇ ਹੋਰ ਦੇਸ਼ ਮੰਡਲ ਵਿੱਚ ਇਹਦੀ ਪਹੁੰਚ ਜਾਣੀ। ਫਿਰ ਇਹਦਾ ਜੀ ਨਾ ਕਰੇ ਜਾਣ ਨੂੰ। ਬਾਅਦ ਵਿੱਚ ਪਿੱਛੇ ਨੂੰ ਕੰਮ ਪੈ ਗਿਆ ਤੇ ਉਦੋਂ ਇਹਨੂੰ ਜਾਣਾ ਪੈ ਗਿਆ, ਪਰ ਇਹਦਾ ਅੰਦਰ ਇੱਧਰ ਹੀ ਸੀ। ਮੈਂ ਬੇਨਤੀ ਕਰ ਰਿਹਾ ਮੈਂ ਗੁਰੂ ਕੇ ਪਿਆਰਿਓ, ਇਹ ਕੋਈ ਇੱਕ ਅਨੇਕ ਚੌਧਰੀ ਸੰਤ ਸਿੰਘ ਸੀ। ਉਸ ਨੇ ਬੇਨਤੀ ਕੀਤੀ, ਜੀ ਬਾਬਾ ਜੀ ਕਿਰਪਾ ਕਰੋ, ਘਰ ਪੁੱਤਰ ਦੀ ਦਾਤ ਬਖਸ਼ੋ। ਪੁੱਤਰ ਆਇਆ, ਉਹ ਸ਼ੁਕਰਾਨਾ ਕਰਨ ਲਈ ਆਇਆ ਤੇ ਬੇਨਤੀ ਕੀਤੀ। ਕਹਿਣ ਲੱਗਾ, ਜੀ ਕਿਰਪਾ ਕਰੋ, ਪੁੱਤਰ ਆ ਗਿਆ, ਪਰ ਇਹਦੀ ਮਾਂ ਨਾਲ ਹੀ ਚੜ੍ਹਾਈ ਕਰ ਗਈ, ਕੀ ਮੈਂ ਦੂਜੀ ਸ਼ਾਦੀ ਕਰਾਂ, ਇਸ ਬੱਚੇ ਦੀ ਸੰਭਾਲ ਕਰੇ। ਪ੍ਰਵਾਨਗੀ ਮਿਲੀ। ਇਹ ਬਹੁਤ ਵਧੇਰੇ ਸ਼ਰਧਾਲੂ ਸੀ। ਇਹਨੇ ਬਾਬਾ ਜੀ ਹੋਰਾਂ ਨੂੰ ਘਰ ਬੁਲਾਇਆ, ਇੱਕ ਘੋੜਾ ਭੇਟ ਕੀਤਾ ਵੀ ਤੁਸੀਂ ਇਹਦੇ 'ਤੇ ਚੜ੍ਹੋ। ਉਹ ਬਾਬਾ ਜੀ ਨੇ ਬਾਬਾ ਲਾਲ ਸਿੰਘ ਜੀ ਨੂੰ ਦੇ ਦਿੱਤਾ। ਫਿਰ ਉਹਨੇ ਇੱਕ ਪਾਲਕੀ ਤਿਆਰ ਕੀਤੀ ਵੀ ਤੁਸੀਂ ਇਹਦੇ 'ਚ ਬੈਠੋ। ਉਹ ਫਿਰ ਰਹੀ ਹਮੇਸ਼ਾ ਸੰਗਤ ਪਿਆਰਾਂ ਨਾਲ ਉਹਦੇ 'ਚ ਪਾਲਕੀ 'ਚ ਬਿਠਾ ਕੇ ਅਸਥਾਨ ਤੋਂ ਬਾਹਰ ਜਿੱਥੇ ਗੁਫਾ ਵੱਲ ਜਾਣਾ ਜਾਂ ਗੁਫਾ ਤੋਂ ਵਾਪਸ ਆਉਣਾ, ਇਹ ਇਸ ਤਰ੍ਹਾਂ ਦੀ ਸੇਵਾ ਚੱਲਦੀ ਰਹੀ। ਇੱਕ ਹੀਰਾ ਲਾਲ ਸੀ, ਸੇਵਾ ਕਰਿਆ ਕਰਦਾ ਸੀ, ਪਿੰਡ ਸੀ ਨੇੜੇ। ਉਹਨੂੰ ਨਮੂਨੀਆ ਹੋ ਗਿਆ। ਇਹਨਾਂ ਦੇ ਢੰਗ ਵੀ ਅਨੋਖੇ ਹੁੰਦੇ ਪੂਰਿਆਂ ਸਾਧੂਆਂ ਦੇ। ਬੰਦਾ ਪਤਾ ਕੀ ਚਾਹੁੰਦਾ ਹੈ, ਸਾਧੂ ਰਵੇ ਤੇ ਸਾਡੇ ਵਾਂਗੂ, ਬੋਲੇ ਸਾਡੇ ਵਾਂਗੂ, ਖਾਏ ਪੀਏ ਸਾਡੇ ਵਾਂਗੂ, ਗੱਲਾਂ ਸਾਡੇ ਵਾਂਗੂ ਕਰੇ, ਤੇ ਜਿਹੜੇ ਬਚਨ ਨੇ ਉਹ ਉਹਦੇ ਰੱਬੀ ਖੋਣ। ਇੱਥੋਂ ਹੀ ਤਾਂ ਅਸੀਂ ਮਾਰ ਖਾਂਦੇ ਹਾਂ। ਨਹੀਂ,
ਉਹਦੇ ਬੋਲ ਦੁਨੀਆ ਵਰਗੇ ਨਹੀਂ ਖੋਣਗੇ, ਭਗਤਾਂ ਕੀ ਚਾਲ ਨਿਰਾਲੀ ਹੁੰਦੀ। ਹਰ ਸਾਧੂ ਵੱਖਰੇ ਹੀ ਢੰਗ ਨਾਲ ਉਹ ਲੋਕਾਂ 'ਤੇ ਬਖਸ਼ਿਸ਼ ਕਰੇਗਾ। ਉਹ ਕਿਸੇ ਦਾ ਗੁਲਾਮ ਨਹੀਂ ਭਈ ਸਾਡੇ ਵਾਂਗ ਸੋਹਣੇ ਸੋਹਣੇ ਬੋਲ ਬੋਲ ਕੇ ਕਿਸੇ ਨੂੰ ਪ੍ਰਭਾਵਿਤ ਕਰੇ, ਨਹੀਂ, ਉਹਨੂੰ ਲੋਕਾਂ ਦੀ ਸ਼ੋਭਾ ਦੀ ਲੋੜ ਨਹੀਂ। ਉਹਨੇ ਤਾਂ ਭਲਾ ਕਰਨਾ ਅਤੇ ਖੋਮੇ ਨੂੰ ਕੱਟਣਾ ਏ। ਜਦੋਂ ਖੈਰ ਹੀਰਾ ਲਾਲ ਜੀ ਬਿਮਾਰ ਹੋਏ, ਨਮੂਨੀਆ ਹੋਇਆ, ਅਤੇ ਕਹਿਣ ਲੱਗੇ ਭਈ ਇਹ ਹੁਣ ਸਰੀਰ ਛੱਡ ਜਾਏਗਾ। ਸਾਰਿਆਂ ਨੇ ਕਰਦਿਆਂ ਸਲਾਹ ਕੀਤੀ, ਬਾਬਾ ਜੀ ਨੂੰ ਬੇਨਤੀ ਕਰੀਏ। ਬਾਬਾ ਜੀ ਕੋਲ ਬੇਨਤੀ ਗਈ, ਅਤੇ ਜਦੋਂ ਕਹਿਣ ਲੱਗੇ ਹੀਰਾ ਲਾਲ ਬਿਮਾਰ ਹੈ, ਬਾਬਾ ਜੀ ਨੇ ਨੇਤਰ ਬੰਦ ਕੀਤੇ, ਵੇਖਿਆ ਜੀ ਜ਼ਿੰਦਗੀ ਹੈ। ਕਹਿਣ ਲੱਗੇ ਇੰਝ ਕਰੋ, ਠੰਡਾ ਪਾਣੀ ਜਿਹੜਾ ਲੈ ਆਓ, ਉਹਦੇ ਜਿਹੜਾ ਦਰਿਆ ਵਗਦਾ ਹੀ ਨਾਲਾ, ਉੱਥੋਂ ਪਾਣੀ ਲੈ ਕੇ ਠੰਡਾ ਹੀਰਾ ਲਾਲ ਦੇ ਉੱਪਰ ਪਾਣੀ ਪਾਈ ਚੱਲੋ ਪੂਰਾ, ਅਤੇ ਕਿਸੇ ਤਰੀਕੇ ਦਾ ਭਰਮ ਨਹੀਂ ਕਰਨਾ। ਉਹਦੇ 'ਤੇ 100 ਗਾਗਰ ਪਾਣੀ ਦੀ ਪਾਓ। ਸਾਰੇ ਰਨ ਨਮੂਨੀਆ ਅੱਗੇ ਹੋਇਆ, ਉੱਤੋਂ ਠੰਡਾ ਪਾਣੀ ਜਿੱਥੇ ਕਿ ਆਮ ਬੰਦਾ ਹੱਥ ਨਹੀਂ ਪਾਉਂਦਾ। ਸ਼ਰਧਾਲੂ ਕਹਿਣ ਪਈ ਪਾਈਏ, ਦੂਜੇ ਕਹਿਣ ਨਾ ਪਾਈਏ, ਨਹੀਂ ਮਰਨਾ ਤੇ ਤਾਂ ਵੀ ਮਰੇਗਾ, ਪਰ ਉਹ ਕਹਿਣ ਲੱਗੇ ਇਹਦੇ 'ਤੇ ਪਾਓ। ਅਤੇ ਜਦੋਂ ਐਨ ਠੰਡ ਲੱਗੇਗੀ, ਆਪ ਕੱਪੜੇ ਮੰਗੇਗਾ, ਉਦੋਂ ਕੱਪੜੇ ਦੇਣੇ, ਅਤੇ ਜਦੋਂ ਇਹਨੂੰ ਖੋਸ਼ ਆ ਗਈ, ਉਦੋਂ ਇਹਨੂੰ ਫਿਰ ਛਕਾ ਕੇ ਕੁਛ ਇਹ ਉੱਠੇਗਾ ਅਤੇ ਆਪਣੇ ਆਪ ਆਏਗਾ ਸਾਡੇ ਕੋਲ। ਹੀਰਾ ਲਾਲ ਦੀ ਮੰਜੀ 'ਤੇ ਪੈ ਹੋਈ ਉਸੇ ਤਰ੍ਹਾਂ ਪਾਣੀ 'ਤੇ ਜਦੋਂ ਪਾਇਆ ਗਿਆ ਠੰਡਾ, ਕਹਿਣ ਪੇ ਨਹੀਂ ਬਚਦਾ। ਪਤਾ ਉਹਦੀ ਲੱਗਾ ਜਦੋਂ ਨੇ ਅੱਖਾਂ ਖੋਲ੍ਹੀਆਂ, ਕੱਪੜੇ ਮੰਗੇ, ਛਕਾਇਆ, ਗਰਮ ਕਰਕੇ ਉੱਠ ਕੇ ਉਹ ਤੁਰ ਕੇ ਬਾਬਾ ਜੀ ਕੋਲ ਉਸੇ ਦਿਨ ਆ ਜਾਂਦਾ ਹੈ। ਪੈਰੂ ਪ੍ਰਤੱਖ ਜਦੋਂ ਲੋਕ ਵੇਖਦੇ ਤੇ ਕਿਉਂ ਨਾ ਸਦਕੇ 'ਤੇ ਕੁਰਬਾਨ ਜਾਣ। ਇੱਕ ਬੀਬੀ ਦਾ ਬੱਚਾ 3ਜੀ ਮੰਜ਼ਲ ਤੋਂ ਡਿੱਗ ਪਿਆ, ਬੇਖੋਸ਼ ਸੀ, ਚੁੱਕ ਕੇ ਲੈ ਆਈ। ਬਾਬਾ ਜੀ ਪਤੀ ਹੈ ਨਹੀਂ, ਇਹਦਾ ਹੀ ਸਹਾਰਾ ਸੀ, ਕਿਰਪਾ ਕਰੋ। ਕਹਿੰਦੇ ਨੂੰ ਉਹ ਠੰਡੇ ਪਾਣੀ ਦੇ ਜਿਹੜਾ ਵਗ ਰਿਹਾ ਉਹਦੇ 'ਚ ਮੰਜੀ ਸਮੇਤ ਲੈ ਜਾਓ, ਪਾਣੀ ਉੱਪਰੋਂ ਇਹਦੇ ਲੰਘਣ ਦਿਓ। ਜਦੋਂ ਠੰਡ ਲੱਗੇਗੀ ਕੱਪੜੇ ਮੰਗੇਗਾ, ਉੱਠ ਕੇ ਆਪੇ ਆਏਗਾ। ਬਹੁਤ ਔਖਾ ਸੀ ਇਹੋ ਜਿਹੀ ਹਾਲਤ ਵਿੱਚ, ਪਰ ਮਾਈ ਦੀ ਸ਼ਰਧਾ ਇਹੋ ਜਿਹਾ ਕੰਮ ਬਣਿਆ ਵੀ ਉਹ ਲੈ ਗਏ। ਬੱਚਾ ਨਵਾਂ ਨਰੋਆ ਖੋਆ, ਮੁਰਦਿਆਂ ਨੂੰ ਜ਼ਿੰਦਗੀ ਮਿਲ ਰਹੀ ਏ, ਨਪੁੱਤਿਆਂ ਨੂੰ ਪੁੱਤ ਮਿਲ ਰਹੇ ਨੇ, ਰੂਹਾਂ ਨੂੰ ਬੰਦਗੀ। ਅਤੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਿਸੇ ਨੂੰ ਅੰਮ੍ਰਿਤ ਦੀ ਦਾਤ, ਕਿਸੇ ਨੂੰ ਨਾਮ ਜਪਣ ਦੀ ਦਾਤ ਮਿਲ ਰਹੀ ਏ। ਸਤ ਸੰਗਿਓ, ਉਧਰ ਪਠਾਨ ਲੁਟੇਰੇ ਵੀ ਆਪਣਾ ਕੰਮ ਕਰੀ ਰੱਖਦੇ ਸਨ ਆਏ ਦਿਨ। ਉਹ ਲੰਬੀਆਂ ਕਹਾਣੀਆਂ, ਜਿਹੜਾ ਵੀ ਹਮਲਾ ਕਰਨ ਆਉਂਦਾ ਸੀ, ਬਸ ਉਹਦੇ 'ਤੇ ਨਾਲ ਇਹੋ ਜਿਹਾ ਕੋਈ ਨਾ ਕੋਈ ਕੌਤਕ ਵਰਤਣਾ, ਉਹਨੇ ਆਪੇ ਹੀ ਡਰ ਕੇ ਭੱਜ ਭੁੱਜ ਜਾਣਾ। ਇੱਕ ਵਾਰ ਕੀ ਹੋਇਆ, ਗੁਰੂ ਕੇ ਪਿਆਰਿਓ, ਜਦੋਂ ਨਾ ਇੱਕ ਮਾਈ ਆਈ, ਬੱਚਾ ਸੀ ਉਹਦਾ ਛੋਟਾ, ਬਾਬਾ ਜੀ ਨੇ ਉਹਨੂੰ ਪਿਆਰ 'ਚ ਚੋਲਾ ਦਿੱਤਾ ਪਹਿਨਣ ਨੂੰ ਵੀ ਪਹਿਨ ਲਵੇ। ਘਰ ਗਏ, 2 ਨਿਕਲ ਆਏ ਅਤੇ ਵਾਪਸ ਆਈ ਚੋਲਾ ਮੋੜਨ। ਬਾਬਾ ਜੀ ਕਹਿੰਦੇ ਤੂੰ ਮੋੜਨ ਆ ਗਈ ਜੀ, ਗਲਤੀ ਨਾਲ 2 ਚਲੇ ਗਏ। ਕਹਿੰਦੇ ਘਰੇ ਰੱਖ, ਰੱਬ ਇੱਕ ਹੋਰ ਪੁੱਤ ਦੇਵੇਗਾ। ਹਰ ਬਚਨ ਸੱਚਾਈ ਪਿਆਰਿਓ। ਇਸੇ ਤਰ੍ਹਾਂ ਹੀ ਖੈਰ ਕਿਹਦੀ ਗੱਲ ਕਰੀਏ, 1-2 ਬਚਨ ਕਰਕੇ ਆਪਾਂ ਸਮਾਪਤੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੇਡਾਂ ਨੇ ਵੱਖਰੀਆਂ ਵੱਖਰੀਆਂ। ਜਿੱਥੇ ਨਾ ਬਾਬਾ ਜੀ ਬੈਠਿਆ ਕਰਦੇ ਸਨ, ਅਤੇ ਉਹਦੇ ਤੋਂ ਥੋੜ੍ਹਾ ਹਟਵਾਂ ਹੀ ਬਾਬਾ ਲਾਲ ਸਿੰਘ ਜੀ ਨੇ ਭਜਨ 'ਚ ਬਹਿਣਾ, ਅਤੇ ਇੱਕ ਵੇਖਣਾ ਬਾਬਾ ਲਾਲ ਸਿੰਘ ਜੀ ਨੇ ਇੱਕ ਚਿੱਟੇ ਕੱਪੜਿਆਂ ਵਾਲਾ ਕਿੰਨੀ ਵਾਰੀ ਸਾਡੇ ਦੋਨਾਂ ਦੇ ਦਰਮਿਆਨ ਵਿੱਚੋਂ ਲੰਘਦਾ। ਕੋਈ ਕੁਛ ਦਿਨ ਵਹਿੰਦੇ ਰਹੇ, ਕਹਿੰਦੇ ਪਿੱਛਾ ਕੀਤਾ, ਦਰਿਆ ਪਾਰ ਕਰਕੇ ਪਤਾ ਨਹੀਂ ਲੱਗਾ ਕਿੱਧਰ ਚਲਾ ਗਿਆ। ਬਾਬਾ ਜੀ ਕਹਿੰਦੇ ਤੂੰ ਕਿੱਥੇ ਗਿਆ ਸੀ? ਕਹਿੰਦੇ ਉਹ ਪਤਾ ਨਹੀਂ ਕੌਣ ਸੀ, ਚਿੱਟ ਕੱਪੜੀਆ, ਉਹ ਰੋਜ਼ ਆਉਂਦਾ ਸੀ, ਅਤੇ ਉਹ ਮੈਂ ਵੇਖਿਆ ਕੌਣ ਹੈ, ਉਹ ਅਲੋਪ ਹੀ ਹੋ ਗਿਆ। ਕਹਿਣ ਲੱਗੇ ਉਹਦੇ ਮਗਰ ਨਹੀਂ ਸੀ ਜਾਣਾ, ਉਹ ਇੱਛਾ ਧਾਰੀ ਸੱਪ ਪਿਓ ਅਤੇ ਸੰਗਤ ਦੀ ਸੇਵਾ ਕਰਦਾ ਹੈ, ਤੂੰ ਉਹਦੇ ਮਗਰ ਕਿਉਂ ਗਿਆ? ਅਤੇ ਬਹੁਤ ਮਾੜਾ ਕੰਮ ਸੀ, ਅੱਜ ਤੋਂ ਬਾਅਦ ਨਹੀਂ ਜਾਣਾ। ਬਾਬਾ ਜੀ ਉਹ ਸੇਵਾ ਕਿਹੜੀ ਕਰਦਾ ਹੈ? ਕਹਿੰਦੇ ਜਦੋਂ ਸੰਗਤਾਂ ਇੱਧਰ ਆਉਂਦੀਆਂ ਨੇ ਨਾ ਦਰਸ਼ਨ ਦਿਦਾਰੇ ਕਰਨ, ਪਠਾਨ ਲੁਟੇਰੇ ਜਿਹੜੇ ਖਾਨ ਜਿਨ੍ਹਾਂ ਦੀ ਆਦਤ ਤੇ ਕੁਛ ਪਠਾਣਾਂ ਦੀ ਲੁੱਟ ਮਾਰ ਕਰਨੀ, ਚੋਰੀ, ਉਹ ਸੰਗਤ 'ਤੇ ਕੋਈ ਉਹਨਾਂ ਕੋਲੋਂ ਮਾਲ ਕੋਈ ਪੈਸਾ ਟੱਕਾ ਖੋਹਦੇ, ਹਮਲਾ ਕਰਦੇ। ਇਹ ਫਿਰ ਸੱਪ ਜਿਹੜਾ ਇੱਛਾ ਧਾਰੀ ਉਦੋਂ ਆਪਣੀ ਕਲਾ ਵਰਤਾ ਕੇ ਉਹਨਾਂ ਤੋਂ ਬਚਾਉਂਦਾ, ਉਹਨਾਂ ਨੂੰ ਡਰਾਉਂਦਾ, ਕਦੇ ਕਿਹੜਾ ਰੂਪ ਬਣਾ ਲੈਂਦਾ, ਕਦੇ ਕਿਹੜਾ ਰੂਪ ਬਣਾ ਕੇ ਉਹਨਾਂ ਤੋਂ ਬਚਾਉਂਦਾ ਹੈ। ਕਹਿਣ ਲੱਗੇ ਧੰਨ ਹੋ ਤੁਸੀਂ। ਬਾਬਾ ਲਾਲ ਸਿੰਘ ਜੀ ਨੇ ਖੂਹੀ ਪੱਕੀ ਕਰਾ ਦਿੱਤੀ, ਥੜਾ ਵੀ। ਇੱਕ ਹੋਰ ਦੂਸਰੀ ਕਹਿੰਦੇ ਸੰਗਤ ਬਹੁਤ ਹੁੰਦੀ, ਇੱਕ ਹੋਰ ਖੂਹੀ ਬਣਾਈ।
ਬਾਬਾ ਜੀ ਮਨਾ ਕਰਦੇ ਸਨ। ਕਹਿੰਦੇ ਬਾਬਾ ਲਾਲ ਸਿੰਘ ਕਈ ਵਾਰੀ ਕਿਹਾ ਜੀ ਸਿੰਘ ਚਾਹੁੰਦੇ ਨੇ ਥੋੜ੍ਹੀਆਂ ਕੁਟੀਆਂ ਪਾ ਲਈਏ ਸਿਰ ਢੱਕਣ ਨੂੰ। ਬਾਬਾ ਜੀ ਕਹਿੰਦੇ ਵਿਸਥਾਰ ਨਾ ਕਰੋ, ਇਸੇ ਤਰ੍ਹਾਂ ਹੀ ਠੀਕ ਹੈ। ਉਹਨਾਂ ਨੇ 2-3 ਵਾਰੀ ਬੇਨਤੀ ਕੀਤੀ ਪਰ ਪ੍ਰਵਾਨ ਨਹੀਂ ਹੋਏ। ਕਹਿੰਦੇ ਐਵੇਂ ਜੰਜਾਲਾਂ 'ਚ ਨਹੀਂ ਪੈਣਾ, ਆਪਾਂ ਜਿਹੜੀ ਡਿਊਟੀ ਲੱਗੀ ਉਹ ਕਰੀਏ। ਪਰ ਇਹਨੇ ਦੂਸਰੀ ਖੂਹੀ ਸਿੰਘਾਂ ਨੂੰ ਕਹਿ ਕੇ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪੁੱਟਣ ਸਵੇਰੇ ਵੇਖਣ ਤੇ ਖੂਹੀ ਫਿਰ ਓਨੀ ਭਰੀ ਹੋਵੇ। ਇਹਨਾਂ ਪਹਿਰਾ ਦਿੱਤਾ। ਰਾਤੀ ਕਿਸੇ ਨੇ ਮੂੰਹ ਵਲੇਟਿਆ ਹੋਇਆ ਤੇ ਉਹ ਮਿੱਟੀ ਪਾ ਰਿਹਾ ਸੀ। ਇਹ ਵਹਿੰਦੇ ਰਹੇ। ਮਿੱਟੀ ਪਾ ਕੇ ਜਦੋਂ ਆਏ ਵਾਪਸ ਕੱਪੜਾ ਲਾਇਆ ਤੇ ਬਾਬਾ ਕਰਮ ਸਿੰਘ ਸਾਹਿਬ ਆਪ ਸਨ। ਕਹਿਣ ਲੱਗੇ ਜੀ ਤੁਸੀਂ ਮਿੱਟੀ ਪਾਈ ਜਾਂਦੇ ਹੋ, ਪੂਰੀ ਜਾਂਦੇ ਹੋ, ਅਸੀਂ ਪੱਟੀ ਜਾਂਦੇ ਹਾਂ, ਰਾਤ ਨੂੰ ਕਿਉਂ? ਕਹਿਣ ਲੱਗੇ ਤੁਹਾਨੂੰ ਕਿਹਾ ਹੈ ਵਿਸਤਾਰ ਨਾ ਕਰੋ, ਵੱਖਰੇ ਦੀ ਲੋੜ ਨਹੀਂ ਹੈ। ਨਿਰੰਕਾਰ ਨੇ ਜੋ ਡਿਊਟੀ ਲਾਈ ਉਹ ਨਿਭਾਈਏ ਆਪਾਂ, ਉਸ ਤੋਂ ਬਾਅਦ ਉਹ ਨਹੀਂ ਕੀਤੇ। ਮੁੱਖ ਦੀ ਗੱਲ ਕਿ ਪਿਆਰਿਓ ਅਨੇਕਾਂ ਕੌਤਕ ਇਹੋ ਜਿਹੇ ਵਰਤਦੇ ਰਹੇ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਰਾਹੀਂ ਕਿੰਨੀਆਂ ਕੁਰੂਆਂ ਜੁੜੀਆਂ ਨਾਮ ਬਾਣੀ ਨਾਲ। ਬੇਨਤੀ ਕਰਾਂ ਮਸ਼ਹੂਰ ਹੈ ਬਾਬਾ ਕਰਮ ਸਿੰਘ ਸਾਹਿਬ ਬਾਰੇ ਇੱਕ ਗੱਲ ਭਈ ਉਹਨਾਂ ਦੀ ਸੰਗਤ ਕਰਕੇ ਸੰਤ ਰੂਹਾਂ ਬਹੁਤ ਬਣੀਆਂ ਨੇ। ਸੰਤ ਰੂਹਾਂ ਦਾ ਮਤਲਬ ਜਿਨ੍ਹਾਂ ਨੇ ਬਹੁਤ ਨਾਮ ਜਪ ਕੇ ਜਿਉਂਦਿਆਂ ਜੀ ਖੁਦ ਜੁੜੇ ਤੇ ਅਨੇਕਾਂ ਨੂੰ ਜੋੜਨ ਵਾਲੇ ਉਹ ਬਣੇ ਨੇ। ਇਹ ਸਤਿਗੁਰੂ ਜੀ ਦੀ ਆਪਣੀ ਖੇਡ ਹੁੰਦੀ ਏ ਪਿਆਰਿਓ। ਜਿਹੜੇ ਮਰਜ਼ੀ ਸਰੀਰ ਰਾਹੀਂ ਜਿਹੜੀ ਲੋੜ ਹੋਵੇ ਉਹਨਾਂ ਤੋਂ ਸੇਵਾ ਲੈਂਦੇ। 1902 ਆਪਾਂ ਅਕਸਰ ਹੀ ਇਹ ਗੱਲ ਸੁਣਦੇ ਹਾਂ, ਪਿੱਛੇ ਵੀ ਆਪਾਂ ਕੀਤੀ ਏ। ਜਦੋਂ ਇਹਨਾਂ ਨੇ ਹੁਕਮ ਕੀਤਾ ਨਾ ਵੀ ਚੋਲਾ ਬਦਲਣਾ ਹੈ ਤੇ ਇਹੋ ਜਿਹਾ ਮਹਾਂਪੁਰਖ ਜਦੋਂ ਜਾਏਗਾ ਤੇ ਸੰਗਤ ਨੂੰ ਕਿੰਨੀਆਂ ਆਸਾਂ ਹੁੰਦੀਆਂ ਨੇ ਉਹ ਸਾਰੀਆਂ ਮੁੱਕਣੀਆਂ ਸਨ। ਬਹੁਤ ਵਿਰਲਾਪ ਸੰਗਤ ਨੇ ਬੇਨਤੀ ਕੀਤੀ ਜੀ ਸਰੀਰ ਨਾ ਅਜੇ ਤਿਆਗੋ। ਬਾਬਾ ਲਾਲ ਸਿੰਘ ਜੀ ਰਾਹੀਂ ਬੇਨਤੀ ਪਹੁੰਚ ਗਈ। ਬਾਬਾ ਜੀ ਨੇ ਬੇਨਤੀ ਕੀਤੀ ਤੇ ਬਾਬਾ ਕਰਮ ਸਿੰਘ ਕਹਿੰਦੇ ਲਾਲ ਸਿੰਘ ਜੀ ਤੁਹਾਡਾ ਸਾਡਾ ਸਮਾਂ ਥੋੜ੍ਹਾ ਹੀ ਫਰਕ ਏ। ਤੁਹਾਡੇ 2 ਸਾਲ 2 ਮਹੀਨੇ ਕੁਛ ਦਿਨ ਰਹਿ ਗਏ ਨੇ, ਪਰ ਇੰਝ ਕਰੋ ਵੀ ਸਾਡੇ 8 ਦਿਨ ਬਾਕੀ ਨੇ, ਤੁਸੀਂ ਸਾਡੀ ਜਗ੍ਹਾ ਚਲੇ ਜਾਓ ਤੇ ਅਸੀਂ ਤੁਹਾਡੀ ਜਗ੍ਹਾ ਚਲੇ ਜਾਂਦੇ ਹਾਂ। ਬਾਬਾ ਲਾਲ ਸਿੰਘ ਜੀ ਇੰਨੇ ਖੁਸ਼, ਮੈਂ ਬਾਬਾ ਕਰਮ ਸਿੰਘ ਸਾਹਿਬ ਜੀ ਦੀ ਜਗ੍ਹਾ 'ਤੇ ਜਾਵਾਂਗਾ, ਇਸ ਨਾਲੋਂ ਵੱਡੇ ਭਾਗ ਕੀ ਹੋਰ ਹੋਣਗੇ। ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਸੀ। ਲੰਗਰ ਵਰਤਾਂਦਿਆਂ ਸੰਗਤ ਵੇਖ ਰਹੀ ਹੈ। 8 ਦਿਨ ਜਦੋਂ ਹੋਏ ਭਈ ਅਜੇ ਲੰਗਰ ਵਰਤਾ ਰਹੇ ਹਨ। ਅੱਧਾ ਘੰਟਾ ਪਹਿਲਾਂ ਆਵਾਜ਼ ਮਾਰੀ, ਕੇਸੀ ਇਸ਼ਨਾਨ ਕਰਕੇ ਕੱਪੜੇ ਪਾਏ, ਬਾਬਾ ਜੀ ਨੂੰ ਨਮਸਕਾਰ ਕਰਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ। ਬਿਲਕੁਲ ਜਿਹੜਾ ਟਾਈਮ ਦੱਸਿਆ ਸੀ ਬਾਬਾ ਕਰਮ ਸਿੰਘ ਸਾਹਿਬ 1902 ਨੂੰ ਪਿੰਡ ਜਿਹੜਾ ਸੈਦੂ ਉੱਥੇ ਉਹ ਚੇਚਾ ਗਏ ਨੇ ਜਾ ਕੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਵੀ ਉੱਥੇ ਜਾ ਕੇ ਮਾਈ ਚੰਨੋਂ ਦਾ ਘਰ ਖਾਲੀ ਕਰਾਇਆ। ਕਹਿਣ ਲੱਗੇ ਇੱਥੇ ਅਸੀਂ ਬਹੁਤ ਪਹਿਲਾਂ ਵੀ ਬੰਦਗੀ ਕੀਤੀ ਹੈ, ਜਗ੍ਹਾ ਪੁੱਟੀ ਥੱਲਿਓ ਲੋਹ ਨਿਕਲੀ ਪਊਏ, ਉੱਥੇ ਰਹਿ। ਮਹਾਂਪੁਰਖ ਹੈ ਉੱਥੇ ਕੁਛ ਦਿਨ 11 ਦਿਨ ਰਹਿ। ਲੰਗਰ ਚੱਲੇ, ਪਾਠ ਹੋਏ, ਇਲਾਕੇ ਨੇ ਲਾਭ ਲਿਆ। ਕਹਿਣ ਲੱਗੇ ਸਾਡਾ ਦਰਿਆ ਵਿੱਚ ਡੂੰਘੇ ਪਾਣੀ ਵਿੱਚ ਸ੍ਰੀ ਜਲ ਪ੍ਰਵਾਹ ਕਰਨਾ ਹੈ। ਜਿਉਂਦਿਆਂ ਜੀ ਸਾਰੀ ਤਿਆਰੀ ਕਰਵਾਈ। ਸਰਦਾਰ ਬੁੱਧ ਸਿੰਘ ਤਹਿਸੀਲਦਾਰ ਸਨ, ਉਹਨਾਂ ਨੂੰ ਕਹਿੰਦੇ ਸੰਦੂਕ ਬਣਾ ਕੇ ਸਾਨੂੰ ਵਿਖਾਓ ਜਿਹਦੇ ਵਿੱਚ ਸਾਡਾ ਸਰੀਰ ਪਾਣਾ ਹੈ। ਉਹਨੇ ਰੋਂਦਿਆਂ ਥਿੜਕਦਿਆਂ ਪਿਆਰ 'ਚ ਜਿਸ ਮਹਾਂਪੁਰਸ਼ ਤੋਂ ਵਾਰੇ ਜਾਂਦੇ ਸਨ ਉਹਦੇ ਲਈ ਸੰਦੂਕ ਤਿਆਰ ਕਰਨ। ਕਿਵੇਂ ਕਰਨ? ਪਰ ਹੁਕਮ ਸੀ ਬੜਾ ਸੋਹਣਾ ਮਖਮਲੀ ਤਿਆਰ ਕਰਕੇ ਲਿਆਂਦਾ। ਤਿਆਰੀ ਕਰਵਾ ਕੇ ਪਿਆਰੋ 10 ਵਜੇ ਤੱਕ ਸਵੇਰੇ ਬਚਨ ਬਿਲਾਸ ਕਰ ਰਹੇ ਹਨ। ਫਿਰ ਸਾਰਿਆਂ ਨੂੰ ਦਰਸ਼ਨ ਦੇ ਕੇ 10:25 'ਤੇ ਲੇਟ ਕੇ ਸਦਾ ਲਈ ਪਿਆਰਿਓ ਉਹ ਹਾਲਤ ਬਣ ਗਈ। ਸੂਰਜ ਕਿਰਨ ਮਿਲੇ, ਜਲ ਕਾਜਲ ਹੂਆ ਰਾਮ, ਜੋਤੀ ਜੋਤ ਰਲੇ, ਸੰਪੂਰਨ ਥੀਆ ਰਾਮ। ਇਹੋ ਜਿਹੇ ਸਨ ਸਤਿਕਾਰਯੋਗ ਧੰਨ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ, ਜਿਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਦੀਆਂ ਝਲਕੀਆਂ ਦੇ ਆਪਾਂ ਦਰਸ਼ਨ ਕਰ ਰਹੇ ਸਾਂ। ਸਦਾ ਹੀ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦਾ ਹੁਕਮ ਹੈ ਬੰਦਗੀ ਵਾਲਿਆਂ ਦਾ ਸਤਿਕਾਰ ਕਰੀਏ, ਆਪਣਾ ਭਲਾ ਹੈ। ਹਾਂ, ਜਿਹੜਾ ਕੋਈ ਸਤਿਗੁਰੂ ਨਾਲ ਤੋੜਦਾ ਉਹਦੇ ਤੋਂ ਤੇ ਦੂਰ ਰਹੀਏ, ਪਰ ਜੁੜਿਆਂ ਨਾਲ ਜੁੜੀਏ। ਅਰਦਾਸ ਪੂਰਾ ਪੰਚ ਕਰਦਾ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਗੁਰਮੁਖਾਂ ਦੀ ਸੰਗਤ ਮੰਗਦੇ ਰਹੀਏ।
ਜਦੋਂ ਮਿਲੇ ਤੇ ਉਹ ਪੂਰੀ ਸ਼ਰਧਾ ਤੇ ਪਿਆਰ ਨਾਲ ਕਰੀਏ। ਸਤਿਗੁਰੂ ਜੀ ਤਰਸ ਕਰਨ, ਅਸੀਂ ਵੀ ਉਹਨਾਂ ਰਾਹਾਂ 'ਤੇ ਤੁਰੀਏ ਜਿਨ੍ਹਾਂ ਰਾਹਾਂ 'ਤੇ ਤੁਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਿਲਦੀਆਂ ਨੇ। ਇੰਨੇ ਹੀ ਬਚਨ ਪ੍ਰਵਾਨ ਕਰਨੇ। ਬੜੇ ਪਿਆਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੀਏ ਅਤੇ ਸਦਾ ਸਦਾ ਲਈ ਸਾਡੇ ਅੰਦਰੋਂ ਉਹਨਾਂ ਦੇ ਪਿਆਰ ਭਰੇ ਬੋਲ ਇਹ ਨਿਕਲਦੇ ਰਹਿਣ। ਗੁਰੂ ਕੇ ਪਿਆਰਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ, ਮੋਕੋ ਧਾਰ ਕਿਰਪਾ ਜਗ ਜੀਵ ਅੰਦਾਤੇ, ਹਰ ਸੰਤ ਪਗੀਲੇ ਪਾਵੈ, ਹੋਂ ਕਾਟੋ ਕਾਟ ਬਾੜ ਸਿਰ ਰਾਖੋਂ ਜਿਤ ਨਾਨਕ ਸੰਤ ਚੜ੍ਹ ਆਵੈ। ਭੁੱਲ ਚੁੱਕ ਦੀ ਖਿਮਾ ਕਰਨੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।